ਖਾਲਿਸਤਾਨ ਦੀ ਸਾਡੇ ਯੂਥ ਦੇ ਵਿੱਚ ਕੀ ਮਾਨਤਾ ਆ? ਹਾਊ ਯੂਥ ਆਫ ਪੰਜਾਬ ਐਫੀਲੀਏਟ ਇਟਸੈਲਫ ਵਿਦ ਆਈਡੀਆ ਆਫ ਖਾਲਿਸਤਾਨ। ਐਕਚੁਅਲੀ ਇਹ ਹੈ ਹੀ ਪੋਲਿਟਿਕਸ ਹੈ, ਇਹਦੇ ਵਿੱਚ ਸਿੱਖ ਸੈਂਟੀਮੈਂਟ ਨੂੰ ਯੂਜ਼ ਕੀਤਾ ਜਾਂਦਾ ਤਾਂ ਉਹਦੇ ਪਿੱਛੇ ਰੈਸ਼ਨੈਲਿਟੀ ਹੋਣੀ ਚਾਹੀਦੀ ਹੈ। ਅੱਜ ਮੁੱਦੇ ਇਹ ਨਹੀਂ ਕਿ ਵੀ ਆਪਾਂ ਨੂੰ ਖਾਲਿਸਤਾਨ ਚਾਹੀਦਾ ਜਾਂ ਆਪਾਂ ਉਹਦੀ ਬਾਉਂਡਰੀ ਕੀ ਰੱਖਣੀ ਹੈ, ਆਪਾਂ ਕਰੰਸੀ ਕੀ ਰੱਖਣੀ ਹੈ, ਆਪਾਂ ਝੰਡਾ ਕੀ ਰੱਖਣਾ ਉਸ ਚੀਜ਼ ਦਾ। ਮੁੱਦੇ ਇਹ ਹੋਣੇ ਚਾਹੀਦੇ ਆ ਵੀ ਅਸਲ ਦੇ ਵਿੱਚ ਯੂਥ ਨੂੰ ਚਾਹੀਦਾ ਕੀ ਹੈ। ਪੰਜਾਬ ਦਾ ਜਿਹੜਾ ਯੂਥ ਹੈ ਉਹ ਪਹਿਲੀ ਕਿਸਮ ਦਾ, ਜਿਹੜਾ ਸਿਰਫ ਦੇਖ ਕੇ, ਕਿਸੇ ਨੂੰ ਸੁਣ ਕੇ, ਕਿ ਸਿਮਰਨਜੀਤ ਮਾਨ ਦੀ ਵੀਡੀਓ ਸੁਣ ਲਈ, ਬੱਬੂ ਮਾਨ ਨੇ ਕੀ ਬੋਲਿਆ ਉਹਨਾਂ ਦੀ ਵੀਡੀਓ ਸੁਣ ਲਈ, ਉੱਥੋਂ ਸੁਣ ਕੇ ਆਪਣੀ ਸਮਝ ਡਿਵੈਲਪ ਕਰਕੇ, ਕਿਸੇ ਕਲਾਕਾਰ ਨੇ ਆਪਣੇ ਗਾਣੇ ਦੇ ਵਿੱਚ ਕੀ ਬੋਲਤਾ ਉੱਥੋਂ ਆਪਣੀ ਸਮਝ ਡਿਵੈਲਪ ਕਰਕੇ ਇੱਕ ਮੁੱਦੇ ਦੇ ਨਾਲ ਆਪਣੇ ਆਪ ਨੂੰ ਰਿਲੇਟ ਕਰ ਲੈਂਦਾ ਤੇ ਕੇਸਰੀ ਪਟਕੇ ਬੰਨ ਕੇ ਉਹ ਅੱਗੇ ਆ ਕੇ ਜਾਣ ਦੇਣ ਤੱਕ ਦੀ ਬਾਜੀ ਤੇ ਤੁਰੇ ਆਉਂਦੇ। ਆਪਾਂ ਖਾਲਿਸਤਾਨ ਦੇ ਬਾਰੇ ਗੱਲ ਕਰੀਏ ਬਿਕੋਜ਼ ਜੇ ਇਸ ਚੀਜ਼ ਨੂੰ ਆਪਾਂ ਪ੍ਰੈਕਟੀਕੈਲਿਟੀ ਨਾਲ ਲੈ ਕੇ ਵੀ ਚੱਲਦੇ ਹਾਂ, ਇਟਸ ਅ ਡਿਸਟੈਂਟ ਡ੍ਰੀਮ ਵੀ ਐਂਡ ਇਹ ਹੁਣ ਇਸ ਟਾਈਮ ਹੋ ਨਹੀਂ ਸਕਦਾ, ਇਹ ਵਜੂਦ ਦੇ ਵਿੱਚ ਇਹ ਚੀਜ਼ ਆ ਨਹੀਂ ਸਕਦੀ ਇਸ ਟਾਈਮ। ਮੈਂ ਨਹੀਂ ਮੰਨਦਾ ਵੀ ਬਹੁਤ ਲੋਕ ਇਹ ਚਾਹੁੰਦੇ ਆ ਵੀ ਖਾਲਿਸਤਾਨ ਵੀ ਬਣੇ। ਅੱਜ ਮੂਵਮੈਂਟ ਦਾ ਨਾਮ ਨਹੀਂ ਦੇ ਸਕਦੇ, ਉਹ ਇੱਕ ਵੈਸਟਡ ਇੰਟਰਸਟ ਨੇ ਉਹਨਾਂ ਦੇ, ਉਹਨਾਂ ਚੀਜ਼ਾਂ ਤੋਂ ਬਚਦੇ ਨੇ, ਏਜੰਸੀਜ਼ ਦੇ ਨਾਲ ਚੱਲਦੇ ਨੇ, ਏਜੰਸੀਜ਼ ਤੋਂ ਬਚਦੇ ਵੀ ਨੇ। ਇਹਦਾ ਸਿਧਾਂਤ ਹੈ ਗੁਰੂ ਨਾਨਕ ਤੇ ਪਾਤਸ਼ਾਹ ਦਾ ਜਿਹੜਾ ਮਤਲਬ ਸਿਧਾਂਤ ਹੈ ਉਹ ਜੋੜਦਾ ਹੈ, ਤੋੜਦਾ ਨਹੀਂ ਹੈਗਾ। ਖਾਲਿਸਤਾਨ ਹੈਜ਼ ਨਥਿੰਗ ਟੂ ਡੂ ਵਿਦ ਸਿੱਖ ਸੈਂਟੀਮੈਂਟਸ। ਬੰਦੂਕ ਚੱਕੀ ਖਾੜਕੂ ਤੋਂ ਉਹਨਾਂ ਦੀ ਕਿਸੇ ਇਮੇਜ ਤੋਂ ਆਪਾਂ ਜ਼ਿਆਦਾ ਇਨਫਲੂਐਂਸ ਹੁੰਦੇ ਆ, ਪਰ ਜੇ ਆਪਾਂ ਕਿਤੇ ਪੁੱਛ ਕੇ ਵੇਖੀਏ ਤਾਂ ਜਸਵੰਤ ਸਿੰਘ ਖਾਲੜਾ ਵਰਗਿਆਂ ਤੋਂ ਕੋਈ ਜ਼ਿਆਦਾ ਇਨਫਲੂਐਂਸ ਨਹੀਂ ਹੋਊਗਾ। ਲੋਕਾਂ ਨੂੰ ਉਹਨਾਂ ਦਾ ਪਤਾ ਨਹੀਂ, ਇੱਕ ਜਿਹੜਾ ਕਲਟ ਬਣਾ ਦਿੱਤਾ ਜਾਂਦਾ ਹੈ ਕਿ ਬੰਦੂਕ ਹੋਵੇ, ਰੈਵੋਲੂਸ਼ਨ ਹੋਵੇ, ਇਹ ਚੀਜ਼ਾਂ ਹੋਣ, ਉਸ ਆਈਡੀਆ ਵੱਲ ਨੂੰ ਲੋਕ ਜ਼ਿਆਦਾ ਜਾਂਦੇ ਆ, ਉਹ ਰੈਸ਼ਨੈਲਿਟੀ ਨਾਲ ਨਹੀਂ ਦੇਖਦੇ। ਤੇ ਆਪਣੀ ਇੱਕ ਲੱਤ ਤਾਂ ਵੈਸਟਰਨ ਕਲਚਰ ਤੇ ਜੀ ਤੇ ਇੱਕ ਲੱਤ ਆਪਾਂ ਆਪਦੇ ਪੁਰਾਣੇ ਕਿਸੇ ਚ ਰੱਖੀ ਬੈਠੇ ਆ ਜੀ। ਆਪਾਂ ਫਸੇ ਨੇ ਖਾੜਕੂਆਂ ਤੋਂ ਇਨਫਲੂਐਂਸ ਹੋ ਰਿਹਾ, ਠੀਕ ਹੈ, ਆਪਾਂ ਪਾਬਲੋ ਐਸਕੋਬਾਰ ਤੋਂ ਵੀ ਉਵੇਂ ਇਨਫਲੂਐਂਸ ਹੁੰਦਾ ਅੱਜ ਦਾ ਯੂਥ ਪੰਜਾਬ ਦੇ ਵਿੱਚ। ਪੰਜਾਬ ਦਾ ਯੂਥ ਤਾਂ ਲਾਰੈਂਸ ਬਿਸ਼ਨੋਈ ਤੋਂ ਵੀ ਬਹੁਤ ਪ੍ਰਭਾਵਿਤ ਰਿਹਾ, ਉਹਦੇ ਕਿੰਨੇ ਫੈਨ ਪੇਜ ਬਣੇ ਹੋਏ ਸੀ। ਔਰ ਬਾਣੀ ਨੂੰ ਪ੍ਰੋਪੋਗੇਟ ਨਹੀਂ ਕਰਨਗੇ, ਪ੍ਰੋਪੋਗੇਟ ਕਿਹੜੀਆਂ ਚੀਜ਼ਾਂ ਨੂੰ ਕਰਨਗੇ ਕਿ ਅਸੀਂ ਦਿੱਲੀ ਫਤਿਹ ਕੀਤੀ ਸੀ, ਬਾਬਾ ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ ਸੀ, ਆਪਣੇ ਨਾਲ 47 ਹੋਈ, ਆਪਾਂ ਖਾੜਕੂ ਰਹੇ ਹਾਂ, ਆਪਾਂ ਬਾਗੀ ਰਹੇ ਹਾਂ। ਸਰਬੱਤ ਦਾ ਭਲਾ ਕਰਨ ਵਾਲਾ ਕਦੇ ਵੀ ਅੱਡ ਲੈਂਡ ਨਹੀਂ ਮੰਗੂਗਾ, ਉਹਨੂੰ ਸਭ ਨੂੰ ਉਹ ਸਰਹੱਦਾਂ ਮਿਟਾਊਗਾ। ਵੈਲਕਮ ਬੈਕ, ਮੈਂ ਮਨਵੀਰ ਕੌਰ। ਅੱਜ ਦਾ ਪ੍ਰੋਗਰਾਮ ਇੱਕ ਬਹੁਤ ਹੀ ਖਾਸ ਪ੍ਰੋਗਰਾਮ ਹੈ ਮੇਰੇ ਲਈ ਵੀ ਔਰ ਤੁਹਾਡੇ ਲਈ ਵੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸਲ ਜੋ ਖੂਬਸੂਰਤੀ ਹੈ ਦੀ ਉਹ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਹਮੇਸ਼ਾ ਹੀ ਅੱਖੋਂ ਪਰੋਖੇ ਕੀਤਾ ਗਿਆ ਹੈ। ਪੰਜਾਬ ਦੀ ਨੌਜਵਾਨੀ ਦੇ ਕੀ ਵਿਚਾਰ ਨੇ, ਉਹਨੂੰ ਕਦੀ ਵੀ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ, ਸਾਡੀਆਂ ਸਮਾਜਿਕ ਸੰਸਥਾਵਾਂ ਨੇ ਕਦੀ ਬਾਹਲੀ ਪਹਿਲ ਨਹੀਂ ਦਿੱਤੀ। ਅੱਜ ਦਾ ਪ੍ਰੋਗਰਾਮ ਇੱਕ ਪਹਿਲ ਕਦਮੀ ਹੈ ਜਿਹਦੇ ਵਿੱਚ ਆਮ ਨੌਜਵਾਨੀ, ਸਾਡੇ ਪੰਜਾਬ ਦੇ ਆਮ ਯੂਥ ਜਿਹੜਾ ਚਾਹੇ ਕਿਸੇ ਜਥੇਬੰਦੀ ਨਾਲ ਚਾਹੇ ਨਹੀਂ ਹੈਗਾ, ਲੇਕਿਨ ਉਹ ਚਿਹਰੇ ਨੇ ਜਿਹੜੇ ਬਿਲਕੁਲ ਫਰੈਸ਼ ਚਿਹਰੇ ਨੇ, ਜਿਹੜੇ ਪੰਜਾਬ ਨੂੰ ਜੀ ਰਹੇ ਆ, ਜਿਹੜੇ ਪੰਜਾਬ ਨੂੰ ਹੰਢਾ ਰਹੇ ਔਰ ਪੰਜਾਬ ਤੋਂ ਉਮੀਦਾਂ ਲਾ ਰਹੇ ਆ। ਸਾਡੇ ਬਹੁਤ ਸਾਰੇ ਇਤਿਹਾਸ ਦੇ ਵੀ ਔਰ ਕਰੰਟ ਮੁੱਦੇ ਏਦਾਂ ਦੇ ਆ ਜਿਨ੍ਹਾਂ ਤੇ ਯੂਥ ਦਾ ਵਿਚਾਰ ਜਿਹੜਾ ਉਹ ਸਾਹਮਣੇ ਆਉਣਾ ਜ਼ਰੂਰੀ ਆ। ਉਸੇ ਦੇ ਵਿੱਚ ਅੱਜ ਦਾ ਪ੍ਰੋਗਰਾਮ ਜਿਹੜਾ ਉਹਦਾ ਮੇਨ ਵਿਸ਼ਾ ਆਪਾਂ ਰੱਖਾਂਗੇ ਕਿ ਖਾਲਿਸਤਾਨ ਦੀ ਸਾਡੇ ਯੂਥ ਦੇ ਵਿੱਚ ਕੀ ਮਾਨਤਾ ਆ। ਹਾਊ ਯੂਥ ਆਫ ਪੰਜਾਬ ਐਫੀਲੀਏਟ ਇਟਸੈਲਫ ਵਿਦ ਆਈਡੀਆ ਆਫ ਖਾਲਿਸਤਾਨ। ਉਹਦੇ ਲਈ ਮੈਂ ਮਨਵੀਰ ਕੌਰ ਤੇ ਮੇਰੇ ਨਾਲ 3 ਖਾਸ ਮਹਿਮਾਨ ਨੇ। ਮੈਂ ਇੱਕ ਇੱਕ ਕਰਕੇ ਤੁਹਾਨੂੰ ਇਹਨਾਂ ਨਾਲ ਇੰਟਰੋਡਿਊਸ ਕਰਾਉਣੀ। ਸਭ ਤੋਂ ਪਹਿਲਾਂ ਮੇਰੇ ਕੋਲ ਆਕਾਸ਼ਦੀਪ ਵਿਰਕ ਨੇ, ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਨੇ, ਵਿਦਿਆਰਥੀ ਨੇ। ਨਾਲ ਦੂਸਰੇ ਨੇ ਮੇਰੇ ਨਾਲ ਲਖਵੀਰ ਸਿੰਘ ਜੀ, ਉਹ ਵੀ ਪੰਜਾਬ ਯੂਨੀਵਰਸਿਟੀ ਨਾਲ ਐਸੋਸੀਏਟਡ ਸਕਾਲਰ ਨੇ। ਔਰ ਤੀਸਰੇ ਨੇ ਮੇਰੇ ਨਾਲ ਅਨਮੋਲ ਵੜਿੰਗ, ਇਹ ਕਾਂਗਰਸ ਪਾਰਟੀ ਦੇ ਨਾਲ ਵੀ ਕਿਤੇ ਨਾਤਾ ਰੱਖਦੇ ਨੇ ਪਰ ਇਹ ਵੀ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਨੇ। ਪਰ ਮੈਂ ਉਮੀਦ ਕਰਦੀ ਹਾਂ ਕਿ ਅਨਮੋਲ ਜੀ ਆਪਣੀ ਪਾਰਟੀ ਜਾਂ ਕਿਸੇ ਤਰ੍ਹਾਂ ਦੀ ਜਥੇਬੰਦੀ ਦੀ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਗੱਲ ਕਰਨਗੇ, ਕਿਉਂਕਿ ਮੁੱਦਾ ਆਪਣਾ ਇਹ ਹੈ ਬਿਕੋਜ਼ ਵੀ ਵਾਂਟ ਟੂ ਰਿਪਰੈਜ਼ੈਂਟ ਪੰਜਾਬ ਕੀ ਚਾਹੁੰਦਾ ਹੈ। ਮੈਂ ਸਭ ਤੋਂ ਪਹਿਲਾਂ ਹੀ ਸਵਾਲ ਆਪਣੇ ਵਿਸ਼ੇ ਦਾ ਤੁਹਾਡੇ ਵੱਲ ਲੈ ਕੇ ਆ ਰਹੀ ਹਾਂ ਔਰ ਮੈਂ ਸਟਾਰਟ ਕਰਾਂਗੀ ਸਭ ਤੋਂ ਪਹਿਲਾਂ ਲਖਵੀਰ ਸਿੰਘ ਤੋਂ ਕਿ ਹਾਊ ਪੰਜਾਬ ਦਾ ਯੂਥ ਕਿਵੇਂ ਆਪਣੇ ਆਪ ਨੂੰ ਖਾਲਿਸਤਾਨ ਦੇ ਆਈਡੀਆ ਨਾਲ ਐਸੋਸੀਏਟ ਕਰਦਾ, ਜਾਂ ਮੈਂ ਆਪਣਾ ਬਿਲਕੁਲ ਸਟੀਕ ਮੁੱਦੇ ਤੇ ਆਵਾਂ ਕਿ ਸਾਡੇ ਯੂਥ ਦੇ ਮਨਾਂ ਦੇ ਵਿੱਚ ਖਾਲਿਸਤਾਨ ਦੀ ਕੀ ਮਾਨਤਾ ਹੈਗੀ ਹੈ। ਲਖਵੀਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਤੁਸੀਂ ਮੈਨੂੰ ਆਪਣੇ YouTube ਚੈਨਲ ਦੇ ਉੱਪਰ ਬੁਲਾਇਆ ਤਾਂ ਮੈਂ ਜ਼ਿਆਦਾ ਫਾਰਮੈਲਿਟੀ ਦੇ ਵਿੱਚ ਪੈਂਦਾ ਨਾ ਪੈ ਕੇ ਸਿੱਧਾ ਤੁਹਾਡੇ ਸਵਾਲ ਦਾ ਜਵਾਬ ਦੇਣਾ ਚਾਹਾਂਗਾ ਕਿ ਜੀ ਦੇਖੋ, ਯੂਥ 2 ਤਰ੍ਹਾਂ ਦਾ ਹੁੰਦਾ ਹਮੇਸ਼ਾ ਹੀ। ਯੂਥ ਖਾਲਿਸਤਾਨ ਦੇ ਮੁੱਦੇ ਨਾਲ ਆਪਣੇ ਆਪ ਨੂੰ ਰਿਲੇਟ ਕਿਵੇਂ ਕਰਦਾ, ਉਹਦੇ ਨਾਲ ਸੰਬੰਧ ਕਿਵੇਂ ਸਿਰਜਦਾ, ਉਹ ਗੱਲ ਆਪਾਂ ਬਾਅਦ ਦੀ। ਪਹਿਲਾਂ ਯੂਥ ਨੂੰ ਮੈਂ ਦੱਸਦਾ। ਯੂਥ ਹਮੇਸ਼ਾ 2 ਤਰ੍ਹਾਂ ਦਾ ਹੁੰਦਾ। ਇੱਕ ਯੂਥ ਉਹ ਹੁੰਦਾ ਜਿਹੜਾ ਸਿਰਫ ਸਿੱਖਦਾ ਹੈ, ਗਾਣੇ ਦੇਖਦਾ, ਫਿਲਮਾਂ ਦੇਖਦਾ, ਉਹਨਾਂ ਦੇ ਆਸ-ਪਾਸ ਅਖਬਾਰਾਂ ਦੇ ਵਿੱਚ ਮਾਹੌਲ ਕੀ ਹੈ ਉਹ ਦੇਖਦਾ, ਉਹਦੇ ਉੱਪਰੋਂ ਦੇਖ ਕੇ ਸਮਝ ਕੇ ਆਪਣੀ ਸਮਝ ਡਿਵੈਲਪ ਕਰਕੇ ਉਹ ਕੋਈ ਨਾ ਕੋਈ ਫੈਸਲਾ ਲੈਂਦਾ। ਜਿਵੇਂ ਸਾਡੇ ਪਿੰਡਾਂ ਦੇ ਹਜ਼ਾਰਾਂ ਨੌਜਵਾਨ ਐਵੇਂ ਕਰਦੇ ਆ ਕਿ ਜਦੋਂ ਵੀ ਸਿੱਖ ਸੈਂਟੀਮੈਂਟ ਨਾਲ ਕੋਈ ਮਾਮਲਾ ਗੰਭੀਰ ਹੋ ਜਾਂਦਾ ਹੈ ਤਾਂ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਤਾਦਾਦ ਦੇ ਰੂਪ ਵਿੱਚ ਬਾਹਰ ਨਿਕਲਦੇ ਆ
ਰੋਡ ਤੇ ਆਉਂਦੇ ਆ, ਚਾਹੇ ਉਹਨਾਂ ਨੂੰ ਮੁੱਦੇ ਦੀ ਪੂਰਨ ਸਮਝ ਨਾ ਹੋਵੇ। ਉਸ ਤੋਂ ਬਾਅਦ ਜਿਹੜਾ ਸੈਕੰਡ ਨੰਬਰ ਦਾ ਯੂਥ ਹੁੰਦਾ, ਜੋ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਿਹਾ, ਆਪਣੀ ਸਮਝ ਡਿਵੈਲਪ ਕਰ ਰਿਹਾ ਖਾਲਿਸਤਾਨ ਨੂੰ ਲੈ ਕੇ, ਨੈਸ਼ਨਲ ਲੈਵਲ ਦੇ ਮੁੱਦਿਆਂ ਨੂੰ ਲੈ ਕੇ, ਇੰਟਰਨੈਸ਼ਨਲ ਦੇ ਲੈਵਲ ਦੇ ਮੁੱਦਿਆਂ ਨੂੰ ਲੈ ਕੇ, ਤਾਂ ਜਿਹੜਾ ਉਹ ਯੂਥ ਹੈ ਉਹ ਇੱਕ ਸਮਝ ਡਿਵੈਲਪ ਕਰਕੇ ਉਸ ਮੁੱਦੇ ਦੇ ਉੱਪਰ ਬੋਲਦਾ ਹੈ। ਤਾਂ ਜ਼ਿਆਦਾਤਰ ਪੰਜਾਬ ਦਾ ਜਿਹੜਾ ਯੂਥ ਹੈ ਉਹ ਪਹਿਲੀ ਕਿਸਮ ਦਾ ਹੈ, ਜਿਹੜਾ ਸਿਰਫ ਦੇਖ ਕੇ, ਕਿਸੇ ਨੂੰ ਸੁਣ ਕੇ, ਕਿ ਸਿਮਰਨਜੀਤ ਮਾਨ ਦੀ ਵੀਡੀਓ ਸੁਣ ਲਈ, ਬੱਬੂ ਮਾਨ ਨੇ ਕੀ ਬੋਲਿਆ ਉਹਨਾਂ ਦੀ ਵੀਡੀਓ ਸੁਣ ਲਈ, ਉੱਥੋਂ ਸੁਣ ਕੇ ਆਪਣੀ ਸਮਝ ਡਿਵੈਲਪ ਕਰਕੇ, ਕਿਸੇ ਕਲਾਕਾਰ ਨੇ ਆਪਣੇ ਗਾਣੇ ਦੇ ਵਿੱਚ ਕੀ ਬੋਲਤਾ, ਉੱਥੋਂ ਆਪਣੀ ਸਮਝ ਡਿਵੈਲਪ ਕਰਕੇ ਇੱਕ ਮੁੱਦੇ ਦੇ ਨਾਲ ਆਪਣੇ ਆਪ ਨੂੰ ਰਿਲੇਟ ਕਰ ਲੈਂਦਾ ਤੇ ਕੇਸਰੀ ਪਟਕੇ ਬੰਨ੍ਹ ਕੇ ਉਹ ਅੱਗੇ ਆ ਕੇ ਜਾਨ ਦੇਣ ਤੱਕ ਦੀ ਬਾਜੀ ਤੇ ਉਤਰ ਆਉਂਦੇ। ਸਿੱਖ ਸੈਂਟੀਮੈਂਟ ਜਾਂ ਖਾਲਿਸਤਾਨ ਜਿਹੜਾ ਸੈਂਟੀਮੈਂਟ ਹੈ, ਇਹ ਪੰਜਾਬ ਦੇ ਲੋਕਾਂ ਦਾ ਇੰਨਾ ਕੁ ਸੰਜੀਦਾ, ਗੰਭੀਰ, ਸੰਵੇਦਨਸ਼ੀਲ ਸੈਂਟੀਮੈਂਟ ਹੈ ਕਿ ਪੰਜਾਬ ਦਾ ਕੋਈ ਵੀ ਨੌਜਵਾਨ, ਚਾਹੇ ਉਸ ਕੋਲੇ ਜ਼ਮੀਨ ਹੋਵੇ ਚਾਹੇ ਨਾ ਹੋਵੇ, ਚਾਹੇ ਰੋਜ਼ਗਾਰ ਹੋਵੇ ਚਾਹੇ ਨਾ ਹੋਵੇ, ਚਾਹੇ ਕਿ ਉਹਦੇ ਘਰ ਦੇ ਵਿੱਚ ਸ਼ਾਮ ਨੂੰ ਖਾਣ ਦੇ ਦਾਣੇ ਤੱਕ ਨਾ ਹੋਣ, ਪਰ ਉਹ ਇਸ ਸੈਂਟੀਮੈਂਟ ਨਾਲ ਸਿੱਧਾ ਰਿਲੇਟ ਕਰਦਾ ਤੇ ਯਕਦਮ ਆਪਣਾ ਜਿਹੜਾ ਤੱਤ ਪੜੱਤ ਜਿਹੜਾ ਉਹਦਾ ਇੱਕ ਪ੍ਰਤੀਕਿਰਿਆ ਹੁੰਦੀ ਉਹ ਦਿੰਦਾ। ਮੈਨੂੰ ਇਹ ਲੱਗਦਾ। ਤੁਸੀਂ ਨਿੱਜੀ ਤੌਰ ਦੇ ਉੱਤੇ ਆਪਣੇ ਆਪ ਨੂੰ ਕਿਵੇਂ ਐਸੋਸੀਏਟ ਕਰਦੇ ਹੋ ਇਸ ਆਈਡੀਆ ਦੇ ਨਾਲ? ਮੈਂ ਛੋਟਾ ਜਵਾਬ ਚਾਹਾਂਗੀ ਕਿਉਂਕਿ ਮੈਂ ਬਾਕੀ ਗੈਸਟ ਵੱਲ ਜਾਣਾ, ਕਿ ਯੈਸ ਔਰ ਨੋ ਆ ਤੁਹਾਡੀ ਇਸ ਮੁੱਦੇ ਤੇ। ਦੇਖੋ, ਇਹ ਮੁੱਦਾ ਬਹੁਤ ਹੀ ਸੈਂਸਿਟਿਵ ਹੈ। ਯੈਸ ਔਰ ਨੋ ਦੇ ਵਿੱਚ ਚੀਜ਼ਾਂ ਕਦੇ ਵੀ ਆਬਜੈਕਟਿਵਿਟੀ ਦੇ ਵਿੱਚ ਨਹੀਂ ਹੁੰਦੀਆਂ। ਆਪਾਂ ਕੋਈ ਮਤਲਬ ਆਬਜੈਕਟਿਵਿਟੀ ਦੀ ਚੀਜ਼ਾਂ ਵਿੱਚ ਉਦੋਂ ਹੁੰਦੀਆਂ ਜਦੋਂ ਤੁਸੀਂ ਆਬਜੈਕਟਿਵ ਸਵਾਲ ਦਾ ਆਨਸਰ ਦੇਣਾ ਹੋਵੇ। ਤਾਂ ਇਹ ਹਮੇਸ਼ਾ ਇਹ ਲੋਕਾਂ ਦੇ ਸੈਂਟੀਮੈਂਟ ਨਾਲ ਜੁੜਿਆ ਹੋਇਆ ਮਸਲਾ ਹੈ, ਤਾਂ ਇਹਨੂੰ ਯੈਸ ਔਰ ਨੋ ਦੇ ਵਿੱਚ ਹਜੇ ਤੱਕ ਕਰਨਾ ਮਤਲਬ ਠੀਕ ਨਹੀਂ। ਠੀਕ ਹੈ ਜੀ, ਠੀਕ ਹੈ। ਮੈਂ ਇਹੀ ਚੀਜ਼ ਨੂੰ ਸਭ ਤੋਂ ਪਹਿਲਾਂ ਹੁਣ ਤੁਹਾਡੇ ਤੋਂ ਬਾਅਦ ਆਕਾਸ਼ ਕੋਲ ਲੈ ਕੇ ਜਾਂਦੀ ਹਾਂ ਕਿ ਆਕਾਸ਼, ਹਾਊ ਯੂ ਐਸੋਸੀਏਟ ਯੋਰਸੈਲਫ? ਕੀ ਮਾਨਤਾ ਤੁਹਾਡੇ ਮਨ ਦੇ ਵਿੱਚ ਖਾਲਿਸਤਾਨ ਦੀ? ਦੇਖੋ ਮੈਮ, ਜਿਵੇਂ ਇੱਕ ਇਸ਼ੂ ਹੈ, ਬਰਨਿੰਗ ਇਸ਼ੂ ਹੈ, ਨਾਲੇ ਪੰਜਾਬ ਦਾ ਕੋਈ ਯੂਥ ਆ, ਭਾਵੇਂ ਯੂਥ ਕਹਿ ਲਓ ਭਾਵੇਂ ਕਿਸੇ ਹੋਰ ਉਮਰ ਦਾ ਕੋਈ ਵਿਅਕਤੀ ਲਾ ਲਓ, ਉਹਨਾਂ ਨਾਲ ਇਹ ਮੁੱਦਾ ਜੁੜਿਆ ਹੋਇਆ, ਕਿਤੇ ਨਾ ਕਿਤੇ ਐਸੋਸੀਏਟਡ ਨੇ, ਕੋਈ ਇੱਕ ਸਿੰਪੈਥੀ ਰੱਖਦੇ ਇਸ ਇਸ਼ੂ ਦੇ ਨਾਲ। ਬਟ ਜੇ ਮੈਂ ਆਪਣੀ ਪਰਸਨਲੀ ਗੱਲ ਕਰਾਂ ਤਾਂ ਜੋ ਅੱਜ ਹਾਲਾਤ ਨੇ ਉਹਨਾਂ ਤੇ ਜ਼ਿਆਦਾ ਤਵੱਜੋ ਦੇਣ ਦੀ ਲੋੜ ਆ, ਰਾਦਰ ਦੈਨ ਆਪਾਂ ਖਾਲਿਸਤਾਨ ਦੇ ਬਾਰੇ ਗੱਲ ਕਰੀਏ, ਬਿਕੋਜ਼ ਇਟਸ, ਜੇ ਇਸ ਚੀਜ਼ ਨੂੰ ਆਪਾਂ ਪ੍ਰੈਕਟੀਕੈਲਿਟੀ ਨਾਲ ਲੈ ਕੇ ਵੀ ਚੱਲਦੇ ਹਾਂ, ਇਟਸ ਅ ਡਿਸਟੈਂਟ ਡ੍ਰੀਮ ਵੀ ਇਹ ਹੁਣ ਇਸ ਟਾਈਮ ਹੋ ਨਹੀਂ ਸਕਦਾ, ਇਹ ਵਜੂਦ ਦੇ ਵਿੱਚ ਇਹ ਚੀਜ਼ ਆ ਨਹੀਂ ਸਕਦੀ ਇਸ ਟਾਈਮ। ਸੰਘਰਸ਼ ਲੜਨਾ ਇੱਕ ਆਪਣੇ ਨੇਚਰ 'ਚ ਇੱਕ ਚੀਜ਼ ਆ, ਪੰਜਾਬ ਦੇ ਯੂਥ ਦੇ ਨੇਚਰ 'ਚ ਇੱਕ ਚੀਜ਼ ਆ ਬਾਗੀ ਹੋਣਾ, ਐਂਟੀ ਐਸਟੈਬਲਿਸ਼ਮੈਂਟ ਚੱਲਣਾ, ਐਂਟੀ ਗਵਰਨਮੈਂਟ ਚੱਲਣਾ। ਉਹ ਚੀਜ਼ਾਂ ਜ਼ਰੂਰ ਰਹਿਣਗੀਆਂ, ਹਮੇਸ਼ਾ ਰਹਿਣਗੀਆਂ, ਪਰ ਮੁੱਦਿਆਂ ਤੋਂ ਭੜਕਾ ਕੇ ਇੱਕ ਦੂਜੇ ਪਾਸੇ ਨਹੀਂ ਲੈ ਕੇ ਜਾਣਾ ਚਾਹੀਦਾ। ਜੋ ਅੱਜ ਸੰਵੇਦਨਸ਼ੀਲ ਮੁੱਦੇ ਹੈਗੇ ਆ ਪੰਜਾਬ ਦੇ ਵਿੱਚ, ਉਹਨਾਂ ਤੇ ਜ਼ਿਆਦਾ ਗੌਰ ਕਰਨ ਦੀ ਲੋੜ ਆ, ਰਾਦਰ ਦੈਨ ਗੋਇੰਗ ਫॉर ਖਾਲਿਸਤਾਨ। ਇੱਕ ਯੂਥ ਨੂੰ ਭੜਕਾਉਣ ਦਾ ਮੁੱਦਾ ਤੁਹਾਨੂੰ ਲੱਗਦਾ ਹੈ, ਹਨਾ? ਅਨਮੋਲ ਜੀ, ਮੈਂ ਇਸੇ ਸੇਮ ਸਵਾਲ ਦਾ ਜਵਾਬ ਤੁਹਾਡੇ ਤੋਂ ਲੈਣਾ ਚਾਹਾਂਗੀ ਕਿ ਹਾਊ ਯੂ ਸੀ ਦ ਆਈਡੀਆ ਆਫ ਖਾਲਿਸਤਾਨ? ਕੀ ਮੰਨਦੇ ਹੋ ਤੁਸੀਂ ਇਹਨੂੰ? ਮੈਂ ਲਖਵੀਰ ਸਿੰਘ ਜੀ ਦੀ ਗੱਲ ਨਾਲ ਬਹੁਤ ਸਹਿਮਤ ਹਾਂ। ਜਿਵੇਂ ਤੁਸੀਂ ਹਾਂ ਜਾਂ ਨਾ 'ਚ ਉਹਨਾਂ ਨੂੰ ਪੁੱਛਿਆ ਸੀ ਵੀ ਆਪਾਂ ਇਹਨੂੰ ਹਾਂ ਜਾਂ ਨਾ ਨਾਲ ਰਿਲੇਟ ਕਰੀਏ, ਇਹ ਇਹੋ ਜਿਹੀ ਭਾਵਨਾ ਹੈ, ਇਹਨੂੰ ਆਪਾਂ ਹਾਂ ਜਾਂ ਨਾ ਨਾਲ ਨਹੀਂ ਰੱਖ ਸਕਦੇ ਜੀ, ਕਿਉਂਕਿ ਜੋ ਆਪਣਾ ਇੱਕ ਸਿੱਖ ਸੈਂਟੀਮੈਂਟਸ ਹੈ, ਉਹਨਾਂ ਦੀਆਂ ਮਤਲਬ ਭਾਵਨਾਵਾਂ ਨੂੰ, ਫੀਲਿੰਗਸ ਨੂੰ, ਕਦਰ ਕਾਇਨਾਤ ਨੂੰ ਲੈ ਕੇ ਨਾਲ ਸਮਝਾ ਕੇ, ਤੇ ਇਸ ਦੇਸ਼ ਦਾ ਜੋ ਸਿਸਟਮ ਹੈ, ਆਪਾਂ ਕਿਉਂਕਿ ਇਸ ਕਨਸਟੀਟਿਊਸ਼ਨਲੀ ਆਧਾਰ 'ਚ ਰਹਿ ਰਹੇ ਹਾਂ, ਆਪਾਂ ਨੂੰ ਉਹ ਚੀਜ਼ ਨੂੰ ਫੋਲੋ ਅਪ ਕਰਕੇ ਆਪਣੀਆਂ ਸਿੱਖ ਸੈਂਟੀਮੈਂਟਸ ਦਾ ਧਿਆਨ ਰੱਖਣਾ ਮੇਰੇ ਹਿਸਾਬ ਨਾਲ ਇੱਕ ਉਹ ਆਪਾਂ ਕਹਿ ਸਕਦੇ ਹਾਂ ਵੀ ਇੱਕ ਸੋਲਿਊਸ਼ਨ ਹੈ। ਪਰ ਪੂਰਨ ਤੌਰ ਤੇ ਜੇ ਆਪਾਂ ਕਿਸੇ ਗੱਲ ਦਾ ਵੀ ਸਮਰਥਨ ਕਰੀਏ ਤਾਂ ਸ਼ਾਇਦ ਉਹ ਇਸ ਚੀਜ਼ ਨਾਲ ਆਪਾਂ ਉਹਨੂੰ ਅੱਗੇ ਨਹੀਂ ਲੈ ਕੇ ਜਾ ਸਕਦੇ, ਜੋ ਮੇਰੀ ਇੱਕ ਰਾਏ। ਤੁਸੀਂ ਸਿੱਖ ਸੈਂਟੀਮੈਂਟਸ ਦੀ ਗੱਲ ਲਖਵੀਰ ਸਿੰਘ ਨੇ ਵੀ ਕਹੀ ਔਰ ਅਨਮੋਲ ਜੀ ਨੇ ਵੀ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਅਗਰ ਆਪਾਂ ਸਿੱਖ ਸੈਂਟੀਮੈਂਟ ਦੇ ਮੁੱਦੇ ਨੂੰ ਰੱਖੀਏ ਤੇ ਖਾਲਿਸਤਾਨ ਨੂੰ ਰੱਖੀਏ, ਤਾਂ ਮੈਨੂੰ ਐਵੇਂ ਲੱਗਦਾ ਕਿ ਇਹ ਦੋਨੋਂ ਬਹੁਤ ਅਲੱਗ ਨੇ। ਖਾਲਿਸਤਾਨ ਇੱਕ ਉਹ ਡਿਸਟੈਂਟ ਡ੍ਰੀਮ, ਜੋ ਆਕਾਸ਼ਦੀਪ ਨੇ ਕਿਹਾ ਕਿ ਇੱਕ ਉਹ ਡਿਸਟੈਂਟ ਇਲੂਜ਼ਨ ਬਣਾ ਕੇ ਪੇਸ਼ ਕਰ ਦਿੱਤਾ ਗਿਆ, ਜਿਹਦੇ ਪਿੱਛੇ ਸਹਾਰਾ ਲਿਆ ਜਾਂਦਾ ਸਿੱਖ ਸੈਂਟੀਮੈਂਟਸ ਦਾ, ਪਰ ਅਸਲੀਅਤ ਦੇ ਵਿੱਚ ਇਹਦੇ ਚ there is ਖਾਲਿਸਤਾਨ has nothing to do with Sikh sentiments। ਮੈਂ ਚਾਹੁੰਦੀ ਲਖਵੀਰ ਸਿੰਘ ਜੀ ਤੁਸੀਂ ਇਸ ਗੱਲ ਨੂੰ ਅੱਗੇ ਤੋਰੋ। ਜੀ ਬਿਲਕੁਲ, ਗੱਲ ਬੜੀ ਆਪਣੇ ਆਪ ਰਸਤੇ ਦੇ ਉੱਪਰ ਬੜੇ ਆਰਾਮ ਨਾਲ ਆ ਰਹੀ ਹੈ, ਹਨਾ? ਤਾਂ ਇਹ ਠੀਕ ਗੱਲ ਹੈਗੀ ਹੈ ਕਿ ਜਿਹੜਾ ਸੈਂਟੀਮੈਂਟ ਆ ਉਹ ਬਹੁਤ ਜ਼ਿਆਦਾ ਹਾਈ, ਮਤਲਬ ਪੀਕ ਦਾ ਸੈਂਟੀਮੈਂਟ ਹੈ, ਬਹੁਤ ਜ਼ਿਆਦਾ ਉੱਚ ਪੱਧਰੀ ਸੈਂਟੀਮੈਂਟ ਆ ਉਹ ਹਰ ਇੱਕ ਇਨਸਾਨ ਦਾ, ਚਾਹੇ ਉਹ ਪੱਗ ਬੰਨੇ ਚਾਹੇ ਨਾ ਬੰਨੇ, ਦਾੜੀ ਰੱਖੇ ਨਾ ਰੱਖੇ,
ਬਹੁਤ ਮਤਲਬ ਕਮਾਲ ਦਾ ਸੈਂਟੀਮੈਂਟ ਹੈ, ਖੂਨ ਦੇ ਵਿੱਚ ਜਜ਼ਬਿਆ ਹੋਇਆ ਉਹ ਸੈਂਟੀਮੈਂਟ ਹੈ। ਬਟ ਜਿਹੜੀ ਖਾਲਿਸਤਾਨ ਦੀ ਪੋਲਿਟਿਕਸ ਹੈ, ਆਪਾਂ ਸਿੱਖ ਇੱਕ ਪੋਲਿਟਿਕਸ ਨਹੀਂ ਹੈਗੀ, ਸਿੱਖ ਇੱਕ ਵਿਚਾਰਧਾਰਾ ਦਾ ਟੋਟਲ ਇੱਕ ਭਗਤੀ ਮੂਵਮੈਂਟ ਤੋਂ ਲੈ ਕੇ ਇੱਕ ਵਿਚਾਰਧਾਰਾ ਸੀਗੀ। ਬਟ ਜਿਹੜੀ ਖਾਲਿਸਤਾਨ ਦੀ ਪੋਲਿਟਿਕਸ ਐਕਚੁਅਲੀ ਜੋ ਸਾਡੇ ਲੀਡਰਾਂ ਦਾ ਪਣਪਾਇਆ ਹੋਇਆ ਇੱਕ ਜਾਲ ਹੈਗਾ, ਇਲੂਜ਼ਨ ਹੈਗਾ, ਉਹਨਾਂ ਦੇ ਫਾਇਦੇ ਜਾਂ ਨੁਕਸਾਨ ਦਾ ਹੈਗਾ। ਤੁਸੀਂ ਦੇਖੋ ਜਿੰਨੀਆਂ ਵੀ ਮਤਲਬ ਖਾਲਿਸਤਾਨੀ ਮੂਵਮੈਂਟਸ ਹੁੰਦੀਆਂ, ਉਹਦੇ ਵਿੱਚੋਂ ਲੋਕ ਪੈਸਾ ਬੜਾ ਕਮਾਉਂਦੇ ਆ, ਬਾਹਰੋਂ ਫੰਡਸ ਆਉਂਦੇ ਆ, ਇਰੇਜ਼ ਹੁੰਦੇ ਆ, ਖਪਤ ਹੋ ਜਾਂਦੀ ਹੈ, ਇਹ ਚੀਜ਼ਾਂ ਹੈਗੀਆਂ। ਇਹ ਪੋਲੀਟੀਕਲ ਮੁੱਦਾ ਹੋ ਜਾਂਦਾ ਤੇ ਐਕਚੁਅਲੀ ਇਹ ਹੈ ਹੀ ਪੋਲਿਟਿਕਸ ਹੈ। ਇਹਦੇ ਵਿੱਚ ਸਿੱਖ ਸੈਂਟੀਮੈਂਟ ਨੂੰ ਯੂਜ਼ ਕੀਤਾ ਜਾਂਦਾ, ਸਿੱਖਾਂ ਦੀਆਂ ਭਾਵਨਾਵਾਂ ਨੂੰ ਛੋਟੇ ਹਾਂ, ਮੈਂ ਆਕਾਸ਼ ਨੂੰ ਵੀ ਵਿੱਚ ਲੈਣਾ ਚਾਹੁੰਦੀ। ਵੈਸੇ ਤੁਸੀਂ ਕੁਆਇਟ ਐਗਰੀਮੈਂਟ 'ਚ ਆ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਯੂਜ਼ ਕੀਤਾ ਜਾ ਰਿਹਾ ਇਸ ਖਾਲਿਸਤਾਨ ਦੇ ਮੁੱਦੇ ਦੇ ਪਿੱਛੇ। ਆਕਾਸ਼ਦੀਪ, ਕੀ ਇਹ ਸਿੱਖਾਂ ਦਾ, ਸਿੱਖ ਧਰਮ ਦੇ ਪਰਸਪੈਕਟਿਵ ਤੋਂ ਇਜ਼ ਇਟ ਰੀਅਲੀ ਅ ਕੰਸਰਨ ਜਿਹੜਾ ਖਾਲਿਸਤਾਨ ਦਾ ਨੈਰੇਟਿਵ, ਆਈਡੀਆ ਆਫ ਖਾਲਿਸਤਾਨ ਦਿੱਤਾ ਜਾਂਦਾ ਹੈ, ਜਿਹਦੇ ਵਿੱਚ ਆਪਣੀ 21ਵੀਂ ਸਦੀ ਦੀ ਪੀੜ੍ਹੀ ਵੀ ਉਲਝ ਚੁੱਕੀ ਹੈ? ਦੇਖੋ, ਜਿਵੇਂ ਜੋ ਕੁਛ ਅੱਜ ਤੱਕ ਸਿੱਖ ਕੌਮ ਦੇ ਸੰਘਰਸ਼ ਰਹੇ ਆ, ਭਾਵੇਂ ਤੁਸੀਂ ਖਾਲਸਾ ਰਾਜ ਦੇ ਟਾਈਮ ਤੋਂ ਲਾ ਦਿਓ, ਮੁਗਲਾਂ ਦਾ ਟਾਈਮ ਆਇਆ, 47 ਦੀ ਵੰਡ ਹੋਈ, 84 ਦਾ ਦੌਰ ਆਉਂਦਾ ਪੰਜਾਬ ਦੇ ਵਿੱਚ, ਤੇ ਬਿਲਕੁਲ ਉਸ ਚੀਜ਼ ਨੂੰ ਜਿਵੇਂ ਲਖਵੀਰ ਜੀ ਨੇ ਕਿਹਾ ਵੀ ਉਹ ਉਲਝਾਇਆ ਜਾਂਦਾ ਆਪਾਂ ਨੂੰ ਉਸ ਚੀਜ਼ ਦੇ ਵਿੱਚ। ਭਾਵੇਂ ਧਰਮ ਯੁੱਧ ਮੋਰਚਾ ਲਾ ਲਓ, ਉਸ ਟਾਈਮ ਦੇ ਵਿੱਚ ਜੋ ਜ਼ਿਆਦਤੀਆਂ ਹੋਈਆਂ ਲੋਕਾਂ ਦੇ ਨਾਲ, ਆਪਾਂ ਉਸ ਚੀਜ਼ ਨੂੰ ਅੰਡਰਮਾਈਨ ਨਹੀਂ ਕਰਦੇ। ਬਟ ਅਲਟੀਮੇਟਲੀ ਉਸ ਤੋਂ ਬਾਅਦ ਜਿਹੜਾ ਇੱਕ ਮੂਵਮੈਂਟ ਚੱਲਦਾ, ਭਾਵੇਂ ਕੋਈ ਆਰਗੇਨਾਈਜੇਸ਼ਨਸ ਨੇ, ਭਾਵੇਂ ਆਪਾਂ ਗੱਲ ਕਰੀਏ KLF ਦੀ, BKI ਦੀ, ਕੋਈ ਆਰਗੇਨਾਈਜੇਸ਼ਨਸ ਨੇ, ਜਾਂ ਕੋਈ ਓਵਰਸੀਜ਼ ਲੋਕ ਬੈਠੇ ਸੀਗੇ, ਬੀਡ ਗੰਗਾ ਸਿੰਘ ਢਿੱਲੋਂ, ਜਾਂ ਫਿਰ ਹੁਣ ਜਿਹੜੇ ਅੱਜ ਕੱਲ੍ਹ 6 ਫॉर ਜਸਟਿਸ ਨਾਲੇ ਜੁੜੇ ਹੋਏ ਨੇ ਪੰਨੂ, ਤੇ ਇਹ ਭੜਕਾਉਣ ਵਾਲੇ ਮੁੱਦੇ ਨੇ। ਇਹ ਅਸਲ ਦੇ ਵਿੱਚ ਆਪਾਂ ਇੱਕ ਟੈਂਡੈਂਸੀ ਆਪਣੇ ਸਿੱਖਾਂ ਦੇ ਵਿੱਚ ਕਿ ਜਦੋਂ ਇੱਕ ਇਹੋ ਜਿਹੀ ਗੱਲ ਕੀਤੀ ਜਾਂਦੀ ਹੈ, ਕੋਈ ਇਹੋ ਜਿਹਾ ਆਈਡੀਆ ਪਣਪ ਕੇ ਆਉਂਦਾ ਕਿ ਜਿੱਥੇ ਤੁਸੀਂ ਐਂਟੀ ਸਟੈਬਲਿਸ਼ਮੈਂਟ ਚੱਲਣਾ, ਤੁਸੀਂ ਰਿਬੈਲੀਅਸ ਰਹਿਣਾ, ਤਾਂ ਆਪਾਂ ਉਸ ਚੀਜ਼ ਤੋਂ ਪ੍ਰਭਾਵਿਤ ਬਹੁਤ ਹੁੰਦੇ ਆ। ਇਹ ਹੈ ਬਿਲਕੁਲ ਪੋਲਿਟਿਕਸ ਹੈ, ਕਿਉਂਕਿ ਜਿਹੜੇ ਲੋਕ ਐਡਵੋਕੇਟ ਕਰਦੇ ਨੇ ਵਿਦ ਦੀ ਆਈਡੀਆ ਆਫ ਖਾਲਿਸਤਾਨ, ਜੋ ਪੁਰਾਣੇ ਟਾਈਮ ਤੋਂ ਕਰਦੇ ਨੇ, ਉਹ ਨਾ ਤਾਂ ਜਨੇ ਐਕਟਿਵ ਨੇ, ਉਹ ਭਾਵੇਂ ਸਰਹੱਦ ਤੋਂ ਪਾਰ ਬੈਠੇ ਆ, ਕਿਤੇ ਹੋਰ ਬੈਠੇ ਨੇ, ਉਹ ਇੱਕ ਉਹਨੂੰ ਆਪਾਂ ਹੁਣ ਅੱਜ ਮੂਵਮੈਂਟ ਦਾ ਨਾਮ ਨਹੀਂ ਦੇ ਸਕਦੇ। ਉਹ ਇੱਕ ਵੈਸਟਡ ਇੰਟਰਸਟ ਨੇ ਉਹਨਾਂ ਦੇ, ਉਹਨਾਂ ਚੀਜ਼ਾਂ ਤੋਂ ਬਚਦੇ ਨੇ, ਏਜੰਸੀਜ਼ ਦੇ ਨਾਲ ਚੱਲਦੇ ਨੇ, ਏਜੰਸੀਜ਼ ਤੋਂ ਬਚਦੇ ਵੀ ਨੇ ਜਿਵੇਂ ਉਹਨਾਂ ਨੂੰ ਚੱਲਣਾ ਚਾਹੀਦਾ, ਜੋ ਕੁਝ ਉਹਨਾਂ ਨੂੰ ਠੀਕ ਲੱਗਦਾ ਇਸ ਮੁੱਦੇ ਤੇ। ਤੇ ਉਹ ਮੈਨੂੰ ਲੱਗਦਾ ਏਦਾਂ ਹੁੰਦਾ, ਤੇ ਕੋਈ ਸਿੱਖ ਸੈਂਟੀਮੈਂਟਸ ਨੂੰ ਨਾਲ ਉਹਨੂੰ ਜਾਣ ਕੇ ਜੋੜਿਆ ਜਾਂਦਾ ਤਾਂ ਕਿ ਇੱਕ ਪ੍ਰੋਬਲਮੈਟਿਕ ਸਿਚੁਏਸ਼ਨ ਆਵੇ, ਤਾਂ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਖਿੱਚ ਕੇ ਆਪਣੇ ਨਾਲ ਕੀਤਾ ਜਾ ਸਕੇ। ਅਨਮੋਲ, ਮੈਂ ਤੁਹਾਡੇ ਵੱਲ ਹੀ ਆਉਂਗੀ। ਆਕਾਸ਼ਦੀਪ ਨੇ ਬੜੀ ਵਧੀਆ ਗੱਲ ਸ਼ੁਰੂ ਕੀਤੀ ਹੈ ਕਿ ਬਾਹਰ ਬੈਠੀਆਂ ਤਾਕਤਾਂ ਹੀ ਨੇ ਜਿਹੜੀਆਂ ਪੰਜਾਬ ਦੇ ਵਿੱਚ ਇਸ ਖਾਲਿਸਤਾਨ ਦੇ ਨੈਰੇਟਿਵ ਨੂੰ ਚਲਾ ਰਹੀਆਂ ਨੇ। ਹੁਣ ਆਪਣੇ ਕੋਲ ਖਾਲਿਸਤਾਨ ਦੇ ਸਮਰਥਕ ਜਿਹੜੇ ਹੈਗੇ ਆ, ਉਹ ਹੈਗੇ ਨੇ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਖਾਲਿਸਤਾਨ ਦਾ ਨਾਮ ਵੀ ਨਹੀਂ ਲੈਣਾ ਚਾਹੁੰਦੇ ਹੈਗੇ। ਸਿਮਰਨਜੀਤ ਸਿੰਘ ਮਾਨ ਇੱਕ ਉਹ ਇਨਸਾਨ ਨੇ ਜਿਹੜੇ ਕਿਸੇ ਟਾਈਮ ਦੇ ਵਿੱਚ ਸਪੋਰਟਰ ਰਹੇ ਆ, ਪਰ ਉਹਨਾਂ ਦੇ ਮੂੰਹੋਂ ਤੁਸੀਂ ਲੇਟਲੀ ਜੇ ਕਦੀ ਖਾਲਿਸਤਾਨ ਦਾ ਨਾਮ ਸੁਣਿਆ ਹੋਵੇ ਤਾਂ ਮੈਨੂੰ ਦੱਸੋ। ਲੇਕਿਨ ਪਰ ਇੱਕ ਹਿਡਨ ਅਲਟੀਰੀਅਰ ਮੋਟਿਵ ਦੇ ਨਾਲ ਉਹ ਆਪਣਾ ਏਜੰਡਾ ਇੱਕ ਉਸੇ ਹੀ ਡਾਇਰੈਕਸ਼ਨ ਦੇ ਵਿੱਚ ਸਿੱਖਾਂ ਨੂੰ ਨਾਲ ਲੈ ਕੇ ਚਲਾ ਰਹੇ ਨੇ ਕਿ ਪੰਥ, ਸਿੱਖ ਪੰਥ। ਕੀ ਤੁਸੀਂ ਲਿਟਰਲੀ ਫੀਲ ਕਰਦੇ ਹੋ ਕਿ ਸਿੱਖਾਂ ਦੀ ਇੱਥੇ ਕੋਈ ਏਦਾਂ ਦੀ ਤਕਲੀਫਾਂ ਨੇ ਭਾਰਤ ਦੇ ਵਿੱਚ, ਕਿ ਬਹੁਤ ਜ਼ਿਆਦੀਆਂ ਤਕਲੀਫਾਂ ਨੇ, ਬਹੁਤ ਦੁਖੀ ਨੇ ਸਿੱਖ ਇੱਥੇ, ਤਾਂ ਕਰਕੇ ਬਾਹਰ ਬੈਠੀਆਂ ਤਾਕਤਾਂ ਜਿਹੜੀਆਂ ਆਪਾਂ ਨੂੰ ਯਾਦ ਕਰਾ ਰਹੀਆਂ ਨੇ, ਵਾਰ-ਵਾਰ ਰਿਮਾਈਂਡ ਕਰਾ ਰਹੀਆਂ ਨੇ ਕਿ ਤੁਸੀਂ ਵਿਕਟਿਮ ਆ, ਤੁਹਾਨੂੰ ਇੱਕ ਅਲੱਗ ਦੇਸ਼ ਦੀ ਲੋੜ ਹੈ, ਜਾਂ ਭਾਰਤ ਨੂੰ ਤੋੜਨ ਦੀਆਂ ਕੋਸ਼ਿਸ਼ਾਂ? ਤੁਸੀਂ ਇਹਨੂੰ ਕਿਵੇਂ ਦੇਖਦੇ ਹੋ, ਬਾਹਰਲੀਆਂ ਤਾਕਤਾਂ ਨੂੰ? ਮੈਮ, ਸਿੱਧੇ ਤੌਰ ਤੇ ਆਪਾਂ ਜੇ ਕਹੀਏ, ਕੋਈ ਵੀ ਆਪਣਾ ਸਿੱਖ ਇੱਧਰ ਹੈਗੇ, ਉਹ ਕਿਸੇ ਵੀ ਚੀਜ਼ ਦੇ ਪੀੜਤ ਨਹੀਂ ਗੇ। ਠੀਕ ਹੈ, ਜੋ ਚੀਜ਼ਾਂ ਹੋਈਆਂ ਸੀਗੀਆਂ ਉਹਨਾਂ ਦਾ ਇਨਸਾਫ ਚੱਲਦੇ ਜਾਂ ਕੋਈ ਬੰਦੀ ਸਿੰਘਾਂ ਦੀ ਜਾਂ ਕੋਈ ਵੀ ਚੀਜ਼ ਗੱਲ ਹੋਵੇ, ਉਹ ਕੌਨਸਟੀਟਿਊਸ਼ਨਲੀ ਤੌਰ ਤੇ ਉਹ ਚੀਜ਼ਾਂ ਦਾ ਇੱਕ ਸੋਲਿਊਸ਼ਨ ਹੋਣਾ ਚਾਹੀਦਾ। ਉਹ ਬੰਦੇ ਜ਼ਰੂਰ ਇਸ ਚੀਜ਼ ਨਾਲ ਜੁੜੇ ਆ। ਤੇ ਜੇ ਸਿਮਰਨਜੀਤ ਸਿੰਘ ਮਾਨ ਦੀ ਆਪਾਂ ਗੱਲ ਕਰੀਏ ਜੀ, ਜਿਵੇਂ ਬਾਈ ਨੇ, ਆਕਾਸ਼ਦੀਪ ਨੇ ਕਿਹਾ ਜੀ, ਬਰਨਿੰਗ ਇਸ਼ੂ ਹੈ ਇਸ ਟਾਈਮ। ਸਿਮਰਨਜੀਤ ਸਿੰਘ ਮਾਨ ਦਾ ਜਿੱਤਣਾ, ਜਿੱਥੋਂ ਤੱਕ ਅਵੇਅਰਨੈਸ ਹੈ ਨਹੀਂ, ਜਾਂ ਮਤਲਬ ਜਿੱਥੇ ਲੋਕਾਂ ਨੂੰ ਇਹ ਲੱਗਦਾ ਵੀ ਸ਼ਾਇਦ ਖਾਲਿਸਤਾਨੀ ਮੂਵਮੈਂਟ ਦੁਆਰਾ ਚੱਲ ਪਈ ਹੈ, ਪਰ ਮੇਰਾ ਇਹ ਮੰਨਣਾ ਹੈ, ਮਤਲਬ ਸਟੱਡੀ ਕੀਤੀ ਹੈ ਜੀ ਸੰਗਰੂਰ ਜੋ ਰਿਜ਼ਲਟ ਰਿਹਾ ਸੀਗਾ, ਵੀ ਲੋਕਾਂ ਦਾ ਆਪਸ਼ਨ ਸਿਮਰਨਜੀਤ ਸਿੰਘ ਮਾਨ ਨਹੀਂ ਸੀਗਾ ਜੀ। ਉਹ ਲੋਕਾਂ ਦਾ ਸਰਕਾਰ ਖਿਲਾਫ ਗੁੱਸਾ ਸੀਗਾ, ਲੋਕਾਂ ਦਾ ਸਰਕਾਰ ਖਿਲਾਫ ਗੁੱਸਾ ਸੀ। ਹੋਰਾਂ ਚਾਹੇ ਉਹ ਹੋਰ ਜਿੰਨੇ ਵੀ ਸੀਗੇ, ਉਹਨਾਂ ਨੂੰ ਐਕਸਪੀਰੀਅੰਸ ਕਰ ਚੁੱਕੇ ਸੀਗੇ, ਤੇ ਉਹ ਚਾਹੁੰਦੇ ਸੀ ਵੀ ਅਸੀਂ ਇੱਕ ਸਬਕ ਸਿਖਾਉਣਾ, ਇੱਕ ਸਬਕ ਦੇ ਨਾਲ ਉਹਨਾਂ ਨੂੰ ਇਹ ਆਪਸ਼ਨ 'ਚ ਲੈ ਕੇ
ਉਹਨਾਂ ਨੂੰ ਸਭ ਨਾਲ ਵਧੀਆ ਇੱਕ ਆਪਸ਼ਨ ਸਿਮਰਨਜੀਤ ਸਿੰਘ ਮਾਨ ਮਿਲੇ, ਕਿਉਂਕਿ ਉਸ ਟਾਈਮ ਜੋ ਸਿੱਖ ਜਥੇਬੰਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਾਂ ਜਿੰਨੀਆਂ ਬਾਦਲੀਆਂ ਜਿੰਨੇ ਵੀ ਜੁੜੇ ਆ, ਉਹ ਇੱਕ ਪੰਜਾਬ 'ਚ ਇਹੋ ਜਿਹੇ ਉਸ ਮੋੜ ਤੇ ਖੜੀਆਂ ਸੀ ਵੀ ਬਹੁਤ ਨੀਵੇਂ ਪੱਧਰ ਤੇ ਸੀ, ਤੇ ਲੋਕਾਂ ਨੇ ਇਹ ਚੀਜ਼ ਚੁਣੀ ਵੀ ਨਾਲੇ ਤਾਂ ਆਪਦਾ ਵਜੂਦ ਇੱਕ ਬਣਾਉਣ ਦੀ ਜੋ ਗੱਲ ਹੁੰਦੀ ਹੈ ਜੀ, ਤੇ ਇੱਕ ਸਰਕਾਰ ਖਿਲਾਫ ਜੋ ਗੁੱਸਾ ਹੈ, ਮੇਰਾ ਇਹ ਮੰਨਣਾ ਹੈ ਜੀ। ਤੇ ਕੋਈ ਹੋਰ ਰੈਲੇਵੈਂਟ ਕਾਰਨ ਜੇ ਕੋਈ ਖਾਲਿਸਤਾਨ, ਕਿਉਂਕਿ ਮੈਂ ਨਹੀਂ ਮੰਨਦਾ ਵੀ ਬਹੁਤ ਲੋਕ ਇਹ ਚਾਹੁੰਦੇ ਆ ਵੀ ਖਾਲਿਸਤਾਨ ਵੀ ਬਣੇ, ਠੀਕ ਹੈ, ਕੋਈ ਚੀਜ਼ਾਂ ਨਹੀਂ ਪੂਰੀਆਂ ਹੋ ਪਾਉਂਦੀਆਂ ਜਾਂ ਕੋਈ ਚੀਜ਼ਾਂ ਜਦੋਂ ਚੱਲਦੀਆਂ ਤੇ ਉਹ ਇੱਕ ਭਾਵਨਾ ਜੁੜੀ ਹੁੰਦੀ ਹੈ, ਪਰ ਕਿਸੇ ਦੀ ਸਿੱਧੇ ਤੌਰ ਤੇ ਇਹ ਚੀਜ਼ ਨਹੀਂ ਗੀ ਵੀ ਅਸੀਂ ਖਾਲਿਸਤਾਨ ਦੇ ਹੱਕ ਚ ਆਏ, ਮਤਲਬ ਉਹ ਚੀਜ਼ ਹੈ। ਰਾਈਟ। ਮੇਰਾ ਅਗਲਾ ਸਵਾਲ ਤੁਹਾਡੇ ਵੱਲ ਇਹ ਹੈ ਵੀ ਇੱਕ ਨਵਾਂ ਸਵਾਲ ਹੈ, ਉਹ ਹੈ ਕਿ ਲਖਵੀਰ ਸਿੰਘ ਜੀ, ਸਾਡੇ ਯੂਥ ਨੂੰ ਤੁਸੀਂ ਅਕਸਰ ਦੇਖਿਆ ਹੋਣਾ ਹੈ, ਹਿਮਾਚਲ ਦੇ ਵਿੱਚ, ਹਰਿਆਣਾ ਦੇ ਵਿੱਚ, ਪੰਜਾਬ 'ਚ ਕਈ ਥਾਵਾਂ ਤੇ ਕਾਲੀ ਸ਼ਾਹੀ ਦੇ ਨਾਲ ਕੰਧਾਂ ਦੇ ਉੱਤੇ ਖਾਲਿਸਤਾਨ ਲਿਖ ਕੇ ਸਾਡਾ ਯੂਥ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ। ਸਾਡੇ ਪੰਜਾਬ ਦੇ ਮੁੰਡੇ, ਤੁਹਾਡੇ ਵਰਗੇ ਮੁੰਡੇ, ਆਪਣੇ ਪਰਿਵਾਰਾਂ ਵਰਗੇ ਬੱਚੇ ਕੁਛ ਕੁ ਪੈਸਿਆਂ ਦਾ ਲਾਲਚ ਦੇ ਕੇ ਜੇਲ੍ਹਾਂ ਦੇ ਵਿੱਚ ਪਏ ਨੇ, ਰੈਡੀਕਲਾਈਜ਼ ਹੋ ਚੁੱਕੇ ਨੇ। ਹੁਣ ਇਹਦੇ ਵਿੱਚ ਆਪਾਂ ਕਿਵੇਂ ਸੋਚ ਸਕਦੇ ਹਾਂ ਕਿ ਇਹ ਸਿੱਖ ਸੈਂਟੀਮੈਂਟ ਹੈ, ਇਹਦੇ ਪਿੱਛੇ ਤਾਂ ਕੁਝ ਚੰਦ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ। ਇਟ ਹੈਜ਼ ਨਥਿੰਗ ਟੂ ਡੂ ਵਿਦ ਸੈਂਟੀਮੈਂਟਸ, ਸਿੱਖ ਸੈਂਟੀਮੈਂਟਸ ਜਾਂ ਧਰਮ। ਸੋ ਇਸ ਪ੍ਰੋਪਾਗੈਂਡਾ ਨੂੰ, ਜਿਹੜੇ ਅਨਪ੍ਰਿੰਸੀਪਲਡ ਪੋਲਿਟਿਕਸ ਦਾ ਪ੍ਰੋਪਾਗੈਂਡਾ ਚਲਾ ਰਹੇ ਆ, ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਸਾਡੇ ਪੰਜਾਬ ਦੇ ਨੌਜਵਾਨੀ ਦੇ ਨਾਲ ਜੋੜ ਕੇ? ਜੀ, ਐਵੇਂ ਦੀਆਂ ਚੀਜ਼ਾਂ ਜੇਕਰ ਹੋ ਰਹੀਆਂ ਤਾਂ ਬਹੁਤ ਗਲਤ ਹੈਗੀਆਂ। ਜਦੋਂ ਗੁਰੂ ਸਾਹਿਬ ਦਾ ਟਾਈਮ ਸੀਗਾ, ਸਰਵਾਈਵ ਕਰ ਰਹੇ ਸੀ ਉਹ ਆਪਣੇ 500 ਸਾਲਾਂ ਦੇ ਵਿੱਚ, ਤਾਂ ਉਦੋਂ ਵੀ ਸਿੱਖਾਂ ਦੇ ਵਿੱਚ ਹੀ ਕੁਝ ਸਿੱਖ ਵੀ ਅਜਿਹੇ ਹੁੰਦੇ ਸੀ ਜਿਹੜੇ ਵਿਰੋਧੀ ਧਿਰਾਂ ਦਾ ਸਾਥ ਦਿੰਦੇ ਸੀ। ਹਮੇਸ਼ਾ ਹੀ ਰਿਹਾ ਹੈ, ਇਨਸਾਨਾਂ ਦੀ ਫਿਤਰਤ ਹੈ। ਇਨਸਾਨ ਹਮੇਸ਼ਾ ਕਦੇ ਵੀ, ਮਤਲਬ ਸਮੂਹਿਕ ਚੇਤਨਾ ਬੋਲਦੇ ਆ ਇਹਨੂੰ, ਕਿ ਇੱਕ ਚੇਤਨਾ ਡਿਵੈਲਪ ਹੁੰਦੀ ਹੈ, ਪੂਰੇ ਸਮੂਹ ਦੀ ਚੇਤਨਾ ਹੋ ਜਾਂਦੀ ਹੈ। ਜਿਵੇਂ ਹੁਣ ਇਸ ਵਾਰ ਪੂਰੇ ਪੰਜਾਬ ਨੇ ਆਮ ਆਦਮੀ ਨੂੰ ਸੀਟਾਂ ਦਿੱਤੀਆਂ, ਹਨਾ, ਤਾਂ ਸਮੂਹਿਕ ਚੇਤਨਾ ਕਦੇ ਵੀ ਡਿਵੈਲਪ ਨਹੀਂ ਹੁੰਦੀ। ਜੇ ਡਿਵੈਲਪ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਫਿਰ ਵੀ ਕੁਝ ਅਜਿਹੇ ਆਨਸਰ ਰਹਿੰਦੇ ਆ ਜਿਹੜੇ ਨਾ ਉਧਰ ਦੇ ਹੁੰਦੇ ਆ ਨਾ ਉਧਰ ਦੇ ਹੁੰਦੇ ਆ। ਭੇਸ ਹੋਰ ਹੁੰਦਾ, ਕੰਮ ਹੋਰ ਹੁੰਦਾ, ਸਿਧਾਂਤ ਤੇ ਵਿਹਾਰ ਦੇ ਵਿੱਚ ਫਰਕ ਹੁੰਦਾ। ਕਈ ਵਾਰ ਤੁਹਾਡੇ ਥਿੰਕਰ ਹੁੰਦੇ ਆ, ਥਿੰਕ ਟੈਂਕ ਹੁੰਦੇ ਆ, ਸਾਨੂੰ ਲੱਗਦਾ ਬੜੇ ਅੱਛੇ ਸੁਲਝੇ ਹੋਏ ਇਨਸਾਨ ਹੈ, ਬਟ ਉਹਨਾਂ ਦੇ ਵਿਹਾਰ ਦੇ ਵਿੱਚ ਚੀਜ਼ਾਂ ਹੋਰ ਹੁੰਦੀਆਂ, ਸਿਧਾਂਤ ਉਹਨਾਂ ਦਾ ਕੁਝ ਹੋਰ ਕਹਿੰਦਾ। ਤਾਂ ਹਮੇਸ਼ਾ ਹੀ ਰਹੂਗਾ। ਮਤਲਬ ਇਸ ਚੀਜ਼ ਤੋਂ ਘਬਰਾਉਣ ਦੀ ਲੋੜ ਨਹੀਂ ਹੈਗੀ। ਜਦੋਂ ਜੰਗਾਂ ਲੜੀਆਂ ਜਾਂਦੀਆਂ ਉਦੋਂ ਵਿੱਚ ਸਾਡੇ ਗਦਾਰ ਵੀ ਰਹਿਣਗੇ, ਜਦੋਂ ਯੁੱਧ ਹੁੰਦੇ ਆ ਉਦੋਂ ਵੀ ਗਦਾਰ ਰਹੇ ਆ, ਹੁਣ ਵੀ ਰਹਿਣਗੇ, ਤਾਂ ਇਸ ਚੀਜ਼ ਤੋਂ ਘਬਰਾਉਣ ਦੀ ਲੋੜ ਨਹੀਂ ਹੁੰਦੀ। ਕੁਝ ਲੋਕ ਹਮੇਸ਼ਾ ਮਾਹੌਲ ਨੂੰ ਖਰਾਬ ਕਰਦੇ ਆਪਣੇ ਨਿੱਜੀ ਫਾਇਦਿਆਂ ਦੇ ਲਈ, ਤਾਂ ਉਹਨਾਂ ਦਾ ਮਕਸਦ ਸਿਰਫ ਇੰਨਾ ਕੀ ਹੁੰਦਾ। ਬਟ ਜਿਹੜੇ ਚੀਜ਼ਾਂ ਨੂੰ ਸੰਭਾਲਣ ਵਾਲੇ ਹੁੰਦੇ ਆ, ਉਹਨਾਂ ਦੇ ਵਿੱਚ ਬੁੱਧੀ ਵਿਵੇਕ ਹੋਣਾ ਚਾਹੀਦਾ ਕਿ ਉਹ ਚੀਜ਼ਾਂ ਨੂੰ ਸੰਭਾਲਣ। ਅਜਿਹੀਆਂ ਸ਼ਰਾਰਤਾਂ ਹਮੇਸ਼ਾ ਹੋਣੀਆਂ ਰਹਿਣ। ਤੁਹਾਨੂੰ ਖਾਲਿਸਤਾਨ ਦੇ ਆਈਡੀਆ ਪਿੱਛੇ ਕੋਈ ਬੁੱਧੀ ਵਿਵੇਕ ਨਜ਼ਰ ਆਉਂਦਾ? ਫਿਲਹਾਲ ਦੇਖੋ, ਕੋਈ ਬੁੱਧੀ ਵਿਵੇਕ ਨਹੀਂ ਹੈਗਾ। ਇਹ ਮੇਰਾ ਹਾਂ ਦੇ ਨਾਂ ਦੇ ਵਿੱਚ ਜਵਾਬ ਹੈਗਾ ਕਿ ਇਸ ਆਈਡੀ ਦੇ ਵਿੱਚ ਕੋਈ ਬੁੱਧੀ ਵਿਵੇਕ ਨਹੀਂ ਹੈਗਾ। ਜੇ ਖਾਲਿਸਤਾਨ ਦੇ ਆਈਡੀ ਦੇ ਵਿੱਚ ਬੁੱਧੀ ਵਿਵੇਕ ਹੋਵੇ ਤਾਂ ਅਸੀਂ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਸ਼ੁਰੂ ਕਰਾਂਗੇ, ਉਸ ਤੋਂ ਵੀ ਅੱਗੇ ਭਗਤੀ ਮੂਵਮੈਂਟ ਤੱਕ ਜਾਵਾਂਗੇ। ਭਗਤੀ ਮੂਵਮੈਂਟ ਦੇ ਵਿੱਚ ਕਿੰਨਾ ਪਿਆਰ ਹੈ, ਕਿੰਨਾ ਉਹ ਸਭ ਨੂੰ ਨਾਲ ਲੈ ਕੇ ਚੱਲਦੇ ਹੈ। ਭਗਤੀ ਮੂਵਮੈਂਟ ਦਾ ਤਾਂ ਸਾਰਾ ਜਿਹੜਾ ਔਰਾ ਹੈ ਉਹ ਸਾਰਾ ਪਿਆਰ ਦੇ ਸਿਰ ਤੇ ਖੜਾ ਹੈ। ਭਗਤੀ ਮੂਵਮੈਂਟ ਦਾ ਇੱਕ ਲਾਈਨ ਦੇ ਵਿੱਚ ਸਾਰ ਤੱਤ ਹੈਗਾ ਕਿ ਕੁਦਰਤ ਦੀਆਂ ਸਾਰੀਆਂ ਨਿਆਮਤਾਂ ਜਿਹੜੀਆਂ ਸਾਨੂੰ ਕੁਦਰਤ ਦਿੰਦੀ ਆ, ਅੰਬ, ਫੁੱਲ, ਪੇੜ, ਪੌਦੇ, ਸਾਰੀਆਂ ਨਿਆਮਤਾਂ ਸਭ ਦੇ ਲਈ ਨੇ, ਤਾਂ ਇਹਨਾਂ ਨੂੰ ਹਰ ਇੱਕ ਇਨਸਾਨ ਦਾ ਮਾਨਣ ਦਾ ਹੱਕ ਹੈ। ਬਟ ਅੱਜ ਉਵੇਂ ਨਹੀਂ ਹੋ ਰਿਹਾ। ਗੁਰੂ ਦਾ ਮੱਤ ਕਹਿੰਦਾ, ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੇ ਬਾਹਰਾ ਜੀਓ। ਤਾਂ ਅੱਜ ਸਾਡੇ ਉਵੇਂ ਨਹੀਂ ਹੋ ਰਿਹਾ। ਸਾਡੇ ਅੱਜ ਕੀ ਹੋ ਰਿਹਾ, ਪਿੰਡ ਦੇ ਵਿੱਚ ਅਲੱਗ-ਅਲੱਗ ਜਾਤਾਂ ਦੇ ਨਾਮ ਤੇ ਗੁਰਦੁਆਰੇ ਹੈ, ਲੋਕਾਂ ਦੇ ਅਲੱਗ-ਅਲੱਗ ਜਾਤਾਂ ਦੇ ਸਿਵੇ ਹੈ, ਹਨਾ। ਤਾਂ ਤੁਸੀਂ ਕਿਵੇਂ ਲੈ ਕੇ ਆਓਗੇ ਕਿਸੇ ਨੂੰ ਵਿਸ਼ਵਾਸ ਦੇ ਵਿੱਚ? ਸਿੱਖੀ ਦਾ ਸਿਧਾਂਤ ਹੈ, ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜਿਹੜਾ ਮਤਲਬ ਸਿਧਾਂਤ ਹੈ, ਉਹ ਜੋੜਦਾ ਹੈ, ਤੋੜਦਾ ਨਹੀਂ ਹੈਗਾ। ਜੀ। ਗੁਰੂ ਗੋਬਿੰਦ ਸਿੰਘ ਜੀ ਦੀ ਸੈਨਾ ਦੇ ਵਿੱਚ ਮੁਸਲਿਮ ਸੈਨਾਪਤੀ ਸੀਗੇ, ਮੁਸਲਿਮ ਸੈਨਾ ਕੰਮ ਕਰਦੀ ਸੀ ਉਹਨਾਂ ਦੇ ਵਾਸਤੇ। ਤਾਂ ਬਹੁਤ ਵੱਡਾ ਸਿਧਾਂਤ ਹੈ ਇਹ, ਇੰਨਾ ਛੋਟਾ ਸਿਧਾਂਤ ਨਹੀਂ ਹੈਗਾ। ਬਾਕੀ ਜਿਹੜੀ ਹਾਂ ਦੇ ਨਾਂ ਦੇ ਵਿੱਚ ਜਵਾਬ, ਮੇਰਾ ਇਸ ਵਾਰ ਨਾਂ ਦੇ ਵਿੱਚ ਜਵਾਬ ਇਹ ਹੈਗਾ ਕਿ ਦੇਸ਼ ਕੋਈ ਮਿੱਟੀ ਦਾ ਟੁਕੜਾ ਜਾਂ ਜ਼ਮੀਨ ਦਾ ਟੁਕੜਾ ਦੇਸ਼ ਨਹੀਂ ਹੁੰਦਾ। ਦੇਸ਼ ਹਮੇਸ਼ਾ ਲੋਕ ਹੁੰਦੇ। ਜੇ ਤੁਸੀਂ ਆਪਣੇ ਲੋਕਾਂ ਦੇ ਨਹੀਂ, ਅਸੀਂ ਮਿੱਟੀ ਦਾ ਟੁਕੜਾ ਕੀ ਕਰਨਾ? ਸਾਨੂੰ ਸਾਡੇ ਲੋਕ ਚਾਹੀਦੇ, ਸਾਨੂੰ ਸਾਡੇ ਲੋਕ ਮੁਬਾਰਕ। ਜੀ। ਮੈਂ ਆਕਾਸ਼ ਵੱਲ ਹੁਣ ਇਹੀ ਗੱਲ ਨੂੰ ਲੈ ਕੇ ਜਾਵਾਂਗੀ ਜੋ ਸਵਾਲ ਮੈਂ ਲਖਵੀਰ ਜੀ ਨੂੰ ਵੀ ਕੀਤਾ ਸੀਗਾ ਕਿ
ਵਿਰਕ ਸਾਹਿਬ, ਇਹ ਜਿਹੜੇ ਬੱਚਿਆਂ ਨੂੰ, ਪੰਜਾਬੀ ਨੌਜਵਾਨਾਂ ਨੂੰ ਰੈਡੀਕਲਾਈਜ਼ ਕੀਤਾ ਜਾਂਦਾ, ਮੈਂ ਇੱਥੇ ਮਾਨਸਿਕਤਾ ਨੂੰ ਸਮਝਣਾ ਚਾਹੁੰਦੀ ਹਾਂ ਤੁਹਾਡੇ ਥਰੂ, ਕਿ ਉਹ ਕਿਹੜੀ ਸਾਡੀ ਨੌਜਵਾਨੀ ਹੈ ਜਿਹੜੀ ਚੱਕਦੀ ਹੈ ਕੋਈ ਪੇਂਟ ਦਾ ਡੱਬਾ ਤੇ ਜਾ ਕੇ ਹਿਮਾਚਲ ਔਰ ਹਰਿਆਣਾ ਦੇ ਵਿੱਚ ਖਾਲਿਸਤਾਨ ਲਿਖ ਕੇ ਆ ਜਾਣਾ। ਇਹ ਕਿਸ ਏਜੰਡਾ ਦਾ ਹਿੱਸਾ ਹੈ? ਇਹ ਸਾਡੀ ਨੌਜਵਾਨੀ ਦੀ ਸੋਚ ਕੀ ਹੈ? ਦੋਨਾਂ ਸਵਾਲਾਂ ਦੇ ਜਵਾਬ ਤੁਸੀਂ ਦਿਓਗੇ। ਦੇਖੋ ਜੀ, ਮੈਨੂੰ ਜੋ ਲੱਗਦਾ ਕਿ ਇੱਕ ਆਪਣੀ ਟੈਂਡੈਂਸੀ ਹੈ, ਆਪਾਂ ਇਨਫਲੂਐਂਸ ਹੁੰਦੇ ਹਾਂ ਚੀਜ਼ਾਂ ਤੋਂ। ਆਪਾਂ ਉਹਨੂੰ ਤਰਕ ਨਾਲ, ਰੈਸ਼ਨੈਲਿਟੀ ਨਾਲ ਨਹੀਂ ਦੇਖਦੇ ਕਈਆਂ ਚੀਜ਼ਾਂ ਨੂੰ। ਹੁਣ ਜਿਵੇਂ ਆਪਾਂ ਐਗਜ਼ਾਮਪਲ ਲਈਏ ਤਾਂ ਜਿਹੜੇ ਕੋਈ ਬੰਦੂਕ ਚੱਕੀ ਖਾੜਕੂ ਤੋਂ ਜਿਹੜੇ ਰਹੇ ਨੇ, ਖਾੜਕੂ ਰਹੇ ਨੇ, ਉਹਨਾਂ ਦੀ ਕਿਸੇ ਇਮੇਜ ਤੋਂ ਆਪਾਂ ਜ਼ਿਆਦਾ ਇਨਫਲੂਐਂਸ ਹੁੰਦੇ ਆ। ਪਰ ਜੇ ਆਪਾਂ ਕਿਤੇ ਪੁੱਛ ਕੇ ਵੇਖੀਏ ਤਾਂ ਜਸਵੰਤ ਸਿੰਘ ਖਾਲੜਾ ਵਰਗਿਆਂ ਤੋਂ ਕੋਈ ਜ਼ਿਆਦਾ ਇਨਫਲੂਐਂਸ ਨਹੀਂ ਹੋਊਗਾ। ਲੋਕਾਂ ਨੂੰ ਉਹਨਾਂ ਦਾ ਪਤਾ ਨਹੀਂ। ਇੱਕ ਜਿਹੜਾ ਕਲਟ ਬਣਾ ਦਿੱਤਾ ਜਾਂਦਾ ਹੈ ਕਿ ਬੰਦੂਕ ਹੋਵੇ, ਰੈਵੋਲੂਸ਼ਨ ਹੋਵੇ, ਇਹ ਚੀਜ਼ਾਂ ਹੋਣ, ਉਸ ਆਈਡੀਏ ਵੱਲ ਨੂੰ ਲੋਕ ਜ਼ਿਆਦਾ ਜਾਂਦੇ ਆ। ਉਹ ਰੈਸ਼ਨੈਲਿਟੀ ਨਾਲ ਨਹੀਂ ਦੇਖਦੇ। ਤੇ ਜਦੋਂ ਨਾਲੇ ਹੁਣ ਜਿਸ ਹਿਸਾਬ ਨਾਲ ਅਨਐਮਪਲੋਇਮੈਂਟ ਹੈ, ਜੋ ਪੋਵਰਟੀ ਵਗੈਰਾ ਹੈਗੀ ਹੈ, ਤੇ ਜੇ ਕਿਸੇ ਨੂੰ ਚੰਦ ਪੈਸਿਆਂ ਦਾ ਲਾਲਚ ਦੇ ਕੇ ਕਿਸੇ ਤੋਂ ਇਹ ਕੰਮ ਕਰਾਇਆ ਜਾਂਦਾ ਤਾਂ ਉਹਦੇ 'ਚ ਆਪਾਂ ਇਹ ਨਹੀਂ ਐਕਸਪੈਕਟ ਕਰਦੇ ਕਿ ਉਹ ਕੋਈ ਰੈਸ਼ਨਲ ਸਮਰਥਕ ਹੋਊਗਾ ਕਿਸੇ ਆਈਡੀਆ ਦਾ। ਜੇ ਅੱਜ ਖਾਲਿਸਤਾਨ ਦਾ ਆਈਡੀਆ ਤਾਂ ਜਿਸ ਮੁੰਡੇ ਨੇ ਜਾ ਕੇ ਕਾਲੀ ਸਿਆਹੀ ਨਾਲ ਕਿਤੇ ਨਾਲ ਲਿਖ ਦਿੱਤਾ, ਏਦਾਂ ਕੁਝ ਕਰ ਦਿੱਤਾ, ਉਹ ਕੋਈ ਉਹਨੂੰ ਉਹਦੇ ਤੋਂ ਆਪਾਂ ਇਹ ਨਹੀਂ ਐਕਸਪੈਕਟ ਕਰ ਸਕਦੇ ਕਿ ਉਹ ਤਰਕ ਨਾਲ, ਇੱਕ ਰੈਸ਼ਨੈਲਿਟੀ ਨਾਲ ਅੱਗੇ ਚੱਲ ਕੇ ਜਾਂ ਕੋਈ ਇਸ ਚੀਜ਼ ਦੇ ਬਾਰੇ ਜਸਟੀਫਿਕੇਸ਼ਨ ਦੇ ਸਕਦਾ। ਉਹਨਾਂ ਨੂੰ ਜੇ ਕੋਈ ਹਿਸਟੋਰੀਕਲ ਬੈਕਗ੍ਰਾਉਂਡ ਵੀ ਪੁੱਛੀ ਜਾਵੇ ਮੂਵਮੈਂਟ ਦੀ ਤਾਂ ਉਹਨਾਂ ਨੂੰ ਨਹੀਂ ਪਤਾ ਹੋਣੀ। ਆਪਾਂ ਇਨਫਲੂਐਂਸ ਹੁੰਨੇ ਆ, ਕਲਟ ਤੋਂ ਇਨਫਲੂਐਂਸ ਹੁੰਨੇ ਆ, ਆਪਾਂ ਖਾੜਕੂਆਂ ਤੋਂ ਇਨਫਲੂਐਂਸ ਹੋ ਰਹੇ ਆ, ਠੀਕ ਹੈ। ਆਪਾਂ ਪਾਬਲੋ ਐਸਕੋਬਾਰ ਤੋਂ ਵੀ ਉਵੇਂ ਇਨਫਲੂਐਂਸ ਹੁੰਦਾ ਅੱਜ ਦਾ ਯੂਥ ਪੰਜਾਬ ਦੇ ਵਿੱਚ, ਕਿ ਜੋ ਇੱਕ ਉਹ ਕਲਟ ਬਣਾ ਦਿੱਤੀ ਜਾਂਦੀ ਹੈ ਕਿ ਹਾਂਜੀ ਐਂਟੀ ਐਸਟੈਬਲਿਸ਼ਮੈਂਟ ਚੱਲੇ, ਬਾਗੀ ਰਹੇ, ਸਰਕਾਰ ਦੇ ਖਿਲਾਫ ਚੱਲੇ, ਤਾਂ ਉਹ ਇੱਕ ਆਪਣੇ ਖੂਨ 'ਚ ਹੀ ਹੈ ਕਿ ਹਮੇਸ਼ਾ ਤੋਂ ਬਾਗੀ ਰਹੇ, ਐਂਟੀ ਐਸਟੈਬਲਿਸ਼ਮੈਂਟ ਰਹੇ। ਇਹ ਪਾਬਲੋ ਐਸਕੋਬਾਰ ਵਾਲੀ ਤੁਹਾਡੀ ਐਗਜ਼ਾਮਪਲ ਸਹੀ ਸੀ ਕਿ ਸਾਡੇ ਤਾਂ ਆਪਾਂ ਜਿਹੜਾ ਇਨਸਾਨੀ ਦਿਮਾਗ ਹੈ ਉਹ ਕਲਟ ਦੇ ਪਿੱਛੇ ਭੱਜਦਾ। ਔਰ ਆਪਾਂ ਤਾਂ ਪਾਬਲੋ ਐਸਕੋਬਾਰ ਨੂੰ ਵੀ ਦੇਖਿਆ ਨੈਟਫਲਿਕਸ ਤੇ, ਪੂਰੀ ਦੀ ਪੂਰੀ ਸੀਰੀਜ਼ ਸਾਡੇ ਪੰਜਾਬੀਆਂ ਨੇ ਦੇਖੀ ਹੋਏਗੀ ਕਿ ਕੌਣ ਸੀ ਪਾਬਲੋ ਐਸਕੋਬਾਰ। ਤੁਸੀਂ ਪੰਜਾਬੀ ਦੇ ਵਿੱਚ ਵੀ ਉਹਦਾ ਕੰਟੈਂਟ ਅਵੇਲੇਬਲ ਹੈ, ਚਾਹੇ ਆਪਣਾ ਸਿੱਖੀ ਦਾ ਕੰਟੈਂਟ ਜਾਂ ਆਪਣੇ ਹੋਰ ਜਿਹੜੇ ਇਤਿਹਾਸਿਕ ਪ੍ਰਪੱਖ ਨੇ ਉਹ ਪੰਜਾਬੀ ਦੇ ਵਿੱਚ ਅਵੇਲੇਬਲ ਨਹੀਂ ਹੈ। ਪਰ ਪਾਬਲੋ ਐਸਕੋਬਾਰ ਦੀ ਹਿਸਟਰੀ ਪੰਜਾਬੀ 'ਚ ਹੈ। ਪਲੱਸ ਪੰਜਾਬ ਦਾ ਯੂਥ ਤਾਂ ਲਾਰੈਂਸ ਬਿਸ਼ਨੋਈ ਤੋਂ ਵੀ ਬਹੁਤ ਪ੍ਰਭਾਵਿਤ ਰਿਹਾ। ਉਹਦੇ ਕਿੰਨੇ ਫੈਨ ਪੇਜ ਬਣੇ ਹੋਏ ਸੀ ਔਰ ਕਿੰਨਾ ਉਹਦੇ ਨਾਲ ਯੂਥ ਨੂੰ ਅਟਰੈਕਸ਼ਨ ਸੀਗੀ। ਅਨਮੋਲ ਜੀ, ਮੈਂ ਤੁਹਾਡੇ ਵੱਲ ਆਵਾਂਗੀ ਹੁਣ। ਵੈਸੇ ਆਕਾਸ਼ਦੀਪ ਨੇ ਬਹੁਤ ਪ੍ਰੈਕਟੀਕੈਲਿਟੀ ਤੇ ਲੈ ਆਂਦਾ ਇਸ ਟੌਪਿਕ ਨੂੰ ਕਿ ਆਪਾਂ ਤਾਂ ਪਾਬਲੋ ਐਸਕੋਬਾਰ ਤੋਂ ਵੀ ਇਨਫਲੂਐਂਸਡ ਹੋ ਜਾਂਦੇ ਹਾਂ। ਤੁਸੀਂ ਕੀ ਦੇਖਦੇ ਹੋ ਕਿ ਜਿਹੜੀ ਆਪਣੀ ਨੌਜਵਾਨੀ ਹੈ ਇਹਦੀ ਇਕਨੋਮਿਕ ਹਾਲਤ ਮਾੜੀ ਹੈ? ਇਹ ਵੀ ਇੱਕ ਕਾਰਨ ਹੈ ਕਿ ਬਾਹਰ ਬੈਠੀਆਂ ਤਾਕਤਾਂ ਇੱਕ ਫੇਕ ਜਿਹਾ ਨੈਰੇਟਿਵ ਜਿਹੜਾ ਖਾਲਿਸਤਾਨ ਦਾ, ਜਿਹੜਾ ਇਟਸ ਨਾਟ ਪ੍ਰੈਕਟੀਕਲ, ਜਿਹਦੀ ਰੈਸ਼ਨੈਲਿਟੀ ਵੀ ਪਿੱਛੇ ਨਹੀਂ ਆ, ਸਿਰਫ ਇਸ ਕਰਕੇ ਸਾਡੀ ਨੌਜਵਾਨੀ ਨੂੰ ਵਰਤ ਰਹੀ ਹੈ ਕਿਉਂਕਿ ਸਾਡੀ ਨੌਜਵਾਨੀ ਕੋਲ ਰੋਜ਼ਗਾਰ ਨਹੀਂ ਆ, ਕੋਈ ਵਧੀਆ ਓਪਰਚੁਨਿਟੀਜ਼ ਨਹੀਂ ਹੈ, ਇਸ ਕਰਕੇ ਉਹ 5-10 ਹਜ਼ਾਰ ਦੇ ਲਾਲਚ ਦੇ ਵਿੱਚ ਆ ਜਾਂਦੇ ਔਰ ਉਹ ਪੈਸੇ ਉਹਨਾਂ ਨੂੰ ਮਿਲਦੇ ਵੀ ਨਹੀਂ ਹੈ। ਮੈਂ ਇਹ ਕਹਿਣਾ ਚਾਹੁੰਦਾ ਵੀ ਪੰਜਾਬ ਨੇ ਜੋ ਵੀ ਕੁਝ ਹੋਇਆ ਜੀ, ਉਹ ਪੰਜਾਬ ਨੇ ਸਾਰਾ ਆਪਦੇ ਪਿੰਡੇ ਤੇ ਹੰਢਾਇਆ ਜੀ। ਚਾਹੇ ਉਹ ਵੇਲੇ ਦੀ ਵੰਡ ਸੀ, ਹੋਰ ਸੀ, ਤੇ 47 ਤੋਂ ਲੈ ਕੇ ਆਪਾਂ ਵੇਖਾਂਗੇ ਬਹੁਤ ਸਾਰੇ ਬਜ਼ੁਰਗ ਹਜੇ ਵੀ ਹੈ ਜਿਹੜੇ ਆਪਣੇ ਵਿੱਚ ਹੈਗੇ ਆ, ਜਿਨ੍ਹਾਂ ਨੇ ਉਸ ਟਾਈਮ ਬਹੁਤ ਨੇੜਿਓਂ ਵੇਖੀਆਂ ਜੀ। ਉਸ ਨੇੜਿਓਂ ਦੇ ਕਾਰਨ ਉਹ ਭਾਵਨਾਵਾਂ ਜੀ ਹਜੇ ਵੀ ਗਾਂਹ ਮਤਲਬ ਚੱਲਦੀ ਆਉਂਦੀ ਹੈ ਵੀ ਹਜੇ ਇਹ ਇਕੱਲਾ ਫਾਈਨੈਂਸ਼ੀਅਲੀ ਬੰਦੇ ਨੂੰ ਇਨਫਲੂਐਂਸ ਨਹੀਂ ਕਰਦਾ ਇਸ ਕੰਮ ਕਰਨ ਵਾਸਤੇ। ਉਹ ਚੀਜ਼ਾਂ ਵੀ ਨਾਲ ਜੁੜਦੀਆਂ, ਉਹ ਚੀਜ਼ਾਂ ਵੀ ਬੰਦੇ ਨਾਲ ਜੁੜਦੀਆਂ। ਫਿਰ ਫਾਈਨੈਂਸ਼ੀਅਲੀ ਮੈਂ ਬਹੁਤ ਵੱਡਾ ਮੈਟਰ ਹੋ ਜਾਂਦਾ, ਕਿਉਂਕਿ ਬਾਹਰ ਬੈਠ ਕੇ ਜੋ ਤਾਕਤਾਂ ਚਲਾ ਰਹੀਆਂ ਕਰ ਰਹੀਆਂ ਉਹਨਾਂ ਦਾ ਕੀ ਗੇਨ ਹੈ, ਕਿਉਂਕਿ ਉਹ ਇੱਕ ਫਾਈਨੈਂਸ਼ੀਅਲੀ ਸਪੇਸ, ਪੋਲੀਟੀਕਲ ਸਪੇਸ, ਹਰ ਚੀਜ਼ ਨੂੰ ਚਾਹੁੰਦੀਆਂ ਵੀ ਕਿਸੇ ਨਾ ਕਿਸੇ ਤਰ੍ਹਾਂ ਯਾਦਾ ਕਰ ਸਕੀਏ। ਉਹ ਯੂਥ ਹੈ ਮੈਮ, ਯੂਥ ਦੀ ਉਹ ਇਹੋ ਜਿਹੇ ਬੰਦਿਆਂ ਨੂੰ ਟਾਰਗੇਟ ਕਰਦੇ ਆ ਜੋ ਇੱਕ ਇਹੋ ਜਿਹੀ ਸਿਚੁਏਸ਼ਨ 'ਚ ਹੁੰਦੇ ਆ ਜਿਨ੍ਹਾਂ ਨੂੰ ਆਪਦੀ ਡਾਇਰੈਕਸ਼ਨ ਦਾ ਗਾ ਨਤੀਜਾ ਕਈ ਵਾਰੀ ਨਹੀਂ ਪਤਾ ਹੁੰਦਾ। ਸੋ ਉਹ ਚੀਜ਼ ਨੂੰ ਨਾਲ ਲੈ ਕੇ ਚੱਲਦੇ ਆ ਤੇ ਫਿਰ ਉਹ ਬੰਦਾ ਭਾਵਨਾਵਾਂ 'ਚ ਬਹਿ ਕੇ ਫਾਈਨੈਂਸ਼ੀਅਲੀ ਵੀ ਉਹ ਚੀਜ਼ ਨੂੰ ਨਾਲ ਲੈ ਕੇ ਫਿਰ ਉਹ ਸੋਚਦਾ ਹੈ, ਉਹ ਕਰ ਬਹਿੰਦਾ। ਪਰ ਮੇਰੇ ਹਿਸਾਬ ਨਾਲ ਉਸ ਨੂੰ ਉਸ ਨਤੀਜੇ ਦਾ ਨਾ ਪਤਾ ਹੋਣ ਕਰਕੇ ਇਹ ਬਹੁਤ ਵੱਡਾ ਨੁਕਸਾਨ ਹੁੰਦਾ। ਡਾਇਰੈਕਸ਼ਨ ਇਹ ਬਹੁਤ ਵੱਡੀ ਚੀਜ਼ ਹੈ ਜੋ ਮਤਲਬ ਇੱਕ ਉਹ ਤੇ ਲੈ ਆਉਂਦੀ ਹੈ, ਇੱਕ ਮਾੜੇ ਦੌਰ ਤੇ ਲੈ ਆਉਂਦੀ ਹੈ। ਇਸੇ ਕਰਕੇ 18 ਸਾਲ 19 ਸਾਲ ਦੇ ਬੱਚੇ ਵੀ ਜੇਲ੍ਹਾਂ 'ਚ ਬੈਠੇ ਨੇ ਔਰ ਉਹਨਾਂ ਦੀ ਕੋਈ ਵੀ ਆਪਣੇ ਕੋਲ ਸਰਟੈਨਟੀ ਨਹੀਂ ਹੈ ਕਿ ਉਹ ਕਦੋਂ ਬਾਹਰ ਨਿਕਲਣਗੇ। ਉਹਨਾਂ ਦਾ ਕ੍ਰਾਈਮ ਕੀ ਹੈ ਕਿ ਸਿਰਫ ਉਹਨਾਂ ਨੇ ਕਿਸੇ ਬੁੱਤ ਦੇ ਉੱਤੇ, ਕਿਸੇ ਕੰਧ ਦੇ ਉੱਤੇ ਖਾਲਿਸਤਾਨ ਲਿਖਿਆ।
ਖਾਲਿਸਤਾਨ ਲਿਖਣ ਦਾ ਮਾੜਾ ਨਹੀਂ ਹੈ, ਖੈਰ ਉਹ ਆਪਣੀ ਸੁਪਰੀਮ ਕੋਰਟ ਵੀ ਕਲੀਅਰ ਕਰ ਚੁੱਕੀ ਆ ਵੀ ਲਿਖ ਸਕਦੇ ਆ, ਜਾਂ ਇਹਦਾ ਨਾਰਾ ਲਾਉਣਾ ਮਾੜੀ ਗੱਲ ਨਹੀਂ ਹੈ। ਪਰ ਦਾ ਪੁਆਇੰਟ ਇੱਥੇ ਆ ਕੇ ਦੁੱਖ ਇੱਥੇ ਲੱਗਦਾ ਜਦੋਂ ਸਾਡੀ ਨੌਜਵਾਨੀ ਆਪਣਾ ਕਰੀਅਰ ਖਰਾਬ ਕਰ ਲੈਂਦੀ ਆ, ਪਰਿਵਾਰ ਖਰਾਬ ਹੋ ਜਾਂਦੇ ਨੇ, ਉਹਨਾਂ ਦੀ ਜਵਾਨੀ ਜਿਹੜੀ ਉਹ એનર્ਜੀ ਸਾਨੂੰ ਚਾਹੀਦੀ ਸੀ ਪੰਜਾਬ ਨੂੰ ਬਿਹਤਰ ਬਣਾਉਣ ਲਈ, ਉਹ ਜੇਲ੍ਹਾਂ ਦੇ ਵਿੱਚ ਰੁਲਦੇ ਨੇ, ਔਰ ਉਹੀ ਬਾਅਦ ਵਿੱਚ ਹੋਰ ਜ਼ਿਆਦਾ ਰੈਡੀਕਲਾਈਜ਼ ਹੁੰਦੇ ਨੇ। ਮੈਂ ਲਖਵੀਰ ਸਿੰਘ ਤੋਂ ਦੁਬਾਰਾ ਮੈਂ ਇੱਕ ਤੁਹਾਡੇ ਤਿੰਨਾਂ ਤੋਂ ਇੱਕ ਇਸ ਚੀਜ਼ ਨੂੰ ਲੈ ਕੇ ਆਉਣਾ ਚਾਹੁੰਦੀ ਹਾਂ, ਕਿਉਂਕਿ ਮੈਂ ਇਸ ਵਿਚਾਰ ਨੂੰ ਇੱਥੇ ਪਰਪੱਕ ਤੌਰ ਤੇ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਕੀ ਸੋਚਦੇ ਹੋ ਕਿ ਖਾਲਿਸਤਾਨ ਦੇ ਪਿੱਛੇ ਧਰਮ ਦਾ ਸਹਾਰਾ ਲਿਆ ਜਾ ਰਿਹਾ, ਇਹਦੇ ਪਿਛਲੀ ਕੋਈ ਰੈਸ਼ਨੈਲਿਟੀ ਨਹੀਂ ਹੈ। ਸਾਡੀ ਸਿੱਖੀ ਨੂੰ, ਕਿਉਂਕਿ ਤੁਸੀਂ ਵੀ ਸਿੱਖੀ ਨੂੰ ਜਾਣਦੇ ਆ, ਸਿੱਖ ਪਰਿਵਾਰਾਂ ਦੇ ਆ, ਆਪਾਂ ਇੱਕ ਉਹ ਸਿੱਖ ਆ ਜਿਹੜੇ 21st ਸੈਂਚੁਰੀ ਦੀ ਮਾਡਰਨਿਟੀ ਦੇ ਵਿੱਚ ਆਪਣੇ ਆਪ ਨੂੰ ਅੱਗੇ ਅਗਾਂਹ ਲੈ ਕੇ ਜਾਣ ਦੇ ਸੁਪਨੇ ਵੇਖ ਰਹੇ ਆ। ਆਪਾਂ ਆਪਣਾ ਦੇਸ਼ ਛੱਡ ਕੇ ਕੈਨੇਡਾ ਅਮਰੀਕਾ ਏਦਾਂ ਨਹੀਂ ਵਸਣਾ ਚਾਹੁੰਦੇ ਕਿ ਆਪਾਂ ਕਹਿ ਦਈਏ ਕਿ ਪੰਜਾਬ 'ਚ ਤਾਂ ਕੁਝ ਵੀ ਨਹੀਂ ਰਿਹਾ, ਚਲੋ ਕੈਨੇਡਾ, ਚਲੋ ਅਮਰੀਕਾ, ਹੈ ਨਾ। ਆਪਾਂ ਇੱਥੇ ਰਹਿ ਕੇ ਸਟਰਗਲ ਕਰਕੇ ਵੀ ਵਾਂਟ ਟੂ ਇੰਪਰੂਵ ਦ ਸਿਚੁਏਸ਼ਨ। ਪਰ ਅਸੀਂ ਤਾਂ ਸਿੱਖੀ 'ਚ ਕਦੇ ਵੀ ਨਹੀਂ ਪੜ੍ਹਿਆ ਕਿ ਸਿੱਖੀ ਜਿਹੜੀ ਆ, ਜਾਂ ਜਿਹੜੇ ਸਿੱਖ ਸਿਧਾਂਤ ਨੇ, ਉਹ ਕਹਿੰਦੇ ਨੇ ਸਿੱਖਾਂ ਦਾ ਇੱਕ ਅਲੱਗ ਧਰਤੀ ਹੋਣੀ ਚਾਹੀਦੀ ਹੈ। ਸਿੱਖ ਸਿਧਾਂਤਾਂ ਦਾ ਖਾਲਿਸਤਾਨ ਦੇ ਨਾਲ ਕੁਝ ਲੈਣਾ ਦੇਣਾ ਨਹੀਂ ਹੈ। ਮੈਂ ਇਸ ਚੀਜ਼ ਤੋਂ ਤੁਹਾਡੇ ਵਿਚਾਰ ਜਾਣਨਾ ਚਾਹੁੰਦੀ ਹਾਂ। ਮੈਂ ਲਖਵੀਰ ਸਿੰਘ ਤੋਂ ਸ਼ੁਰੂ ਕਰਾਂਗੀ। ਦੇਖੋ, ਜਦੋਂ ਕੋਈ ਵਿਚਾਰਧਾਰਾ ਪਣਪਦੀ ਹੈ ਹਨਾ, ਤਾਂ ਸਿੱਖੀ ਇੱਕ ਪਹਿਲਾਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੇ ਗਏ, ਉਹ ਇੱਕ ਆਈਡੀਏ ਸੀਗੇ, ਉਹਨਾਂ ਨੇ ਆਈਡੀਏ ਕਲੈਕਟ ਕੀਤੇ, ਆਈਡੀਏ ਨੂੰ ਵਾਸ਼ ਕੀਤਾ, ਉਹਨੂੰ ਮਤਲਬ ਬਹੁਤ ਚੰਗੇ ਤਰੀਕੇ ਨਾਲ ਸਾਰਥਕ ਲੋਕਾਂ ਆਈ। ਅਸਲ ਦੇ ਵਿੱਚ ਇੱਕ ਲਾਈਨ ਦੇ ਵਿੱਚ ਵੀ ਖਤਮ ਕੀਤਾ ਜਾ ਸਕਦਾ ਕਿ ਸਿੱਖੀ ਦਾ ਜਿਹੜਾ ਆਈਡੀਆ ਉਹ ਲੋਕ ਹਿੱਤ ਦਾ ਆਈਡੀਆ ਹੈ, ਕਿ ਇਸ ਆਈਡੀਆ ਨਾਲ ਲੋਕਾਂ ਦਾ ਭਲਾ ਹੋਏਗਾ। ਠੀਕ ਹੈ। ਉਸ ਤੋਂ ਬਾਅਦ ਜੰਗਾਂ ਤੱਕ ਆ ਜਾਂਦੇ ਹਾਂ ਅਸੀਂ, ਹਨਾ। 5ਵੇਂ ਗੁਰੂ ਦੀ ਸ਼ਹੀਦੀ ਹੁੰਦੀ ਆ, ਫਿਰ 9ਵੇਂ ਗੁਰੂ ਦੀ ਸ਼ਹੀਦੀ ਹੁੰਦੀ ਆ, ਫਿਰ ਅਸੀਂ ਯੁੱਧ ਤੱਕ ਪਹੁੰਚਦੇ ਹਾਂ। ਤਾਂ ਜਿਹੜਾ ਉਹ ਆਈਡੀਆ ਰਿਫਾਈਨ ਹੁੰਦਾ ਇੱਥੋਂ ਤੱਕ ਆ ਜਾਂਦਾ ਕਿ ਜਦ ਤੱਕ ਤੁਹਾਡੀ ਗਰਦਨ ਦੇ ਉੱਪਰ ਕੋਈ ਤਲਵਾਰ ਲਟਕਾ ਰਿਹਾ ਤਾਂ ਤੁਹਾਨੂੰ ਵੀ ਤਲਵਾਰ ਚੱਕਣੀ ਪਏਗੀ। ਸ਼ਾਂਤੀ ਕਰਨ ਦੇ ਲਈ ਕਈ ਵਾਰੀ ਵੀ ਤਲਵਾਰ ਚੱਕਣੀ ਪੈਂਦੀ। ਪਰ ਕੌਣ ਲਟਕਾ ਰਿਹਾ ਸਿੱਖਾਂ ਦੇ ਉੱਤੇ? ਕੌਣ ਲਟਕਾ ਰਿਹਾ ਤਲਵਾਰ? ਆਈ ਥਿੰਕ ਠੀਕ ਹੈ, 47 ਦੀ ਵੰਡ ਹੋਈ, ਇਤਿਹਾਸ ਦੀ ਗੱਲ ਕਰ ਰਿਹਾ। ਜਦੋਂ ਮੁਗਲ ਪੀਰੀਅਡ ਦੇ ਵਿੱਚ ਐਵੇਂ ਦਾ ਹੁੰਦਾ ਤਾਂ ਉਹ ਮਤਲਬ ਗੁਰੂ ਸਾਹਿਬ 10ਵੇਂ ਗੁਰੂ ਨਾਨਕ ਦੇਵ ਜੀ ਨੇ ਵੀ ਬਾਬਰ ਬਾਰੇ ਬਹੁਤ ਮਾੜੀ ਸ਼ਬਦਾਵਲੀ ਵਰਤ ਕੇ ਲਿਖਿਆ, ਮਾੜੀ ਸ਼ਬਦਾਵਲੀ ਲਿਖੀ ਸੀ। ਜੀ ਤਾਂ ਉਹ ਤਲਵਾਰ ਚੱਕਦੇ ਆ। ਬਟ ਹੁਣ ਸਿਚੁਏਸ਼ਨ ਉਹ ਨਹੀਂ ਰਹੀ ਹੈਗੀ। ਹੁਣ ਸਥਿਤੀਆਂ ਪ੍ਰਸਥਿਤੀਆਂ ਉਹ ਨਹੀਂ ਹੈਗੀਆਂ। ਹੁਣ ਹੈਗੀਆਂ ਕਿ ਸਿੱਖਾਂ ਦੀ ਜਿਹੜੀ ਪੋਲਿਟਿਕਸ ਆ ਉਹ ਬਹੁਤ ਸੁਲਝੀ ਹੋਈ ਇੰਟਰਨੈਸ਼ਨਲ ਦੀ ਪੋਲਿਟਿਕਸ ਹੋਣੀ ਚਾਹੀਦੀ ਆ, ਕਿਉਂਕਿ ਜਿਹੜਾ ਸਿੱਖ ਸੰਵਿਧਾਨ ਆ, ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਸੰਵਿਧਾਨ ਵੀ ਕਿਹਾ ਜਾ ਸਕਦਾ, ਉਹ ਐਡੀ ਕੁ ਪਿਆਰੀ ਚੀਜ਼ ਹੈ, ਉਹ ਇੰਨਾ ਕੁ ਸਤਿਕਾਰੇ ਜਾਣ ਵਾਲੀ ਚੀਜ਼ ਹੈ ਕਿ ਉਸ ਦਾ ਜਿਹੜਾ ਸਿਧਾਂਤ ਹੈਗਾ ਉਹ ਵਰਲਡ ਵਾਈਡ ਵੀ ਲਾਗੂ ਕੀਤਾ ਜਾ ਸਕਦਾ। ਕਿ ਇੱਕ ਲਾਈਨ ਦੇ ਵਿੱਚ ਗੁਰੂ ਸਾਹਿਬ ਗੱਲ ਖਤਮ ਕਰ ਦਿੰਦੇ ਆ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਕਰਨ ਵਾਲਾ ਕਦੇ ਵੀ ਅੱਡ ਲੈਂਡ ਨਹੀਂ ਮੰਗੂਗਾ, ਉਹਨੂੰ ਸਭ ਨੂੰ ਉਹ ਸਰਹੱਦਾਂ ਮਿਟਾਊਗਾ, ਉਹ ਨਹੀਂ ਪਾਊਗਾ, ਹੱਦਾਂ ਸਰਹੱਦਾਂ ਬਣਾਊਗਾ ਨਹੀਂ, ਉਹ ਮਿਟਾਊਗਾ। ਤਾਂ ਸਾਨੂੰ ਮਿਟਾਉਣ ਦੀ ਗੱਲ ਕਰਨੀ ਚਾਹੀਦੀ ਆ। ਸਾਨੂੰ ਆਪਣੇ ਆਪ ਨੂੰ ਅੱਗੇ ਲੈ ਕੇ ਜਾਣ ਦੀ, ਪੰਜਾਬੀਆਂ ਨੂੰ ਕੀ ਕਰਨਾ ਚਾਹੀਦਾ ਸੀਗਾ ਕਿ ਉਹ ਹਰਿਆਣੇ ਦੇ ਵਿੱਚ ਆਪਣੇ ਆਪ ਨੂੰ ਤਿਆਰ ਰੱਖਦੇ, ਉੱਥੇ ਉਹਨਾਂ ਦੀ ਜਿਹੜੀਆਂ ਜਗ੍ਹਾਵਾਂ ਹੈਗੀਆਂ ਉੱਥੇ ਆਪਣਾ ਆਈਡੀਆ ਲੈ ਕੇ ਜਾਂਦੇ। ਅਸੀਂ ਸੁੰਗੜ ਰਹੇ ਹਾਂ ਸਾਡੇ ਧਰਮ ਨੂੰ। ਤਾਂ ਐਕਚੁਅਲੀ SGPC ਦੇ ਉੱਪਰ ਵੀ ਧਰਮ ਦੀ ਪੋਲਿਟਿਕਸ ਦੇ ਉੱਪਰ ਰਾਜਨੀਤੀ ਭਾਰੂ ਹੋ ਚੁੱਕੀ ਹੈ। ਧਰਮ ਫੈਲਣੇ ਵਾਲੀ ਚੀਜ਼ ਸੀਗਾ, ਸਿੱਖ ਧਰਮ ਫੈਲਣੇ ਵਾਲੀ ਚੀਜ਼ ਆ, ਦੁਨੀਆ ਦਾ ਸਭ ਤੋਂ ਨਿਵੇਕਲਾ ਧਰਮ ਆ, ਬਟ ਇਹਨੂੰ ਰਾਜਨੀਤੀ ਨੇ ਸੁੰਗੜ ਕੇ ਇਕੱਠਾ ਕਰਤਾ। ਪੰਜਾਬ ਵੀ ਛੋਟਾ ਜਿਹਾ ਰਹਿ ਗਿਆ, ਹਨਾ। ਸਾਡੇ ਕੋਲ ਪੰਜਾਬ ਬਹੁਤ ਛੋਟਾ ਬੱਚਾ, ਸਾਨੂੰ ਫੈਲਣਾ ਚਾਹੀਦਾ ਸੀ, ਅਸੀਂ ਸੁੰਗੜ ਰਹੇ ਹਾਂ। ਅਸੀਂ ਇਕੱਠੇ ਹੋ ਰਹੇ ਹਾਂ ਆਪਣੇ ਆਪ ਦੇ ਵਿੱਚ, ਗੁਰਦੁਆਰੇ ਅਲੱਗ ਕਰ ਲਏ, ਅਸੀਂ ਲੜਾਈਆਂ ਕਰ ਰਹੇ ਹਾਂ, ਅਸੀਂ ਕਿਸੇ ਦਾ ਸਾਥ ਨਹੀਂ ਦੇਣਾ ਚਾਹੁੰਦੇ, ਹਨਾ। ਵੱਡੇ ਮਸਲਿਆਂ ਤੇ ਅਸੀਂ ਇੰਟਰਨੈਸ਼ਨਲ ਮਸਲਿਆਂ ਤੇ ਬੋਲ ਦਿੰਦੇ ਹਾਂ ਕਿ ਯੂਕਰੇਨ ਦੇ ਵਿੱਚ ਆਹ ਹੋ ਰਿਹਾ, ਪਰ ਸਾਡੇ ਘਰ ਦੇ ਵਿੱਚ ਲੜਾਈ ਬਹੁਤ ਹੈਗੀ, ਅਸੀਂ ਉੱਥੇ ਸੁਧਾਰ ਕੀਤੇ। ਬਿਲਕੁਲ ਸਹੀ, ਬਿਲਕੁਲ ਸਹੀ। ਸਾਨੂੰ ਗੁਰੂ ਨਾਨਕ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਗੁਰੂ 10ਵੇਂ ਪਾਤਸ਼ਾਹ ਤੱਕ ਸਾਨੂੰ ਪਹੁੰਚ ਕੇ ਤਲਵਾਰ ਵਾਲਾ ਮਸਲਾ ਵੀ ਹੱਥ ਰੱਖਣਾ ਚਾਹੀਦਾ ਤੇ ਸਾਨੂੰ ਫੈਲਣਾ ਚਾਹੀਦਾ, ਨਾ ਕਿ ਸੁੰਗੜਨਾ ਚਾਹੀਦਾ। ਜੀ। ਆਕਾਸ਼, ਕਿਵੇਂ ਦੇਖਦੇ ਹੋ ਇਸੇ ਚੀਜ਼ ਨੂੰ ਕਿ ਖਾਲਿਸਤਾਨ ਦੇ ਪਿੱਛੇ? ਕਿਉਂਕਿ ਮੈਂ ਇਸ ਚੀਜ਼ ਨੂੰ ਪਰਪੱਕ ਤੌਰ ਤੇ ਮੰਨਦੀ ਹਾਂ, ਕਿਉਂਕਿ ਜਿੰਨੀ ਰਿਸਰਚ ਆਪਾਂ ਦੇਖੀਏ ਤਾਂ ਆਪਣੀ ਸਿੱਖੀ ਫਲਸਫਾ ਕਿਤੇ ਵੀ ਖਾਲਿਸਤਾਨ ਵਰਗਾ, ਜਾਂ ਜੋ ਲਖਵੀਰ ਜੀ ਨੇ ਬਹੁਤ ਸਹੀ ਪੁਆਇੰਟ ਚੱਕਿਆ ਕਿ ਸੁੰਗੜਨ ਦੀ ਗੱਲ ਨਹੀਂ ਕਰਦਾ, ਇਹ ਤਾਂ ਯੂਨੀਵਰਸਲ ਇੱਕ ਫੈਲਣ ਵਾਲੇ ਫਲਸਫਾ ਆ ਜਿਹਦੀ ਆਪਾਂ ਨੂੰ ਹਿਊਮਨ ਰਾਈਟਸ ਨੂੰ ਵੀ ਬਚਾਉਣ ਦੇ ਲਈ ਔਰ ਸਹੀ ਮਾਇਨਿਆਂ 'ਚ ਲੋਕਤੰਤਰ ਲਈ ਵੀ ਜ਼ਰੂਰਤ ਹੈਗੀ ਹੈ। ਕਿੱਥੇ ਆਪਣੇ ਦੇਸ਼ ਦੇ ਵਿੱਚ ਇੱਕ ਪਾਸੇ ਰਿਲੀਜੀਅਸ ਫਨੈਟਿਸਿਜ਼ਮ ਹੈਗਾ, ਕੁਛ ਕੁ ਜ਼ਿਆਦਾ ਹੀ ਫਾਰ ਰਾਈਟ ਵਿੰਗ ਨੂੰ ਮੂਵ ਹੋ ਰਹੀ ਹੈ ਆਪਣੀ ਰਾਜਨੀਤੀ, ਤਾਂ ਉੱਥੇ ਸਿੱਖੀ ਸਿਧਾਂਤਾਂ ਦੀ ਆਪਾਂ ਨੂੰ ਬਹੁਤ ਲੋੜ ਹੈ। ਆਕਾਸ਼, ਪਰ ਆਪਣੀ ਤੁਸੀਂ ਦੇਖੋ, ਆਇਰਨੀ ਦੇਖੋ, ਕੋਈ ਜਾਣੇ ਤਾਂ ਜਿਵੇਂ ਲਖਵੀਰ ਜੀ ਨੇ ਕਿਹਾ ਕਿ ਸਰਬੱਤ ਦਾ ਭਲਾ ਬਾਬੇ ਨਾਨਕ ਦਾ ਮੈਸੇਜ ਬਣੋ, ਪਰ ਉਸ ਮੈਸੇਜ ਨੂੰ ਇਗਨੋਰ ਕਰਕੇ ਆਪਣੇ ਜਿਹੜੇ ਖਾਲਿਸਤਾਨੀ ਸਮਰਥਕ ਜਿਹੜੇ ਸੋ ਕਾਲਡ ਹੈਗੇ ਆ, ਐਲੀਜਿਡਲੀ ਮੈਂ ਕਹੂੰਗੀ, ਅਖੌਤੀ ਨੇ, ਉਹ
ਉਹ ਇਸ ਚੀਜ਼ ਨੂੰ ਇਗਨੋਰ ਕਰਕੇ ਕਿਹੜੀ ਲਾਈਨ ਦਾ ਸਹਾਰਾ ਲੈਂਦੇ ਆ ਵੀ ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਉਹ ਬਲ ਸੇ ਲੈ ਹੈ। ਇਸ ਚੀਜ਼ ਤੋਂ ਵੀ ਸਾਡੀ ਜਿਹੜੀ ਨੌਜਵਾਨੀ ਉਹ 'ਚ ਉਹ ਜਿਹੜੇ ਤੁਸੀਂ ਪੁਆਇੰਟ ਪਹਿਲਾਂ ਰੇਜ਼ ਕੀਤਾ ਸੀ ਕਿ ਅਣਖ, ਉਹ ਅਣਖ ਜਗਾ ਜਾਂਦੇ ਆ ਇਸ ਗੱਲ ਤੋਂ। ਤੁਸੀਂ ਇਸ ਗੱਲ ਨੂੰ ਕੰਟੀਨਿਊ ਕਰੋ, ਕੀ ਵਿਚਾਰ ਨੇ ਤੁਹਾਡੇ? ਦੇਖੋ, ਜਿਵੇਂ ਲਖਵੀਰ ਜੀ ਨੇ ਗੱਲ ਦੱਸੀ, ਜੋ ਗੁਰਬਾਣੀ ਦੇ ਵਿੱਚ ਜੋ ਚੀਜ਼ਾਂ ਲਿਖੀਆਂ ਹੋਈਆਂ ਉਹਨਾਂ ਨੂੰ ਅੱਜ ਅੱਗੇ ਲੈ ਕੇ ਨਹੀਂ ਆਉਂਦੇਗੇ, ਭਾਵੇਂ ਜਿਹੜੇ ਆਈਡੀਆ ਨੂੰ ਪ੍ਰੋਪੋਗੇਟ ਕਰਦੇ ਨੇ, ਇਹਨਾਂ ਚੀਜ਼ਾਂ ਵੱਲ ਤੋਰਦੇ ਨੇ, ਉਹਨਾਂ ਨੇ ਉਹ ਚੀਜ਼ ਅੱਗੇ ਲੈ ਕੇ ਨਹੀਂ ਆਉਣੀ। ਜਿਵੇਂ ਲਖਵੀਰ ਜੀ ਨੇ ਬਹੁਤ ਚੰਗੀ ਤਰ੍ਹਾਂ ਦੱਸਿਆ ਵੀ ਸਰਹੱਦਾਂ ਮਿਟਾਉਣ ਵਾਲਾ ਕੰਮ ਆ, ਬਣਾਉਣ ਵਾਲਾ ਨਹੀਂ। ਤੇ ਉਹ ਉਸ ਚੀਜ਼ ਨੂੰ ਪ੍ਰੋਪੋਗੇਟ ਨਹੀਂ ਕਰਨਗੇ, ਉਹ ਗੁਰਬਾਣੀ ਨੂੰ ਪ੍ਰੋਪੋਗੇਟ ਨਹੀਂ ਕਰਨਗੇ। ਉਹ ਪ੍ਰੋਪੋਗੇਟ ਕਿਹੜੀਆਂ ਚੀਜ਼ਾਂ ਨੂੰ ਕਰਨਗੇ ਕਿ ਅਸੀਂ ਦਿੱਲੀ ਫਤਿਹ ਕੀਤੀ ਸੀ, ਬਾਬਾ ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ ਸੀ, ਆਪਣੇ ਨਾਲ 47 ਹੋਈ, ਆਪਾਂ ਖਾੜਕੂ ਰਹੇ ਹਾਂ, ਆਪਾਂ ਬਾਗੀ ਰਹੇ ਹਾਂ। ਬਸ ਆਪਣਾ ਇੱਕ ਆਈਡੀਆ ਜਸਟੀਫਾਈ ਕਰਨ ਲਈ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਜਿਹੜਾ ਇੱਕ ਸਹਾਰਾ ਲੈਣਾ ਹੁੰਦਾ ਆਪਣੀ ਰੀਜ਼ਨ ਨੂੰ ਜਸਟੀਫਾਈ ਕਰਨ ਲਈ, ਉਹ ਹਿਸਟਰੀ ਦੇ ਇਹਨਾਂ ਇਵੈਂਟਸ ਨੂੰ ਲਿਆ ਜਾਂਦਾ ਕਿ ਐਦਾਂ ਕੀਤਾ ਗਿਆ, ਐਦਾਂ ਕੀਤਾ ਗਿਆ। 10ਵੇਂ ਪਾਤਸ਼ਾਹ ਤੋਂ ਪਹਿਲਾਂ ਦੀ ਗੱਲ ਉਹ ਨਹੀਂ ਕਰਦੇ, ਜੋ ਪਹਿਲਾਂ ਚੀਜ਼ਾਂ ਰਹੀਆਂ ਉਹਨਾਂ ਚੀਜ਼ਾਂ ਬਾਰੇ ਗੱਲ ਨਹੀਂ ਕਰਦੇ। ਉਹ ਕੁਝ ਹਿਸਟੋਰੀਕਲ ਇਵੈਂਟਸ ਬਾਰੇ ਹੀ ਗੱਲ ਕਰਨਗੇ। ਫਿਰ ਅਲਟੀਮੇਟਲੀ 84 ਤੇ ਆਉਂਦੇ ਆ ਕਿ ਕਿਵੇਂ ਪੰਜਾਬ ਦਾ ਯੂਥ, ਪੰਜਾਬ ਦੇ ਉਦੋਂ ਦੇ ਲੋਕ ਕਿਵੇਂ ਐਸਟੈਬਲਿਸ਼ਮੈਂਟ ਦੇ ਅਗੇਂਸਟ ਰਹੇ ਸੀਗੇ। ਇਹਨਾਂ ਕਾਰਨਾਂ ਕਰਕੇ ਆਪਾਂ ਅੱਜ ਬੰਦੇ ਹੋਏ ਆ, ਆਪਾਂ ਇੱਕ ਪਿੰਜਰੇ 'ਚ ਪੰਛੀ ਵਾਂਗੂ ਆ। ਇਹ ਚੀਜ਼ਾਂ ਉਹ ਪ੍ਰੋਪੋਗੇਟ ਕਰਦੇ ਨੇ, ਉਹ ਜਸਟੀਫਾਈ ਕਰਦੇ ਨੇ ਆਪਣੇ ਐਕਸਕਿਊਜ਼ਸ ਦੇ ਨਾਲ ਕਿ ਐਦਾਂ ਹਿਸਟਰੀ ਦੇ ਵਿੱਚ ਇਵੈਂਟਸ ਹੋਏ, ਆਪਾਂ ਨੂੰ ਦਬਾਇਆ ਗਿਆ, ਆਪਾਂ ਨੂੰ ਆਪਣੇ ਤੇ ਨਾਇਨਸਾਫੀਆਂ ਕੀਤੀਆਂ ਗਈਆਂ, ਤੇ ਆਪਣਾ ਵਜੂਦ ਇਹ ਹੈ ਕਿ ਆਪਾਂ ਆਜ਼ਾਦ ਰਹਿਣਾ, ਆਪਾਂ ਕਿਸੇ ਤੋਂ ਬੰਦ ਕੇ ਨਹੀਂ ਰਹਿਣਾ। ਨਹੀਂ, ਠੀਕ ਹੈ। ਅਗਰ ਜਿਹੜਾ ਤੁਸੀਂ ਗੱਲ ਬਹੁਤ ਵਧੀਆ ਕਹੀ ਹੈ, ਤਾਂ ਫਿਰ ਉਹਦੇ ਲਈ ਜਿਹੜੇ ਸਿੱਖ ਆ ਸਮੂਹਿਕ ਤੌਰ ਤੇ ਸਭ ਨੂੰ ਨਾਲ ਲੈ ਕੇ, ਸਭ ਧਰਮਾਂ ਦੇ ਲੋਕਾਂ ਨਾਲ ਲੈ ਕੇ ਆਪਣੇ ਦੇਸ਼ ਦੀ, ਭਾਰਤ ਦੇਸ਼ ਦੀ ਜਿਹੜੀ ਆਪਣੀ ਡੈਮੋਕ੍ਰੇਸੀ, ਇਹਨੂੰ ਮਜ਼ਬੂਤ ਕਰਨ ਦੇ ਲਈ ਆਪਾਂ ਆਪਣੇ ਗੁਰੂਆਂ ਦੇ ਸਿਧਾਂਤਾਂ ਤੋਂ ਇੰਸਪੀਰੇਸ਼ਨ ਲੈ ਕੇ ਸੰਘਰਸ਼ ਕਰ ਸਕਦੇ ਹਾਂ। ਆਪਾਂ ਆਪਣੇ ਫੈਡਰਲ ਢਾਂਚੇ ਨੂੰ ਮਜ਼ਬੂਤ ਕਰ ਸਕਦੇ ਹਾਂ। ਦੇਸ਼ ਦੀ ਤਰੱਕੀ ਦੇ ਲਈ, ਦੇਸ਼ 'ਚ ਜਿਹੜਾ ਇਹ ਇੱਕ ਤਰ੍ਹਾਂ ਦੇ ਨਾਲ ਮਾਈਨੋਰਿਟੀਜ਼ ਤੇ ਜਿਹੜਾ ਇਹ ਨੈਰੇਟਿਵ ਆ ਕਿ ਮਾਈਨੋਰਿਟੀਜ਼ ਖਤਰੇ 'ਚ ਆ, ਇਹਨੂੰ ਆਪਾਂ ਕਾਊਂਟਰ ਕਰ ਸਕਦੇ ਹਾਂ। ਆਪਾਂ ਆਪਣਾ ਸਟੇਟ ਅੱਗੇ ਇੱਕ ਉਹ ਚੀਜ਼ ਜਿਹੜੇ ਆਪਣੇ ਸਿੱਖ ਸਮੂਹਿਕ ਤੌਰ ਤੇ ਰੱਖ ਸਕਦੇ ਆ ਕਿ ਨਹੀਂ, ਬ੍ਰਦਰਹੁੱਡ ਤੇ ਵਿਸ਼ਵਾਸ ਰੱਖਣਾ ਹੈ, ਸਰਬੱਤ ਦੇ ਭਲੇ ਤੇ ਵਿਸ਼ਵਾਸ ਰੱਖਣਾ ਹੈ। ਅਨਮੋਲ, ਤੁਸੀਂ ਇਹਦੇ ਵਿੱਚ ਖਾਲਿਸਤਾਨ ਦੇ ਪਿੱਛੇ, ਮੇਰਾ ਕਹਿਣਾ ਹੈ ਕਿ ਕੋਈ ਵੀ ਸਿੱਖ ਧਰਮ ਦਾ ਕੋਈ ਵੀ ਐਸਪੈਕਟ, ਕੋਈ ਵੀ ਫਿਲਾਸਫੀ, ਕੋਈ ਐਟਰੀਬਿਊਟ ਨਹੀਂ ਹੈਗਾ ਜਿਹੜਾ ਖਾਲਿਸਤਾਨ ਦੀ ਮੰਗ ਕਰਦਾ ਹੈ, ਜਿਹੜਾ ਕਹਿੰਦਾ ਹੈ ਕਿ ਤੁਸੀਂ ਕਾਲਖ ਪੋਤ ਦੋ ਕੰਧਾਂ ਦੇ ਉੱਤੇ ਔਰ ਸਾਡੇ ਨੌਜਵਾਨਾਂ ਨੂੰ ਰੈਡੀਕਲਾਈਜ਼ ਕਰੋ। ਇਹਨੂੰ ਸਿੱਖ ਧਰਮ ਦੇ ਨਾਲ ਜੋੜ ਕੇ ਦੇਖੋ, ਜਿਹੜਾ ਸਭ ਤੋਂ ਇੱਕ ਯੂਨੀਵਰਸਲ ਧਰਮ ਆ, ਜਿਹੜਾ ਕਿਸੇ ਵੀ ਦੇਸ਼ 'ਚ ਜਾ ਕੇ ਕਿਸੇ ਵੀ ਲੋਕਾਂ ਤੇ ਲਾਗੂ ਕਰ ਦੋ, ਕਿਤੇ ਵੀ ਲੋਕਾਂ ਨੂੰ ਬੰਨਦਾ ਨਹੀਂ ਹੈ, ਜਕੜਦਾ ਨਹੀਂ ਹੈ ਰਿਚੁਅਲਸ ਦੇ ਵਿੱਚ ਕਿ ਤੁਸੀਂ ਇਹ ਵਾਲੀ ਪਰੰਪਰਾ ਨੂੰ ਫੋਲੋ ਕਰਨਾ, ਇਸ ਤੋਂ ਬਾਹਰ ਨਹੀਂ ਕਰਨਾ। ਬਹੁਤ ਖੁੱਲਾ ਧਰਮ ਹੈ, ਇਟਸ ਆਫ ਫਰੀडम। ਮੈਮ, ਜਿਹੜੀ ਚੀਜ਼ ਜੋ ਪਹਿਲਾਂ ਟਾਈਮ ਸੀ ਮੈਮ, ਪਹਿਲਾਂ ਗੱਲ ਰੱਖਣ ਦੇ ਜਾਂ ਤੌਰ ਤਰੀਕੇ ਬਹੁਤ ਡਿਫਰੈਂਟ ਸੀ ਮੈਮ। ਹੁਣ ਆਪਦੀ ਗੱਲ ਰੱਖਣ ਦਾ ਜੋ ਜਾਂ ਆਪਦੇ ਹੱਕਾਂ ਨੂੰ ਬਚਾਉਣ ਦੀ ਗੱਲ ਹੈ, ਉਸ ਚੀਜ਼ ਨੂੰ ਜੇ ਆਪਾਂ ਕਹੀਏ ਤਾਂ ਕਨਸਟੀਟਿਊਸ਼ਨਲੀ ਆਪਾਂ ਨੂੰ ਫੋਲੋ ਅਪ ਕਰਨਾ ਚਾਹੀਦਾ। ਜੇ ਨਾ ਕਰਾਂਗੇ ਤਾਂ ਮੈਮ ਸੰਵਿਧਾਨ ਤੇ ਜਿਹੜੇ ਦੇਸ਼ 'ਚ ਆਪਾਂ ਰਹਿ ਰਹੇ ਹਾਂ ਜਾਂ ਜੋ ਵੀ ਇਹਦੀਆਂ ਚੀਜ਼ਾਂ ਆਪਾਂ ਉਹਨੂੰ ਤੋੜ ਕੇ ਉਹਦੇ 'ਚੋਂ ਬਾਹਰ ਹੁੰਦੇ ਹਾਂ, ਤਾਂ ਕਿਤੇ ਨਾ ਕਿਤੇ ਆਪਾਂ ਵਿਕਟਿਮਾਈਜ਼ ਤਾਂ ਆਪਾਂ ਉਦੋਂ ਹੀ ਹੋ ਗਏ ਜੀ। ਆਪਾਂ ਨੂੰ ਉਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ, ਤੇ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਖਾਲਿਸਤਾਨ ਪਿੱਛੇ ਜੋ ਚੀਜ਼ ਹੈ ਵੀ ਆਪਣਾ ਧਰਮ ਹੈ ਜਾਂ ਬੰਦ ਹੈ, ਠੀਕ ਹੈ, ਉਹ ਇੱਕ ਅੱਡ ਪਲੇਟਫਾਰਮ ਹੈ ਮੈਮ। ਇੱਕ ਉਸ ਚੀਜ਼ ਨੂੰ ਇੱਕ ਡਿਫਰੈਂਟ ਵੇ 'ਚ ਪੇਸ਼ ਕਰਨਾ, ਵੀ ਇੱਕ ਆਪਦੇ ਆਪ ਨੂੰ ਅਲੱਗ ਰੱਖ ਕੇ ਪੇਸ਼ ਕਰਨਾ, ਦੂਜਿਆਂ ਤੋਂ ਅਲੱਗ ਰੱਖ ਕੇ। ਕਿਉਂ ਮੈਮ, ਜਿਹੜਾ ਆਪਣਾ ਕਨਸਟੀਟਿਊਸ਼ਨ ਹੈ ਜਾਂ ਜਿਹੜੇ ਆਪਾਂ ਦੇਸ਼ 'ਚ ਰਹਿ ਰਹੇ ਹਾਂ, ਗੁਲਦਸਤਾ ਹੈ। ਇਸ ਗੁਲਦਸਤੇ 'ਚ ਹਰ ਤਰ੍ਹਾਂ ਦਾ ਫੁੱਲ ਹੈ। ਆਪਾਂ ਉਸ ਹਰ ਇੱਕ ਫੁੱਲ ਨੂੰ ਆਪਦੇ ਆਪ ਨਾਲ ਲੈ ਕੇ ਚੱਲ ਕੇ ਤਾਂ ਹੀ ਆਪਾਂ ਅੱਗੇ ਵੱਧ ਸਕਦੇ ਹਾਂ। ਕਿਉਂ ਮੈਮ, ਪਹਿਲਾਂ ਗੱਲਾਂ ਸੀ ਹੋਰ, ਜੋ ਅੱਜ ਦਾ ਟਾਈਮ ਹੈ, ਜੋ ਚੀਜ਼ਾਂ ਆ ਗਈਆਂ, ਰਿਫਾਰਮਸ ਆ ਗਏ ਹੈ, ਜਾਂ ਜੋ ਚੀਜ਼ਾਂ ਆਪਾਂ ਆਪਦੇ ਪਿੰਡੇ ਤੇ ਹੰਡਾਈਆਂ, ਉਹਨਾਂ ਦਾ ਇਹ ਹੈ ਵੀ ਨੌਨ ਵਾਇਲੈਂਸ ਤੌਰ ਤੇ ਜੋ ਆਪਾਂ ਜਿਹੜੀ ਚੀਜ਼ ਨੂੰ ਵੀ ਅੱਗੇ ਲੈ ਕੇ ਵਧਾਂਗੇ, ਚਾਹੇ ਉਹ ਔਖੀ ਹੈ, ਚਾਹੇ ਉਹਦੇ 'ਚ ਬਹੁਤ ਅੜਚਣਾਂ ਆਉਣਗੀਆਂ ਜਾਂ ਕੁਛ ਵੀ ਹੈ, ਪਰ ਆਪਾਂ ਨੂੰ ਫੋਲੋ ਅਪ ਉਹਦੇ ਨਾਲ ਹੀ ਜਾਣਾ ਪੈਣਾ। ਜੇ ਆਪਾਂ ਆਪਦੇ ਆਪ ਨੂੰ ਇੱਕ ਅਲੱਗ ਲਾਈਨ 'ਚ ਖੜਾ ਕੇ ਜਾਂ ਉਸ ਚੀਜ਼ ਨੂੰ ਅਲੱਗ ਪੇਸ਼ ਕਰਾਂਗੇ, ਤਾਂ ਜੋ ਜਿਹੜੇ ਸਮਾਜ 'ਚ ਆਪਾਂ ਰਹਿ ਰਹੇ ਹਾਂ, ਆਪਣੇ ਹੋਰ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਆਪਾਂ ਉਹਨਾਂ ਨੂੰ ਨਾਲ ਲੈ ਕੇ ਉਹ ਚੀਜ਼ ਫੋਲੋ ਅਪ ਕਰਾਂਗੇ, ਤਾਂ ਉਹ ਇੱਕ ਡਿਫਰੈਂਟ ਵੱਖਰਾ ਮੈਸੇਜ, ਸੋਹਣਾ ਮੈਸੇਜ ਇੱਕ ਡਿਲੀਵਰ ਕਰਦੀ। ਪਰ ਜੇ ਆਪਾਂ ਇੱਕ ਅਲੱਗ ਹੋ ਕੇ ਕਰਾਂਗੇ ਤਾਂ ਉਹ ਚੀਜ਼ ਨਹੀਂ ਮੈਮ ਕਿਤੇ ਨਾ ਕਿਤੇ ਐਗਜ਼ਿਸਟ ਕਰਦੀ। ਮੈਂ ਹੁਣ ਇੱਕ ਨਵਾਂ ਆਲਮੋਸਟ ਮੈਨੂੰ ਲੱਗਦਾ ਆਪਣੇ ਆਖਰੀ ਸਵਾਲ ਹੋਏਗਾ, ਕਿਉਂਕਿ 35 ਮਿੰਟ ਤੱਕ ਤਾਂ ਆਪਣੀ ਹੋ ਚੁੱਕੀ ਹੈ ਰਿਕਾਰਡਿੰਗ ਅੱਜ ਦੀ।
ਮੇਰਾ ਆਖਰੀ ਸਵਾਲ ਇਹੀ ਹੋਊਗਾ ਤੁਹਾਡੇ ਤਿੰਨਾਂ ਅੱਗੇ ਕਿ ਖਾਲਿਸਤਾਨ ਦਾ ਜਦੋਂ ਇਹ ਨੈਰੇਟਿਵ ਚੱਲਦਾ ਆ, ਔਰ ਜਦੋਂ ਤੁਸੀਂ ਬਹੁਤ ਸਮਝਦਾਰ ਤਰਕਾਂ ਦੇ ਨਾਲ ਗੱਲ ਕਰਨ ਵਾਲੀ ਨੌਜਵਾਨੀ ਆ, ਪੜ੍ਹੀ ਲਿਖੀ ਨੌਜਵਾਨੀ ਆ, ਜਦੋਂ ਤੁਸੀਂ ਸਾਡੀ ਨੌਜਵਾਨੀ ਨੂੰ ਇਸ ਨੈਰੇਟਿਵ ਦੇ ਵਿੱਚ ਵਿਕਟਿਮ ਬਣਦੇ, ਇਸ ਨੈਰੇਟਿਵ 'ਚ ਫਸਦੇ ਦੇਖਦੇ ਹੋ, ਤਾਂ ਤੁਹਾਡਾ ਕੀ ਇਹਦੇ ਤੇ ਰਿਸਪੌਂਸ ਹੁੰਦਾ ਲਖਵੀਰ ਸਿੰਘ ਜੀ? ਔਰ ਨਾਲ ਤੁਸੀਂ ਇਹ ਵੀ ਗੱਲ ਜ਼ਰੂਰ ਪੱਖ ਰੱਖਣਾ ਹੈ ਕਿ ਕਿਉਂਕਿ ਤੁਸੀਂ ਜੇਕਰ ਆਪਾਂ ਤਿੰਨਾਂ ਦਾ ਹਿਸਾਬ ਲਾਈਏ ਤਾਂ ਘੱਟੋ ਘੱਟ 1000 ਬੰਦਿਆਂ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ, ਤੁਹਾਡੇ ਫੇਸਬੁੱਕ ਫਰੈਂਡ ਹੀ 3000 4000 ਹੋਣਗੇ। ਤੁਸੀਂ ਉਹਨਾਂ ਸਮੁੱਚਿਆਂ ਨੂੰ ਵੀ ਨਾਲ ਲੈ ਕੇ ਦੇਖਣਾ ਕਿ ਉਹਨਾਂ ਦਾ ਤੁਹਾਡੇ ਨਾਲ ਕੀ ਐਕਸਪੀਰੀਅੰਸ ਸ਼ੇਅਰ ਹੁੰਦਾ, ਉਹ ਕਿਵੇਂ ਲੈਂਦੇ ਨੇ ਜਦੋਂ ਇੱਕ ਬੜਾ ਅਨਪ੍ਰੈਕਟੀਕਲ ਜਿਹਾ ਏਜੰਡਾ ਉਹਦੇ ਵਿੱਚ ਸਾਡੇ ਯੂਥ ਨੂੰ ਫਸਾ ਲਿਆ ਜਾਂਦਾ ਹੈ। ਲਖਵੀਰ ਸਿੰਘ ਜੀ। ਜੀ ਦੇਖੋ, ਪੰਜਾਬੀ ਦੀ ਕਹਾਵਤ ਹੈ ਕਿ ਭੀੜ ਦੇ ਵਿੱਚ ਧੂ ਵਜਾਉਣ ਵਾਲੇ ਬਹੁਤ ਹੁੰਦੇ ਆ, ਪਰ ਕੁਝ ਸੁਣਨ ਵਾਲੇ ਵੀ ਹੁੰਦੇ ਆ, ਹਨਾ। ਤਾਂ ਚਾਹੇ ਏਜੰਡਾ ਗਲਤ ਹੈ ਚਾਹੇ ਸਹੀ ਹੈ, ਕਈਆਂ ਨੂੰ ਸਹੀ ਵੀ ਲੱਗਦਾ ਹੋਊਗਾ, ਬਟ ਭੀੜ ਦੇ ਵਿੱਚ ਜਦੋਂ ਧੂ ਵਜਾਇਆ ਜਾਂਦਾ, ਚਾਹੇ ਉਹ ਚੰਗਾ ਵਜਾਵੇ ਚਾਹੇ ਮਾੜਾ ਵਜਾਵੇ, ਤਾਂ ਆਪਣੀ ਆਪਣੀ ਮਾਨਸਿਕਤਾ ਦੇ ਜਿਹੜੇ ਬੰਦੇ ਹੁੰਦੇ ਆ, ਜਿਨ੍ਹਾਂ ਨੂੰ ਸੁਣਨ ਦੀ ਜਿੰਨੀ ਸਮਝ ਹੁੰਦੀ ਆ, ਤਾਂ ਉਹ ਸੁਣਦੇ ਜ਼ਰੂਰ ਹੈਗੇ ਆ, ਸਮਝੇ ਇਹ ਗੱਲ ਹੈਗੀ ਆ। ਤਾਂ ਇਹ ਹਮੇਸ਼ਾ ਹੀ ਰਹੂਗਾ। ਸਮਾਜ ਭੀੜ ਦੇ ਵਿੱਚ ਤੁਸੀਂ ਜਿਹੇ ਜਿਹੀ ਵੀ ਆਵਾਜ਼ ਲਗਾਓਗੇ, ਤੁਹਾਨੂੰ ਉਹ ਕਹਿੰਦੇ ਆ ਨਾ ਕਿ ਜਿਹੇ ਜਿਹਾ ਮੂੰਹ ਹੋਵੇ ਉਹੋ ਜਿਹਾ ਚਪੇੜਾ ਜ਼ਰੂਰ ਵੱਜਦਾ, ਹਨਾ। ਤਾਂ ਉਹੋ ਜਿਹੇ ਲੋਕ ਹੈਗੇ ਆ, ਇਹ ਲੋਕ ਰਹਿਣਗੇ ਵੀ, ਬਟ ਇਹ ਚੀਜ਼ਾਂ ਐਵੇਂ ਨਹੀਂ ਹੈਗੀਆਂ ਕਿ ਕੋਈ ਤੁਹਾਨੂੰ ਜ਼ਮੀਨ ਦਾ ਟੁਕੜਾ ਕੱਟ ਕੇ ਦੇ ਦੂਗਾ ਤੇ ਸਾਰਾ ਕੁਝ ਠੀਕ ਹੋ ਜਾਊਗਾ। ਇਹ ਨਹੀਂ ਹੈਗਾ। ਹਵਾ ਦੇ ਵਿੱਚ ਕਦੇ ਵੀ ਚੀਜ਼ਾਂ ਨਹੀਂ ਹੁੰਦੀਆਂ, ਚੀਜ਼ਾਂ ਗਰਾਊਂਡ ਤੇ ਹੁੰਦੀਆਂ, ਗਰਾਊਂਡ ਦੇ ਉੱਪਰ ਕੰਮ ਕਰਨੇ ਪੈਂਦੇ ਆ। ਸਿੱਖਾਂ ਨੂੰ, SGPC ਨੂੰ ਪ੍ਰੂਫ ਕਰਨਾ ਪਊਗਾ ਕਿ ਅਸੀਂ ਲੋਕ ਹਿਤਕਾਰੀ ਕੰਮ ਕਰਾਂਗੇ, ਸਾਡੇ ਫੈਸਲੇ ਲੋਕ ਹਿਤਕਾਰੀ ਹੋਣਗੇ। ਅਸੀਂ ਉਹਨਾਂ ਮਜ਼ਦੂਰਾਂ, ਕਿਸਾਨਾਂ ਨੂੰ, ਜਿਹੜੇ ਕਿਸਾਨ ਕੋਲ 1 ਕਿੱਲਾ ਜ਼ਮੀਨ ਆ, ਅਸੀਂ ਉਹਨਾਂ ਦੇ ਹਿੱਤ ਦੇ ਕੰਮ ਕਰਾਂਗੇ, ਉਹਨਾਂ ਦੇ ਬੱਚਿਆਂ ਲਈ ਸਕੂਲ ਖੋਲਾਂਗੇ। ਸਾਡਾ ਪੰਜਾਬ ਨਾਲੋਂ ਵੱਡਾ ਬਜਟ ਹੋਊਗਾ ਮੈਨੂੰ ਲੱਗਦਾ SGPC ਦਾ, ਬਟ ਉਹ ਕਰ ਕੀ ਰਹੇ ਆ? ਉਹਨਾਂ ਕੋਲ ਇੱਕ ਸਕੂਲ ਨਹੀਂ ਹੈਗਾ ਜਿੱਥੇ ਉਹ ਪੰਜਾਬ ਦੇ ਬੱਚਿਆਂ ਨੂੰ ਫ੍ਰੀ ਪੜ੍ਹਾ ਸਕਣ। ਮੈਂ ਤੁਹਾਨੂੰ ਕੁਝ ਵੀ ਰੋਕ ਰਹੀ ਨਹੀਂ ਹਾਂ, ਮੈਂ ਹੈਗਾ ਤੁਹਾਡੀ ਇਹਦੇ ਜੀ। ਚ ਕਰਨਾ ਚਾਹੁੰਦੀ ਹਾਂ ਕਿ ਵੈਸੇ SGPC ਤੋਂ ਮੈਨੂੰ ਲੱਗਦਾ ਤੁਸੀਂ ਆਪਣੇ ਅਲੱਗ ਸੰਦਰਭ ਚ ਗੱਲ ਕਰ ਰਹੇ ਹੋ। SGPC ਕਦੀ ਵੀ ਖਾਲਿਸਤਾਨ ਦੇ ਆਈਡੀਆ ਨੂੰ ਇੰਡੋਰਸ ਨਹੀਂ ਕਰਦੀ। ਉਹ ਜਦੋਂ ਇੱਕ ਜੀ ਮਤੇ ਦੀ ਵੀ ਗੱਲ ਆਉਂਦੀ ਹੈ, ਜੋ ਆਪਾਂ ਫਿਰ ਅਗਲੇ ਐਪੀਸੋਡਸ ਚ ਗੱਲ ਕਰਾਂਗੇ, ਉਹ ਇੱਕ ਜੀ 1946 ਦੇ ਵਿੱਚ ਜਾਂ 47 48 ਚ ਪਾਸ ਕੀਤਾ ਗਿਆ ਸੀ, ਜਦੋਂ ਦੇਸ਼ ਦੀ ਵੰਡ ਹੋ ਰਹੀ ਸੀ ਧਰਮ ਦੇ ਬੇਸਿਸ ਦੇ ਉੱਤੇ, ਪਾਕਿਸਤਾਨ ਇੰਡੀਆ ਨਿਕਲਿਆ। ਔਰ ਦੂਸਰੀ ਗੱਲ ਤੁਸੀਂ ਨਹੀਂ ਕਹੀ ਕਿ SGPC ਦਾ ਜਿਹੜਾ ਬਜਟ ਹੈ, SGPC ਦਾ ਬਜਟ ਤਾਂ ਬਹੁਤ ਵੱਡਾ ਹੈ, ਪਰ SGPC ਇਹ ਕਹਿੰਦੀ ਹੈ ਕਿ ਅਸੀਂ 2000 ਕਰੋੜ ਦਾ ਬਜਟ ਜਾਂ ਜਿੰਨਾ ਵੀ ਹੈ, ਅਸੀਂ ਘਾਟੇ 'ਚ ਚੱਲ ਰਹੇ ਹਾਂ, ਸਾਡੇ ਕੋਲ ਪ੍ਰੋਫਿਟ ਦਾ ਬਜਟ ਨਹੀਂ ਹੈ, ਸਾਡੀ ਸਟੇਟ ਵੀ ਘਾਟੇ 'ਚ ਹੈ ਔਰ ਸਾਡੀ SGPC ਵੀ ਘਾਟੇ 'ਚ ਹੈ। ਜੀ, ਮੈਂ ਉਹੀ ਗੱਲ ਕਹਿ ਰਿਹਾ ਨਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ SGPC ਖਾਲਿਸਤਾਨ ਨੂੰ ਜਾਂ ਮਤਲਬ ਮੰਨੇ ਜਾਂ ਨਾ ਮੰਨੇ। ਮੈਂ ਕਹਿ ਰਿਹਾ ਕਿ ਸਾਡੀ ਸਿੱਖਾਂ ਦੀ, ਮੈਂ ਖਾਲਿਸਤਾਨ ਨੂੰ ਉਸ ਤਰੀਕੇ ਨਾਲ ਮੈਂ ਕਦੇ ਡੀਲ ਨਹੀਂ ਕਰਦਾ। ਮੈਂ ਪਹਿਲਾਂ ਗੁਰੂ ਨਾਨਕ ਤੋਂ ਚੱਲਦਾ ਜਦੋਂ ਵੀ ਇਸ ਟੌਪਿਕ ਤੇ ਗੱਲ ਕਰਦੀ ਹੈ। ਤਾਂ ਗੁਰੂ ਨਾਨਕ ਦੇ ਫਲਸਫੇ ਨੂੰ ਆਪਣੇ ਸਿਰ ਤਾਜ ਮੰਨਣ ਵਾਲੀ ਇੱਕ ਹੀ ਸੰਸਥਾ ਸਾਡੇ ਕੋਲ, ਉਹ SGPC ਹੈ। ਜੀ। ਤਾਂ ਉਹ ਕਿੰਨੀ ਕੁ ਲੋਕਾਂ ਦੇ ਵਿੱਚ ਲੋਕ ਹਿਤਕਾਰੀ ਕੰਮ ਕਰਦੀ ਹੈ? ਮੇਰਾ ਸਵਾਲ ਉੱਥੇ ਖੜਾ ਹੋ ਜਾਂਦਾ, ਖਾਲਿਸਤਾਨ ਪਿੱਛੇ ਰਹਿ ਗਿਆ। ਤਾਂ ਮੈਨੂੰ ਨਹੀਂ ਲੱਗਦਾ ਹੁੰਦਾ। ਪਹਿਲਾਂ ਜਦੋਂ ਖਾਲਿਸਤਾਨ ਦੀ ਗੱਲ ਚੱਲਦੀ ਹੈ ਤਾਂ ਸਿੱਧਾ ਸਾਨੂੰ ਸਿੱਖਾਂ ਦੀ ਮੇਨ ਸੰਸਥਾ ਦੇ ਉੱਪਰ ਕਾਊਂਟਰ ਸਵਾਲ ਕਰਨਾ ਚਾਹੀਦਾ ਹੈ ਕਿ ਜਿਹੜਾ ਤੁਹਾਡਾ ਸਕੂਲ ਹੈ, ਸਭ ਤੋਂ ਵੱਡਾ ਸਕੂਲ ਸਾਡਾ SGPC ਹੈਗਾ, ਉਹ ਸਕੂਲ ਕੀ ਕਰਦਾ ਹੈ? ਉਹਦੀ ਰੈਲੀਵੈਂਸ ਕੀ ਹੈ? ਲੋਕ ਹਿਤਕਾਰੀ ਕਿੰਨੀ ਹੈ ਉਹਦੇ ਵਿੱਚ? ਤਾਂ ਨਹੀਂ ਹੈਗੀ, ਤਾਂ ਫਿਰ ਖਾਲਿਸਤਾਨ ਦੇ ਬਾਰੇ ਵੀ ਬਹੁਤਾ ਚੀਜ਼ਾਂ ਠੀਕ ਨਹੀਂ ਹੋਣਗੀਆਂ। ਜਦੋਂ ਮੇਨ ਸਕੂਲ ਸਾਡਾ ਗਲਤ ਹੈ ਤਾਂ ਅਸੀਂ ਅਗਲੇ ਸਕੂਲਾਂ ਦੀ ਕੀ ਗੱਲ ਕਰਾਂ? ਕਿਵੇਂ ਭਰੋਸਾ ਜਿੱਤੋਗੇ ਤੁਸੀਂ ਲੋਕਾਂ ਦਾ? ਹਾਂ, SGPC ਨੇ ਆਪਣੇ ਪੰਜਾਬ ਦੇ ਵਿੱਚ ਪੂਰੀ ਵਿੱਦਿਆ ਨੂੰ ਸੰਭਾਲ ਸਕਦੀ ਸੀ। SGPC ਪੂਰੀ ਐਜੂਕੇਸ਼ਨ ਨੂੰ ਕੰਟਰੋਲ ਕਰ ਸਕਦੀ ਸੀ। ਬਿਲਕੁਲ, ਪੰਜਾਬੀ ਦਾ ਵੀ ਵਿਕਾਸ ਹੁੰਦਾ, ਪੰਜਾਬੀ ਵੀ ਪਿੱਛੇ ਨਾ ਰਹਿੰਦੀ। ਤੁਸੀਂ ਪੰਜਾਬੀ ਦੇ ਸਕਾਲਰ ਹੈ, ਔਰ SGPC ਸਿਰਫ ਔਰ ਸਿਰਫ ਗੁਰਦੁਆਰਿਆਂ ਤੱਕ, ਕਈ ਤਾਂ ਗੋਲਕਾਂ ਨੂੰ ਵੀ ਕਹਿੰਦੇ ਨੇ, ਪਰ ਹੁਣ ਮੈਂ ਉਹ ਗੱਲ ਬਿਨਾਂ ਫੈਕਟਸ ਤੋਂ ਕਹਿ ਨਹੀਂ ਸਕਦੀ ਕਿ ਗੁਰਦੁਆਰਿਆਂ ਤੱਕ ਹੀ SGPC ਸਿਮਟ ਕੇ ਰਹਿ ਚੁੱਕੀ ਹੈ, ਜਾਂ ਗੁਰਦੁਆਰਿਆਂ ਦੀ ਰਾਜਨੀਤੀ ਤੱਕ, ਹੈ ਨਾ। ਆਕਾਸ਼, ਤੁਸੀਂ ਪਲੀਜ਼ ਕੰਟੀਨਿਊ ਕਰੋ। ਹਾਂਜੀ, ਜਿਵੇਂ ਅਨਮੋਲ ਜੀ ਨੇ ਵੀ ਗੱਲ ਕੀਤੀ ਪਹਿਲਾਂ ਕਿ ਆਪਾਂ ਇੱਕ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਆ, ਹਰੇਕ ਚੀਜ਼ ਨੂੰ ਐਡਰੈਸ ਕਰਨ ਦੇ ਕਨਸਟੀਟਿਊਸ਼ਨਲ ਵੇਜ਼ ਹੁੰਦੇ ਆ। ਹੁਣ ਅੱਜ ਆਪਾਂ ਆਪਣੀ ਕਮਿਊਨਿਟੀ ਗੱਲ ਕਰਦੀ ਹੈ ਖਾਲਿਸਤਾਨ ਦੀ, ਤੇ ਜੇ ਆਪਾਂ ਸਾਊਥ 'ਚ ਜਾਈਏ ਤਾਂ ਉੱਥੇ ਤਾਮਿਲ ਏਲਮ ਦੀ ਡਿਮਾਂਡ ਆ। ਜੇ ਤੁਸੀਂ ਨਾਰਥ ਈਸਟ 'ਚ ਜਾਓ ਤਾਂ ਉੱਥੋਂ ਦੀ ਅੱਡ ਸੋਵਰੇਨਿਟੀ ਦੀ ਡਿਮਾਂਡ ਆ। ਜੇ ਅੱਜ ਤੁਸੀਂ ਰਾਜਸਥਾਨ 'ਚ ਚਲੇ ਜਾਓਗੇ, ਜ਼ਿਆਦਾ ਜੇ ਕੰਸੈਂਸਸ ਤੁਸੀਂ ਕਰਾ ਲਿਆ, ਰੈਫਰੈਂਡਮ ਵੀ ਕਰਾ ਲਓਗੇ ਉੱਥੇ, ਤਾਂ ਸ਼ਾਇਦ ਉੱਥੋਂ ਇੱਕ ਅੱਡ ਰਾਜਪੂਤਾਨਾ ਵੀ ਨਿਕਲ ਆਵੇ। ਤੇ ਜਿਹੜਾ ਆਈਡੀਆ ਆਫ ਸੋਵਰੇਨਿਟੀ ਹੁੰਦਾ, ਇੰਡੀਪੈਂਡੈਂਸ ਹੁੰਦੀ ਹੈ, ਇਹ ਹਮੇਸ਼ਾ ਹਰੇਕ ਕਮਿਊਨਿਟੀ ਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਰਹਿੰਦੀ ਹੈ। ਪਰ ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਵੀ ਐਜ਼ ਅ ਕਮਿਊਨਿਟੀ ਆਪਾਂ ਇਸ ਸਟੇਟ ਦੇ ਵਿੱਚ ਰਹਿ ਰਹੇ ਹਾਂ, ਓਵਰਸੀਜ਼ ਵੀ ਰਹਿ ਰਹੇ ਹਾਂ, ਆਪਾਂ ਇੰਨੀਆਂ ਤਰੱਕੀਆਂ ਕੀਤੀਆਂ। ਇਹ ਨਹੀਂਗਾ ਕਿ ਆਪਣੀ ਕਮਿਊਨਿਟੀ ਸਿਰਫ ਇਸ ਪਾਸੇ ਨੂੰ ਤੁਰੀ ਹੈ। ਜੇ ਇਹ ਏਦਾਂ ਇੱਧਰ ਜਾਣ ਵਾਲੇ ਲੋਕ ਰਹੇ ਨੇ, ਤਾਂ ਆਪਾਂ ਆਰਮੀ ਚੀਫਸ ਵੀ ਰਹੇ ਨੇ ਆਪਣੀ ਕਮਿਊਨਿਟੀ ਦੇ ਵਿੱਚੋਂ। ਆਪਾਂ ਹਰੇਕ ਖੇਤਰ ਦੇ ਵਿੱਚ ਮੱਲਾਂ ਮਾਰੀਆਂ ਆਪਣੀ ਕਮਿਊਨਿਟੀ ਨੇ। ਜੇ ਕੋਈ ਮੁੱਦਾ
ਉਹਦੇ ਪਿੱਛੇ ਰੈਸ਼ਨੈਲਿਟੀ ਹੋਣੀ ਚਾਹੀਦੀ ਹੈ। ਅੱਜ ਮੁੱਦੇ ਇਹ ਨਹੀਂਗੇ ਵੀ ਆਪਾਂ ਨੂੰ ਖਾਲਿਸਤਾਨ ਚਾਹੀਦਾ ਜਾਂ ਆਪਾਂ ਉਹਦੀ ਬਾਉਂਡਰੀ ਕੀ ਰੱਖਣੀ ਹੈ, ਆਪਾਂ ਕਰੰਸੀ ਕੀ ਰੱਖਣੀ ਹੈ, ਆਪਾਂ ਝੰਡਾ ਕੀ ਰੱਖਣਾ ਉਸ ਚੀਜ਼ ਦਾ। ਮੁੱਦੇ ਇਹ ਹੋਣੇ ਚਾਹੀਦੇ ਆ ਵੀ ਅਸਲ ਦੇ ਵਿੱਚ ਯੂਥ ਨੂੰ ਚਾਹੀਦਾ ਕੀ ਹੈ। ਅੱਜ ਪੰਜਾਬ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਲੋੜ ਹੈ, ਜਿਹੜੀ ਇੰਨੀ ਮਾਈਗ੍ਰੇਸ਼ਨ ਹੋ ਰਹੀ ਹੈ, ਇੱਥੋਂ ਸਾਰੇ ਬਾਹਰ ਜਾਂਦੇ ਨੇ। ਜਾਂ ਫਿਰ ਜੇ ਆਪਾਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ, ਜੋ ਇਹ ਮੁੱਦਾ ਰੀਸੈਂਟਲੀ ਚੱਲ ਰਿਹਾ, ਇਸ ਪੰਜਾਬ ਯੂਨੀਵਰਸਿਟੀ ਤੋਂ ਇਲਾਵਾ ਮੈਨੂੰ ਲੱਗਦਾ ਨਹੀਂਗਾ ਕਿ ਕੋਈ ਇਹਦੇ ਬਰਾਬਰ ਦਾ ਕੋਈ ਯੂਨੀਵਰਸਿਟੀ ਜਾਂ ਇਹੋ ਜਿਹੀ ਕੋਈ ਇੰਸਟੀਚਿਊਟ ਪੰਜਾਬ ਦੇ ਵਿੱਚ ਬਚਦੀ ਹੈ। ਤੇ ਉਹ ਵੀ ਜੇ ਦੇਖਿਆ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਪੰਜਾਬ ਆਪਣਾ ਹੱਕ ਜਤਾਉਂਦਾ ਉਸ ਯੂਨੀਵਰਸਿਟੀ ਦੇ ਉੱਤੇ, ਪੰਜਾਬ ਯੂਨੀਵਰਸਿਟੀ ਆ ਉਹ, ਪਰ ਚੰਡੀਗੜ੍ਹ ਇੱਕ ਸੈਂਟਰਲੀ ਐਡਮਿਨਿਸਟਰਡ ਟੈਰੀਟਰੀ ਹੈ। ਤੇ ਮੁੱਦੇ ਹੋਰ ਹੋਣੇ ਚਾਹੀਦੇ ਨੇ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਬਾਕੀ ਓਬਵੀਅਸਲੀ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਸਾਰਿਆਂ ਦੇ ਦਿਲਾਂ ਦੇ ਵਿੱਚ ਉਹ ਗੱਲ ਜ਼ਰੂਰ ਰਹਿੰਦੀ ਹੈ, ਜਿੱਥੇ ਕੋਈ ਇਹੋ ਜੀ ਗੱਲ ਆਵੇ ਕਿ ਆਪਾਂ ਬਾਗੀ ਹੋਣਾ, ਆਪਾਂ ਐਂਟੀ ਗਵਰਨਮੈਂਟ ਚੱਲਣਾ, ਤੇ ਉਹ ਚੀਜ਼ਾਂ ਆਪਣੇ ਦਿਮਾਗ ਦੇ ਵਿੱਚ ਰਹਿੰਦੀਆਂ, ਆਪਣੇ ਦਿਲ ਦੇ ਵਿੱਚੋਂ ਰਹਿੰਦੀਆਂ ਕਿ ਅਸੀਂ ਵਿਲੱਖਣ ਹੈ, ਅਸੀਂ ਅੱਡ ਆ। ਪਰ ਅਸਲ ਦੇ ਵਿੱਚ ਜੇ ਉਹਨਾਂ ਨੂੰ ਵੀ ਬਿਠਾ ਕੇ ਪੁੱਛਿਆ ਜਾਵੇ ਤਾਂ ਸ਼ਾਇਦ ਉਹ ਇਸ ਮੂਵਮੈਂਟ ਦਾ ਹਿੱਸਾ ਬਣਨ ਦੀ ਬਜਾਏ ਉਹ ਕੁਝ ਪ੍ਰੋਡਕਟਿਵ ਕਰਨਾ ਚਾਹਣਗੇ ਲਾਈਫ ਦੇ ਵਿੱਚ। ਬਹੁਤ ਤਰ੍ਹਾਂ ਦੇ ਰਿਫਾਰਮਸ ਦੀ ਲੋੜ ਭਾਰਤ ਸਰਕਾਰ ਨੂੰ ਕਰਨ ਦੀ ਜ਼ਰੂਰਤ ਹੈਗੀ ਹੈ। ਇਹ ਵੀ ਇੱਕ ਅਲੱਗ ਆਪਣਾ ਵਿਸ਼ਾ ਹੈ, ਜਿੱਥੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਕਈ ਥਾਵਾਂ ਤੇ ਸੁਧਾਰ ਕਰਨ ਦੀ ਲੋੜ ਹੈ। ਹੁਣ ਸਮੇਂ ਦੇ ਨਾਲ ਆਪਣਾ ਪੁਰਾਣੇ ਕਾਨੂੰਨ ਚੱਲੀ ਆ ਰਹੇ ਨੇ, ਇਹਦੇ ਤੋਂ ਵੀ ਤੰਗ ਹੋ ਕੇ ਕਈ ਵਾਰੀ ਲੋਕਾਂ 'ਚ ਇਹ ਆਈਡੀਆ ਜਿਹੜਾ ਫੈਲਦਾ ਆ ਟੂ ਹੈਵ ਅ ਪਾਵਰ, ਆਪਣੀ ਆਪ ਮੰਗ ਕਰਨੀ ਕਿ ਸਾਡਾ ਆਪਣਾ ਸੂਬਾ ਹੋਵੇ। ਜਾਂ ਬੇਸਿਕਲੀ ਮੈਂ ਕਹਿਣਾ ਇਹ ਚਾਹ ਰਹੀ ਹਾਂ ਕਿ ਇਹਨਾਂ ਦੇ ਪਿੱਛੇ ਇੱਕ ਫਲॉड ਅਨਪ੍ਰਿੰਸੀਪਲਡ ਪੋਲਿਟਿਕਸ ਹੁੰਦੀ ਹੈ, ਸਿਰਫ ਆਪਣੀ ਸਰਕਾਰ ਬਣਾਉਣ ਦੇ ਲਈ। ਹੁਣ ਜੇਕਰ ਆਪਾਂ ਗੱਲ ਕਰੀਏ ਕਿ ਮੰਨ ਲਓ ਇਹ ਖਾਲਿਸਤਾਨ ਦਾ ਰੌਲਾ ਆਪਾਂ ਬੜੀ ਵਾਰੀ ਸੁਣਦੇ ਹਾਂ, ਟਵਿੱਟਰ ਤੇ ਟ੍ਰੈਂਡਿੰਗ ਰਹਿੰਦਾ ਹੈ, ਤਾਂ ਇਹਦੇ ਵਿੱਚ ਇੱਥੇ ਲੋਕ ਤਿਆਰ ਵੀ ਬੈਠੇ ਹੋਣਗੇ ਕਿ ਮੈਂ ਪ੍ਰਧਾਨ ਮੰਤਰੀ ਬਣਾਂਗਾ ਖਾਲਿਸਤਾਨ ਦਾ। ਹੁਣ ਤੁਸੀਂ ਇਹ ਵੀ ਸੋਚ ਕੇ ਦੇਖੋ, ਪ੍ਰੈਕਟੀਕਲੀ ਅਗਰ ਆਪਾਂ ਗੱਲ ਕਰੀਏ ਕਿ 120 ਦੇਸ਼ਾਂ ਦੇ ਵਿੱਚ ਆਪਾਂ ਪੰਜਾਬੀ ਫੈਲੇ ਹੋਏ ਆ। ਸੋ ਖਾਲਿਸਤਾਨੀ ਜਦੋਂ ਖਾਲਿਸਤਾਨ ਬਣ ਜਾਏਗਾ, ਜਿਹੜਾ ਇਹਨਾਂ ਦਾ ਇੱਕ ਫਲॉड ਐਂਡ ਅਨਪ੍ਰੈਕਟੀਕਲ ਅਨਰੈਸ਼ਨਲ ਡ੍ਰੀਮ ਆ, ਕੀ ਆਪਾਂ ਸੋਚ ਸਕਦੇ ਹਾਂ ਵੀ 120 ਦੇਸ਼ਾਂ ਦੇ ਪੰਜਾਬੀ ਇੱਥੇ ਆ ਜਾਣਗੇ ਪੰਜਾਬ ਦੇ ਵਿੱਚ ਕਿ ਚਲੋ ਲੈਟਸ ਗੋ ਟੂ ਪੰਜਾਬ, ਸਾਡਾ ਆਪਣਾ ਰਾਜ ਬਣ ਗਿਆ? ਕਦੀ ਆਪਾਂ ਸੋਚ ਸਕਦੇ ਹਾਂ? ਆਪਣੇ ਕੈਨੇਡੀਅਨ ਆਉਂਦੇ ਨੇ, ਅਮਰੀਕਨ ਆਉਂਦੇ ਨੇ, 20 ਦਿਨ ਤੋਂ ਬਾਅਦ ਉਹ ਰਹਿ ਨਹੀਂ ਪਾਉਂਦੇ, ਉਹ ਇੱਥੇ ਆ ਕੇ ਕਹਿਣ ਲੱਗ ਜਾਂਦੇ ਨੇ ਇੱਥੇ ਕੁਛ ਨਹੀਂ ਬਦਲਿਆ, ਇਹ ਸਿਸਟਮ ਉਦਾਂ ਦਾ ਹੀ ਆ, ਗੰਦਾ ਆ, ਲਾਈਟ ਨਹੀਂ ਆਉਂਦੀ, ਹੋਰ ਬਹੁਤ ਮੁਸੀਬਤਾਂ ਨੇ ਸਾਡੀਆਂ। ਅਨਮੋਲ, ਮੈਂ ਤੁਹਾਡੇ ਕੋਲ ਆਵਾਂਗੀ। ਸੇਮ ਜੇ ਤੁਸੀਂ ਉਹਦੇ ਵਿੱਚ ਕੋਈ ਵਿਚਾਰ ਐਡ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਹੋ, ਪਰ ਮੈਂ ਇਹਦੇ ਵਿੱਚ ਤੁਹਾਡੇ ਤੋਂ ਇਹ ਵੀ ਪੁੱਛਣਾ। ਹਾਂਜੀ ਪਲੀਜ਼ ਅਨਮੋਲ। ਮੈਮ, ਮੈਂ ਆਕਾਸ਼ਦੀਪ ਜੀ ਦੇ ਗੱਲ ਨਾਲ ਸਹਿਮਤ ਹੈ, ਜੋ ਬਾਗੀ ਹੋਣਾ ਇਹ, ਕਿਉਂਕਿ ਮੈਂ ਆਪਦੀ ਗੱਲ 'ਚ ਗੱਲ ਐਡ ਕਰੂੰਗਾ। ਮੈਂ ਤੁਹਾਨੂੰ ਕਿਹਾ ਸੀ ਵੀ ਪੰਜਾਬ ਨੇ ਚੀਜ਼ਾਂ ਆਪਦੇ ਪਿੰਡੇ ਤੇ ਹੰਡਾਈਆਂ, ਉਹ ਪਿੰਡੇ ਤੇ ਹੰਡਾਉਣ ਕਾਰਨ ਜੋ ਇੱਕ ਮੈਸੇਜ ਗਾਂ ਜਨਰੇਸ਼ਨ ਬਾਈ ਜਨਰੇਸ਼ਨ ਆ ਰਿਹਾ, ਉਹ ਮਤਲਬ ਬਾਗੀ ਚੱਲਣ ਦਾ ਕੋਈ ਵੀ ਗੱਲ ਹੋਵੇ ਉਹਨਾਂ ਨੇ ਆਪ ਦਾ ਸੁਰ ਰੱਖਣਾ ਹੀ ਰੱਖਣਾ ਹੈ ਜੀ। ਤੇ ਦੂਜੀ ਗੱਲ, ਜਿਵੇਂ ਆਪਾਂ ਕਹਿ ਰਹੇ ਹਾਂ ਵੀ ਆਪਣਾ ਬਹੁਤ ਸਾਰਾ ਯੂਥ ਮਾਈਗ੍ਰੇਟ ਹੋ ਰਿਹਾ, ਮੈਂ ਇਹ ਮੰਨਦਾ ਵੀ ਆਪਣੀ ਇੱਕ ਲੱਤ ਤਾਂ ਵੈਸਟਰਨ ਕਲਚਰ ਤੇ ਹੈ ਜੀ, ਤੇ ਇੱਕ ਲੱਤ ਆਪਾਂ ਆਪਦੇ ਪੁਰਾਣੇ ਕਿੱਤੇ 'ਚ ਰੱਖੀ ਬੈਠੇ ਹਾਂ ਜੀ। ਆਪਾਂ ਫਸੇ ਨੇ ਵੀ ਆਪਾਂ ਨੂੰ ਇਹ ਸਮਝ ਆ ਰਿਹਾ ਵੀ ਆਪਾਂ ਉਹਨੂੰ ਮਤਲਬ ਉਸ ਚੀਜ਼ ਨਾਲ ਚੱਲੀਏ ਜਾਂ ਉਸ ਚੀਜ਼ ਨਾਲ ਚੱਲੀਏ। ਇਹ ਸਭ ਨਾਲੋਂ ਵੱਡੀ ਪ੍ਰੋਬਲਮ ਹੈ ਜੀ ਅੱਜ ਦੇ ਟਾਈਮ 'ਚ। ਜੇ ਹੁਣ ਆਪਾਂ ਬਹੁਤ ਵਧੀਆ ਪੁਆਇੰਟ ਰੇਜ਼ ਕੀਤਾ ਕਿ ਜਿਹੜਾ ਯੂਥ ਆ ਉਹ ਕਨਫਿਊਜ਼ਡ ਹੈ ਕਿ ਅਸੀਂ ਮਾਡਰਨਿਟੀ ਨਾਲ ਚੱਲੀਏ ਕਿ ਅਸੀਂ ਫੰਡਾਮੈਂਟਲਿਜ਼ਮ ਦੇ ਨਾਲ ਚੱਲੀਏ। ਹਾਂਜੀ ਮੈਮ, ਬਿਲਕੁਲ। ਦੂਜੀ ਗੱਲ ਮੈਮ, ਫਾਈਨੈਂਸ਼ੀਅਲੀ ਆਪਾਂ ਜੇ ਚੀਜ਼ ਵੇਖੀਏ ਕਿੰਨਾ ਟੈਲੈਂਟਡ ਯੂਥ, ਮੈਂ ਤੁਹਾਨੂੰ ਪ੍ਰੈਕਟੀਕਲੀ ਗੱਲ ਦੱਸਦਾ। ਮੈਂ ਯੂਨੀਵਰਸਿਟੀ 'ਚ ਮੈਂ ਸਟੂਡੈਂਟ ਐਕਟਿਵ ਹੋਣ ਕਰਕੇ ਮੈਂ ਜੋ ਚੀਜ਼ ਮਹਿਸੂਸ ਕੀਤੀ ਹੈ ਵੀ ਜੋ ਐਡਮਿਸ਼ਨ ਟਾਈਮਸ ਬੱਚਿਆਂ ਦੀਆਂ ਸੀਟਸ ਇੰਨੀਆਂ ਖਾਲੀ ਰਹਿੰਦੀਆਂ ਵੀ ਜੋ ਪੰਜਾਬ ਦਾ ਜਾਂ ਮਤਲਬ ਹੈਗੇ ਇਹ ਬੱਚੇ ਮਾਈਗ੍ਰੇਟ ਹੋ ਕੇ ਬਾਹਰ ਜਾ ਰਹੇ ਆ। ਇਹਨਾਂ ਦਾ ਮਤਲਬ ਇੱਧਰ 1% ਇੰਟਰਸਟ ਨਹੀਂ, ਕੋਈ ਮਤਲਬ ਇਹਨਾਂ ਨੂੰ ਗਾਈਡੈਂਸ ਨਹੀਂ, ਕੋਈ ਡਾਇਰੈਕਸ਼ਨ ਨਹੀਂ। ਵੇਖੋ ਮੈਮ ਕਿੰਨਾ ਕੁਛ, ਕੱਲਾ ਫਾਈਨੈਂਸ਼ੀਅਲੀ ਉਹ ਬੰਦਾ ਇੱਕ 20 ਲੱਖ ਰੁਪਇਆ ਨਹੀਂ ਉਹਦੇ ਨਾਲ ਲੈ ਕੇ ਜਾ ਰਿਹਾ, ਜੋ ਇੱਕ ਆਪਦੀ ਉਹ ਟੈਲੈਂਟ ਲੈ ਕੇ ਜਾ ਰਿਹਾ, ਉਹਦਾ ਨੁਕਸਾਨ ਆਪਾਂ ਨੂੰ ਕਿਤੇ ਨਾ ਕਿਤੇ ਕੀ ਨੁਕਸਾਨ ਹੈ ਉਹਦਾ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਇਹ ਬਹੁਤ ਸਮਝਣ ਵਾਲੀ ਤੇ ਬਹੁਤ ਵਿਚਾਰਨ ਵਾਲਾ ਮੁੱਦਾ ਹੈ ਮੈਮ। ਜੋ ਇੱਕ ਟੈਲੈਂਟ ਬਾਹਰ ਜਾ ਰਿਹਾ, ਉਹੀ ਟੈਲੈਂਟ ਆਪਣਾ ਬਾਹਰ ਜਾ ਕੇ ਕਿੰਨੀਆਂ ਮੱਲਾਂ ਮਾਰਦਾ, ਕਿੰਨਾ ਕੁਛ ਕਰਦਾ, ਤੇ ਇਹ ਵੀ ਇੱਕ ਚੀਜ਼ ਬਹੁਤ ਵੱਡੀ ਸੋਚਣ ਵਾਲੀ ਹੈ। ਵੈਸੇ ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਆਖਰੀ ਸਵਾਲ ਹੈ, ਪਰ ਹੁਣ ਅਨਮੋਲ ਦੀ ਗੱਲ ਤੋਂ ਇੱਕ ਸਵਾਲ ਹੋਰ ਨਿਕਲਿਆ ਜਿਹਦਾ ਆਪਾਂ ਸ਼ਾਰਟ ਐਂਡ ਕ੍ਰਿਸਪ ਆਨਸਰ ਰੱਖਾਂਗੇ। ਉਹ ਇਹ ਹੈ ਕਿ ਅਨਮੋਲ ਨੇ ਕਿਹਾ ਜਿਹੜੀਆਂ ਪ੍ਰੋਬਲਮਸ ਅਨਮੋਲ ਨੇ ਰੇਜ਼ ਕੀਤੀਆਂ ਨਾ, ਉਹ ਪ੍ਰੋਬਲਮਸ ਆਪਣੀਆਂ ਮੌਜੂਦਾ ਪ੍ਰੋਬਲਮਸ ਨੇ, ਜਿਹੜੇ ਆਪਣੇ ਕੰਸਰਨ ਨੇ।
ਜਿਹੜੇ ਆਪਾਂ ਇੰਡੀਆ 'ਚ ਵੀ ਬੈਠੇ ਆ, ਆਪਣੇ ਦਿਮਾਗ 'ਚ ਮਨਾਂ 'ਚ ਕਨਫਿਊਜ਼ਨ ਹੈਗੀ ਆ, ਕੋਈ ਨਾ ਕੋਈ ਰਿਸ਼ਤੇਦਾਰ ਕਹਿ ਦਿੰਦਾ ਤੁਸੀਂ ਕੈਨੇਡਾ ਦਾ ਅਪਲਾਈ ਕਰ ਦਿਓ, ਪੀਆਰ ਲੈ ਕੇ ਰੱਖ ਲਓ, ਚਾਹੇ ਨਾ ਜਾਇਓ। ਇੱਥੇ ਕੁਛ ਨਹੀਂ ਹੈਗਾ, ਆਪਣੇ ਬੱਚਿਆਂ ਦਾ ਸੋਚੋ, ਆਪਣਾ ਭਵਿੱਖ ਸੋਚੋ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਆਪਣੇ ਜਿਹੜੇ ਸਿੱਖ ਲੀਡਰਸ ਵੀ ਨੇ, ਆਪਣੀ ਸਿੱਖ ਜਿਹੜੀ ਪੋਲਿਟਿਕਸ ਹੈ, ਜਿੰਨੀਆਂ ਵੀ ਸ਼੍ਰੋਮਣੀ ਅਕਾਲੀ ਦਲ ਤੁਸੀਂ ਲਾ ਲਓ, ਉਹਨਾਂ ਨੇ ਹਮੇਸ਼ਾ ਹੀ ਤੁਸੀਂ ਦੇਖੋਗੇ ਕਿ ਜੋ ਰੀਅਲ ਬਣਦੇ ਮੁੱਦੇ ਨੇ, ਜੋ ਅਨਮੋਲ ਨੇ ਕਿਹਾ ਆ, ਜੋ ਆਪਣੇ ਹੋਰ ਪ੍ਰੈਕਟੀਕਲ ਮੁੱਦੇ ਨੇ ਜਿਨ੍ਹਾਂ ਤੇ ਆਪਣਾ ਕੰਸਰਨ ਹੈਗਾ ਵੀ ਸਾਡੇ ਯੂਥ ਨੂੰ, ਉਹਨਾਂ ਦੀ એનર્ਜੀ ਨੂੰ ਚੈਨਲਾਈਜ਼ ਕਿਵੇਂ ਕਰਨਾ ਹੈ, ਉਹਨਾਂ ਨੂੰ ਰੋਜ਼ਗਾਰ, ਬੇਰੋਜ਼ਗਾਰੀ ਤੋਂ ਕਿਵੇਂ ਕੱਢਣਾ, ਉਹਨਾਂ ਲਈ ਨਵੇਂ ਬਿਜ਼ਨਸ ਆਈਡੀਆਜ਼ ਕਿੱਥੋਂ ਲੈ ਕੇ ਆਣੇ ਆ, ਉਹਨਾਂ ਨੂੰ ਕਿਵੇਂ ਟੈਕਨੋਲੋਜੀ 'ਚ ਸક્ષਮ ਕਰਨਾ। ਇਹਦੇ ਤੇ ਸਾਡੇ ਜਿਹੜੇ ਸਿੱਖ ਲੀਡਰਸ ਆ, ਉਹ ਬਿਲਕੁਲ ਵੀ ਗੱਲ ਨਹੀਂ ਕਰਦੇ, ਐਬਸੋਲਿਊਟਲੀ ਕੋਈ ਗੱਲ ਨਹੀਂ ਕਰਦੇ। ਉਹ ਝੰਡਿਆਂ ਦੇ ਵਿੱਚ ਫਸ ਜਾਂਦੇ ਆ, ਉਹ ਗੁਰਦੁਆਰਿਆਂ ਦੇ ਵਿੱਚ ਫਸ ਜਾਂਦੇ ਆ, ਇੱਕ ਦੂਜੇ ਨੂੰ ਬਸ ਮਾੜਾ ਚੰਗਾ ਕਹਿਣ ਦੇ ਵਿੱਚ ਰਹਿੰਦੇ ਆ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਖਾਲਿਸਤਾਨ ਦਾ ਮੁੱਦਾ ਵੀ ਹੈ, ਇਹ ਸਿਰਫ ਇੱਕ ਇਹਨਾਂ ਨੇ ਆਪਣੇ ਉੱਪਰ ਇਦਾਂ ਦਾ ਬਲੈਂਕਟ ਤਾਣ ਲੈਂਦੇ ਆ ਜਿਹਦੇ ਤੋਂ ਇਹ ਸਿਕਿਉਰ ਹੋ ਜਾਣ, ਬੁਲੇਟ ਪ੍ਰੂਫ ਬਲੈਂਕਟ ਤਾਣ ਲੈਂਦੇ ਆ। ਕਿਉਂਕਿ ਵੈਸੇ ਹੈਟਸ ਆਫ ਟੂ ਯੂ ਆਲ, ਥੈਂਕ ਯੂ ਤੁਸੀਂ ਇਹਦੇ ਨਾਲ ਜੁੜੇ, ਕਿਉਂਕਿ ਇਸ ਮੁੱਦੇ ਦੇ ਉੱਤੇ ਗੱਲ ਕਰਨ ਦੇ ਲਈ ਮੈਂ ਖੁਦ ਦੇਖਿਆ ਆ ਕਿ ਬਹੁਤ ਹੈਜ਼ੀਟੈਂਸੀ ਹੈਗੀ ਸਾਡੇ ਯੂਥ ਦੀ। ਇੱਕ ਤਰ੍ਹਾਂ ਦਾ ਡਰ ਜਿਹਾ, ਖੌਫ ਜਿਹਾ ਪੈਦਾ ਹੋ ਜਾਂਦਾ ਹੈ ਕਿ ਨਹੀਂ ਇਹਦੇ ਤੇ ਗੱਲ ਨਹੀਂ ਕਰਨੀ, ਬਿਕਾਜ਼ ਆਈ ਨੋ ਕਮੈਂਟ ਬਾਕਸ ਦੇ ਵਿੱਚ ਗਾਲਾਂ ਵੀ ਪੈਂਦੀਆਂ ਨੇ। ਤੁਸੀਂ ਆਏ, ਤੁਹਾਡਾ ਥੈਂਕ ਯੂ। ਪਰ ਮੈਂ ਇਹ ਪੁੱਛਣਾ ਚਾਹ ਰਹੀ ਹਾਂ ਵੀ ਖਾਲਿਸਤਾਨ ਇੱਕ ਬੁਲੇਟ ਪ੍ਰੂਫ ਬਲੈਂਕਟ ਆਪਣੇ ਸਿੱਖ ਲੀਡਰਾਂ ਨੇ ਪਾ ਲਿਆ, ਜਾਂ ਜਿਹੜੇ ਹੋਰ ਮਾਈਨਿਊਟ ਸਿੱਖ ਇਸ਼ੂ ਨੇ ਉਹ ਇੱਕ ਬਲੈਂਕਟ ਇਹਨਾਂ ਨੇ ਪਾ ਲਿਆ, ਤਾਂ ਕਿ ਜਿਹੜੇ ਮੌਜੂਦਾ ਹਾਲਾਤ ਨੇ, ਜਿਹੜੀ ਸਾਡੀ ਨੌਜਵਾਨੀ ਦਾ ਘਾਣ ਹੈ, PhD ਕਰਕੇ ਨੌਕਰੀਆਂ ਨਹੀਂ ਮਿਲ ਰਹੀਆਂ, ਟੈਂਕੀਆਂ ਤੇ ਚੜੇ ਫਿਰਦੇ ਨੇ, ਕੈਨੇਡਾ ਜਾਣ ਨੂੰ ਮਜਬੂਰ ਕੀਤੇ ਜਾ ਰਹੇ ਨੇ, ਖੇਤੀਬਾੜੀ ਦੇ ਵਿੱਚ ਮਨ ਨਹੀਂ ਲੱਗਦਾ, ਪੜ੍ਹਨਾ ਅਸੀਂ ਟੈਕਨੋਲੋਜੀ ਚਾਹੁੰਦੇ ਹਾਂ, ਐਸਟਰੋਨੌਟ ਬਣਨਾ ਚਾਹੁੰਦੇ ਹਾਂ, ਬਹੁਤ ਵੱਡੀਆਂ ਕੰਪਨੀਆਂ ਜੁਆਇਨ ਕਰਨਾ ਚਾਹੁੰਦੇ, ਇੱਧਰ ਨੂੰ ਨਾ ਆ ਕੇ ਸਿਰਫ ਇੱਕ ਰਿਫਿਊਜ ਲੈ ਰਹੇ ਆ ਸਾਡੇ ਸਿੱਖ ਇਸ਼ੂਜ਼ ਦੇ ਵਿੱਚ, ਔਰ ਸਿੱਖਾਂ ਨੂੰ ਇਹ ਕਹਿ ਕੇ ਕਿ ਤੁਸੀਂ ਵਿਕਟਿਮ ਆ, ਤੁਹਾਡੇ ਨਾਲ ਮਾੜਾ ਹੋਇਆ। ਆਮ ਸੌਰੀ, ਮੇਰਾ ਸਵਾਲ ਬਹੁਤ ਲੰਬਾ ਸੀ, ਬਟ ਮੈਂ ਆਈ ਵਿਲ ਸਟਾਰਟ ਵਿਦ ਆਕਾਸ਼ਦੀਪ। ਯੈਸ। ਹਾਂਜੀ, ਇਹ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਅਸਲ ਮੁੱਦਿਆਂ ਤੋਂ ਭੜਕਾਇਆ ਜਾਂਦਾ, ਉਹਨਾਂ ਤੋਂ ਅੱਡ ਕੀਤਾ ਜਾਂਦਾ। ਇੱਕ ਹੋਰ ਜਿਵੇਂ ਤੁਸੀਂ ਗੱਲ ਕੀਤੀ ਕਿ ਬੁਲੇਟ ਪ੍ਰੂਫ ਬਲੈਂਕਟ ਬਣਾ ਲਿਆ। ਹੁਣ ਇਹ ਚੀਜ਼ ਭਾਵੇਂ ਹਰੇਕ ਪੋਲੀਟੀਕਲ ਲੀਡਰ ਨੂੰ ਵੀ ਇਹ ਚੀਜ਼ ਪਤਾ ਹੈ ਕਿ ਇਹ ਕੋਈ ਵਾਇਬਲ ਫਿਜ਼ੀਬਲ ਆਪਸ਼ਨ ਨਹੀਂ ਗਾ, ਜਾਂ ਕੋਈ ਉੱਦਾਂ ਡ੍ਰੀਮ ਨਹੀਂ ਗੀ, ਪਰ ਹਾਲਾਤ ਅੱਜ ਇਹੋ ਜਿਹੇ ਬਣਾ ਦਿੱਤੇ ਆ ਕਿ ਜੇ ਕੋਈ ਪਾਰਟੀਆਂ, ਕੋਈ ਲੀਡਰ ਵੀ ਪੰਜਾਬ ਦੇ ਵਿੱਚ ਆਉਣਾ ਚਾਹੁੰਦਾ ਤੇ ਉਹਨੇ ਆਪਣਾ ਪੈਰ ਧਰਾਵਾ ਕਰਨਾ, ਉਹਨੇ ਉੱਥੇ ਸਸਟੇਨ ਕਰਨਾ, ਤਾਂ ਉਹ ਓਪਨਲੀ ਇਸ ਚੀਜ਼ ਦੀ ਨਿੰਦਾ ਨਹੀਂ ਕਰ ਸਕਦਾ, ਉਹ ਇਹ ਚੀਜ਼ ਨਹੀਂ ਕਹਿ ਸਕਦਾ, ਓਪਨਲੀ ਇਸ ਆਈਡੀਆ ਦੇ ਅਗੇਂਸਟ ਨਹੀਂ ਚੱਲ ਸਕਦਾਗਾ। ਬਿਲਕੁਲ ਮੁੱਦੇ ਹੋਰ ਹੋਣੇ ਚਾਹੀਦੇ ਆ। ਅੱਜ ਦੀ ਜਿਹੜੀ ਨੌਜਵਾਨੀ ਆ, ਉਹਨਾਂ ਦੀਆਂ ਪ੍ਰੋਬਲਮਸ ਹੋਣੀਆਂ ਚਾਹੀਦੀਆਂ, ਮਾਈਗ੍ਰੇਸ਼ਨ ਵਾਲੀਆਂ ਪ੍ਰੋਬਲਮਸ ਨੇ ਜਿਹੜੀਆਂ, ਉਹ ਐਡਰੈਸ ਹੋਣੀਆਂ ਚਾਹੀਦੀਆਂ। ਐਜੂਕੇਸ਼ਨ ਦੇ ਵਿੱਚ ਆਪਾਂ ਕਿਵੇਂ ਲੈਕ ਕਰ ਰਹੇ ਆ, ਉਹ ਚੀਜ਼ਾਂ ਹੋਣੀਆਂ ਚਾਹੀਦੀਆਂ। ਹੁਣ ਇੱਕ ਐਗਜ਼ਾਮਪਲ ਲੈ ਲਓ, ਜਿਹੜੀ ਅਗਨੀਪਥ ਸਕੀਮ ਸੈਂਟਰਲ ਗਵਰਨਮੈਂਟ ਦੀ ਆਈ, ਕਿਤੇ ਇੱਕ ਟਾਈਮ ਸੀਗਾ ਵੀ ਪੰਜਾਬ ਦੇ ਵਿੱਚੋਂ ਮੈਜੋਰਿਟੀ, ਅੱਜ ਵੀ ਸ਼ਾਇਦ, ਮਤਲਬ ਪੰਜਾਬ ਦੇ ਵਿੱਚੋਂ ਬਹੁਤ ਜ਼ਿਆਦਾ ਫੌਜ ਦੇ ਵਿੱਚ ਜਾਂ ਇਹਨਾਂ ਫੋਰਸਿਸ ਦੇ ਵਿੱਚ ਹੈਗੇ ਨੇ, ਪਰ ਤੁਸੀਂ ਇੱਕ ਆਹ ਦੇਖੋ, ਪੂਰੇ ਦੇਸ਼ ਦੇ ਵਿੱਚ ਪ੍ਰੋਟੈਸਟ ਹੋਏ ਉਸ ਚੀਜ਼ ਬਾਰੇ, ਜਾਂ ਲੋਕਾਂ ਨੇ ਗੱਲ ਕੀਤੀ ਉਸ ਬਾਰੇ, ਭਾਵੇਂ ਵਾਇਲੈਂਟ ਪ੍ਰੋਟੈਸਟ, ਉਹਨਾਂ ਨੂੰ ਆਪਾਂ ਜਸਟੀਫਾਈ ਨਹੀਂ ਕਰਦੇ, ਪਰ ਲੋਕਾਂ ਨੇ ਤਰਕ ਰੱਖਿਆ, ਲੋਕਾਂ ਨੇ ਉਸ ਚੀਜ਼ ਦੀ ਵਿਰੋਧਤਾ ਕੀਤੀ। ਆਪਣੇ ਪੰਜਾਬ ਦੇ ਵਿੱਚੋਂ ਆਪਾਂ ਕੁਛ ਨਹੀਂ ਇਹੋ ਜਿਹਾ ਦੇਖਿਆ। ਲੋਕ ਉਹ ਚੀਜ਼ਾਂ ਭੁੱਲ ਚੁੱਕੇ ਨੇ ਕਿ ਆਪਾਂ ਇਹ ਚੀਜ਼ਾਂ ਵੀ ਐਗਜ਼ਿਸਟ ਕਰਦੀਆਂ, ਆਪਾਂ ਇੱਧਰ ਵੀ ਜਾ ਸਕਦੇ ਹਾਂ। ਇਹ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ, ਵਾਇਲੈਂਸ ਵਾਲੀਆਂ ਚੀਜ਼ਾਂ, ਜਿਵੇਂ ਹੁਣ ਅੱਜ ਕੱਲ੍ਹ ਲੋਕਾਂ ਦੇ ਦਿਮਾਗ ਦੇ ਵਿੱਚ ਜਾਂ ਮਨਾਂ ਦੇ ਵਿੱਚ ਇੱਕ ਡਰ ਬੈਠ ਗਿਆ ਵੀ ਸ਼ਾਇਦ ਉਹੀ ਦੌਰ ਜਾਂ ਉਹੀ ਮਿਲੀਟੈਂਸੀ ਟਾਈਪ ਵਾਲਾ ਦੌਰ, ਇੱਕ ਡਰ ਵਾਲਾ ਦੌਰ ਵਾਪਸ ਨਾ ਆ ਜਾਵੇ, ਤਾਂ ਕਰਕੇ ਸਾਰਿਆਂ ਨੂੰ ਹੋਰ ਲੱਗਦਾ ਕਿ ਅਸੀਂ ਇੱਥੋਂ ਬਾਹਰ ਜਾਈਏ। ਇੱਕ ਐਗਜ਼ਾਮਪਲ ਹੀ ਦੇਖ ਲਓ ਤੁਸੀਂ, ਅਗਨੀਪਥ ਸਕੀਮ ਵਾਲਾ, ਜਿਵੇਂ ਮੈਂ ਪਹਿਲਾਂ ਹੁਣੇ ਗੱਲ ਕੀਤੀ, ਇਸ ਚੀਜ਼ ਦੀ ਕੋਈ ਵਿਰੋਧਤਾ ਨਹੀਂ ਹੋਈ ਆਪਣੇ ਕਮਿਊਨਿਟੀ ਵੱਲੋਂ। ਲਖਵੀਰ ਸਿੰਘ ਜੀ, ਬਲੈਂਕਟ, ਬੁਲੇਟ ਪ੍ਰੂਫ ਬਲੈਂਕਟ ਲੈ ਕੇ ਆਪਣੇ ਸਿੱਖ ਲੀਡਰ ਬੈਠੇ ਨੇ ਤਾਂ ਕਿ ਜਿਹੜੇ ਅਸਲੀ ਮੁੱਦੇ ਨੇ ਉਹਨਾਂ ਤੇ ਗੱਲ ਨਾ ਕੀਤੀ ਜਾਵੇ। ਜਦੋਂ ਨੌਜਵਾਨੀ ਕੋਈ ਸਵਾਲ ਪੁੱਛਣ ਲੱਗੇ, ਉਦੋਂ ਇਹਨਾਂ ਨੂੰ ਉਲਝਾ ਦਿਓ ਸਿੱਖ ਮਸਲਿਆਂ ਦੇ ਵਿੱਚ, ਔਰ ਆਪਣਾ ਬੁਲੇਟ ਪ੍ਰੂਫ ਬਲੈਂਕਟ ਜਿਹੜਾ ਉਹ ਤਾਣ ਲਓ। ਬਿਲਕੁਲ, ਹਮੇਸ਼ਾ ਇਹੀ ਹੁੰਦਾ ਹੈ ਕਿ ਤੁਸੀਂ ਇੱਕ ਪ੍ਰਵਚਨ ਸਿਰਜ ਲੈਂਦੇ ਹੋ। ਜਦੋਂ ਤੁਹਾਡੇ ਤੋਂ ਕੋਈ ਰੋਟੀ ਮੰਗੇਗਾ, ਤੁਸੀਂ ਉਹਨੂੰ ਕਹੋਗੇ ਨਹੀਂ ਯੋਗਾ ਕਰ, ਤੈਨੂੰ ਲੰਬੀ ਆਰਜ਼ੂ ਮਿਲੇਗੀ। ਤਾਂ ਇਹ ਪ੍ਰਵਚਨ ਹਮੇਸ਼ਾ ਸਿਰਜਿਆ ਜਾਂਦਾ ਹੈ, ਸਿਰਜਿਆ ਜਾਊਗਾ। ਪੋਲੀਟੀਕਲ ਮਾਈਂਡ ਹਮੇਸ਼ਾ ਹੀ ਆਮ ਇਨਸਾਨ ਨਾਲੋਂ ਵੱਧ ਸੋਚਣ ਵਾਲਾ ਮਾਈਂਡ ਹੁੰਦਾ। ਉਹਨੂੰ ਪਤਾ ਹੁੰਦਾ ਮੈਂ ਲੋਕਾਂ ਨਾਲ ਕੀ ਕਰਨਾ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਪਤਾ ਹੁੰਦਾ ਸੀ ਮੈਂ ਲੋਕਾਂ ਨੂੰ ਕਿੰਨਾ ਕੁ ਦੇਣਾ, ਕਿੰਨਾ ਉਹਨਾਂ ਤੋਂ ਲੈਣਾ, ਹਰ ਇੱਕ ਰਾਜੇ ਨੂੰ ਪਤਾ ਹੁੰਦਾ। ਤਾਂ ਇਹਨਾਂ ਨੂੰ ਸਭ ਨੂੰ ਪਤਾ ਸੀ ਕੀ ਕਰਨਾ। ਕੋਈ ਇਹਨਾਂ ਨੂੰ ਰੱਬ ਦਾ ਡਰ ਨਹੀਂ ਹੈਗਾ, ਕੋਈ ਇਹਨਾਂ ਨੂੰ ਸਿਧਾਂਤ ਸਾਡੀ ਗੁਰੂ ਬਾਣੀ ਕੀ ਕਹਿੰਦੀ ਹੈ, ਗੁਰੂ ਦਾ ਮੱਤ ਕੀ ਕਹਿੰਦਾ, ਉਹਦੇ ਨਾਲ ਫਰਕ ਨਹੀਂ ਪੈਂਦਾ। ਇਹ ਗੁਰੂ ਦੇ ਸਕੇ ਨਹੀਂ ਹੈਗੇ, ਲੋਕਾਂ ਨੇ ਇਹਨਾਂ ਨੇ ਲੈਣਾ ਤੋਂ ਕੀ ਹੈ। ਲੋਕਾਂ ਦਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਹੈਗਾ।
ਜੋ ਗੁਰੂ ਦੇ ਸਕੇ ਲੋਕ ਨਹੀਂ ਹੈਗੇ, ਤਾਂ ਇਹ ਆਪਣੇ ਵੀ ਸਕੇ ਨਹੀਂ ਹੋਣਗੇ। ਇਹਨਾਂ ਨੇ ਆਪਣੇ ਫਾਇਦੇ ਦੇਖਣੇ ਆ, ਇਹਨਾਂ ਨੇ ਆਪਣੇ ਬੱਚੇ ਅਮਰੀਕਾ 'ਚ ਸੈਟਲ ਕਰਨੇ ਆ, ਉੱਥੇ ਉਹਨਾਂ ਨੂੰ ਵੀ ਉੱਥੇ ਪ੍ਰਾਪਰਟੀਆਂ ਬਣਾ ਕੇ ਦੇਣੀਆਂ, ਫੰਡ ਯੂਜ਼ ਕਰਨੇ ਆ, ਤਾਂ ਇਹਨਾਂ ਦੇ ਏਜੰਡੇ ਸਾਡੇ ਨਾਲੋਂ ਬਹੁਤ ਜ਼ਿਆਦਾ ਵੱਡੇ ਆ, ਹਨਾ। ਤਾਂ ਇਸ ਕਰਕੇ ਇਹ ਸਾਡੇ ਨਹੀਂ ਸਕੇ ਹੋਣਗੇ। ਅਸੀਂ ਸਿੱਖ ਲੀਡਰ ਵੀ ਕਹਿ ਦਿੰਦੇ ਹਾਂ ਇਹਨਾਂ ਨੂੰ, ਅਸਲ ਦੇ ਵਿੱਚ ਮਤਲਬ ਵਪਾਰੀ ਨੇ, ਠੀਕ ਹੈ, ਵਧੀਆ ਬਿਜ਼ਨਸ ਹੈ, ਪੋਲਿਟਿਕਸ ਦਾ ਵਪਾਰ ਆਪਣਾ ਚਲਾ ਰਹੇ ਨੇ। ਲੋਕ ਹਿਤਕਾਰੀ ਇਹਨਾਂ ਦੇ ਕੋਲੇ ਨਹੀਂ ਹੈਗੀ। ਲੋਕ ਹਿਤਕਾਰੀ ਹਮੇਸ਼ਾ ਖੂਨ ਮੰਗਦੀ ਆ, ਦਿਮਾਗ ਦਾ ਜ਼ੋਰ ਲੱਗਦਾ ਜਦੋਂ ਲੋਕਾਂ ਦੇ ਹਿੱਤ ਦੀ ਗੱਲ ਕਰਨੀ ਹੋਵੇ। ਕੰਮ ਕਰਨਾ ਤਾਂ ਬਾਅਦ ਦੀ ਗੱਲ ਹੈ, ਲੋਕਾਂ ਦੇ ਹਿੱਤ ਦੀ ਗੱਲ ਕਰਨ ਵਾਸਤੇ ਸੋਚ ਕੇ ਬੋਲਣਾ ਪੈਂਦਾ ਕਿ ਇਹਦੇ ਵਿੱਚ ਕੋਈ ਤਬਕਾ ਰਹਿ ਨਾ ਜਾਵੇ। ਇੱਕ ਵੀ ਤਬਕਾ ਰਹਿ ਗਿਆ, ਤੁਹਾਡੀ ਗੱਲ ਲੋਕ ਹਿਤਕਾਰੀ ਨਹੀਂ ਰਹਿੰਦੀ। ਤਾਂ ਇਹ ਵੱਡੀ ਚੀਜ਼ ਹੈ। ਗੁਰੂ ਸਾਹਿਬ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਸੇਧ ਲੈਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਕਿੱਥੇ ਆਪਣੇ ਕਾਸਟਿਜ਼ਮ ਵਰਗੀਆਂ ਪ੍ਰੋਬਲਮਸ ਅੱਜ ਵੀ ਨਹੀਂ। ਦਲਿਤਾਂ ਦੇ ਕੀ ਹਾਲ ਨੇ, ਉਹਨਾਂ ਨੂੰ ਹਜੇ ਵੀ ਤੀਆਂ ਦੇ ਮੇਲਿਆਂ ਦੇ ਵਿੱਚ ਖਾਣ ਨਹੀਂ ਦਿੱਤਾ ਜਾਂਦਾ ਕਿ ਤੁਹਾਡਾ ਟੇਬਲ ਅਲੱਗ-ਅਲੱਗ ਹੈ। ਸੋ ਅਨਮੋਲ, ਤੁਹਾਡੇ ਤੇ ਆਖਰੀ ਆ ਰਹੇ ਹਾਂ। ਤੁਹਾਡੇ ਤੋਂ ਬਾਅਦ ਅਸੀਂ ਤੁਹਾਡਾ ਵਿਚਾਰ ਲੈ ਕੇ ਆਪਾਂ ਕਨਕਲੂਡ ਕਰ ਦਾਂਗੇ ਅੱਜ ਦੀ ਇਸ ਚਰਚਾ ਨੂੰ। ਗੱਲ ਉਹੀ ਹੈ ਕਿ ਬੁਲਟ ਪ੍ਰੂਫ ਬਲੈਂਕਟ ਤਾਣ ਲੈਂਦੇ ਨੇ ਤਾਂ ਕਿ ਤੁਹਾਡੇ ਵਰਗੀ ਨੌਜਵਾਨੀ ਸਵਾਲ ਨਾ ਪੁੱਛੇ। ਮੈਮ ਇਹ ਚੀਜ਼ ਚੱਲਦੀ ਆ, ਮਤਲਬ ਬਾਕੀ, ਪਰ ਇਹ ਸਾਰੀ ਜੋ ਰਿਜ਼ਲਟ ਇਸ ਵਾਰੀ ਪੰਜਾਬ ਨੇ ਦਿੱਤੇ ਹੈ, ਜੋ ਪੰਜਾਬ ਦਾ ਫਤਵਾ ਸੀ ਮੈਮ, ਉਹ ਇਹ ਚੀਜ਼ ਕਲੀਅਰ ਕਰ ਗਿਆ ਵੀ ਲੋਕ ਇਸ ਚੀਜ਼ ਤੋਂ ਉੱਪਰ ਉੱਠ ਚੁੱਕੇ ਆ ਜੀ। ਹੁਣ ਲੋਕ ਕੰਮ ਦੀ ਡਿਮਾਂਡ ਕਰਦੇ ਆ, ਠੀਕ ਹੈ। ਬਾਗੀ ਜੋ ਇੱਕ ਬਾਗੀ ਸੁਰ ਹੈਗਾ ਆਪਣੀ, ਮਤਲਬ ਲੋਕਾਂ 'ਚ ਇੱਕ ਬਾਗੀ ਸੁਰ ਹੈਗਾ, ਉਹ ਕਿਸੇ ਨੂੰ ਚੜਾਉਣ ਲੱਗੇ ਵੀ ਮਿੰਟ ਲਾਉਂਦੇ ਆ ਜੀ, ਤੇ ਉਹਨੂੰ ਬਾਹੋਂ ਫੜ ਕੇ ਲਾਉਣ ਲੱਗੇ ਵੀ ਮਿੰਟ ਲਾਉਂਦੇ ਆ ਜੀ। ਜਦੋਂ ਉਹ ਚੀਜ਼ ਦਾ ਲਾਈਵ ਐਗਜ਼ਾਮਪਲ ਹੈ, ਕਿਉਂਕਿ ਆਪਣੇ ਕੋਲੇ ਹੁਣ ਆਪਾਂ ਜੇ ਕਿਸੇ ਨੂੰ ਕਾਊਂਟਰ ਕਰਨਾ ਹੋਵੇ, ਕਿਸੇ ਨਾਲ ਮੁਕਾਬਲਾ ਕਰਨਾ ਹੋਵੇ, ਤਾਂ ਇਸ ਕੌਂਸਟੀਟਿਊਸ਼ਨਲੀ ਡੈਮੋਕ੍ਰੇਸੀ 'ਚ ਆਪਣੇ ਕੋਲ ਕੀ ਹਥਿਆਰ ਹੈ? ਆਪਦੀ ਆਵਾਜ਼, ਆਪਦੀ ਵੋਟ, ਆਹ ਚੀਜ਼ਾਂ। ਇਹ ਲੋਕਾਂ ਨੇ ਜੋ ਆਪਦਾ ਹਥਿਆਰ ਇਸ ਵਾਰੀ ਚਲਾਇਆ, ਇਹ ਸਾਰੀਆਂ ਚੀਜ਼ਾਂ ਕਲੀਅਰ ਹੈ ਵੀ ਲੋਕਾਂ ਨੇ ਜਿਹੜੀਆਂ ਕੋਈ ਪੋਲੀਟੀਕਲ ਜਮਾਤਾਂ ਸੀ, ਜਿਹੜੀਆਂ ਧਰਮ ਨਾਲ ਜੁੜੀਆਂ ਸੀ, ਪੋਲੀਟੀਕਲ ਜਮਾਤਾਂ ਸੀ ਜਿਹੜੀਆਂ ਕਾਸਟਿਜ਼ਮ ਨਾਲ ਜੁੜੀਆਂ ਸੀ, ਪੋਲੀਟੀਕਲ ਜਮਾਤਾਂ ਸੀ ਜਿਨ੍ਹਾਂ ਨੇ ਵੱਖਰੇਵੇਂ ਕੋਈ ਨਾ ਕੋਈ ਚੀਜ਼ ਨੂੰ ਆਪਦੇ ਨਾਲ ਰਿਲੇਟ ਕਰਕੇ ਪੇਸ਼ ਕੀਤਾ ਸੀ। ਤੇ ਮੈਂ ਇਹ ਕਹਿੰਦਾ ਵੀ ਉਹ ਪੰਜਾਬ ਦਾ ਜੋ ਇਹ ਸਾਰੇ ਰਿਜ਼ਲਟ ਸੀ, ਉਹ ਲੋਕਾਂ ਦਾ ਇੱਕ ਐਕਸਪੈਕਟੈਂਸੀ ਸੀਗੀ, ਉਹ ਲੋਕਾਂ ਦੀ ਮਤਲਬ ਦੂਜਿਆਂ ਦੇ ਖਿਲਾਫ ਗੁੱਸਾ ਜ਼ਾਹਿਰ ਕੀਤਾ, ਸਾਰੀਆਂ ਚੀਜ਼ਾਂ ਕੀਤੀਆਂ। ਇਹ ਸਾਰੀ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਪਾਸੇ ਰੱਖਤੀਆਂ ਜੀ। ਤੇ ਹੁਣ ਜਿੰਨੇ ਵੀ ਜੋ ਵੀ ਲੀਡਰ ਹੈ, ਚਾਹੇ ਉਹ ਧਰਮ ਦੇ ਆਲੇ ਦੁਆਲੇ ਆਪਦੀ ਰਾਜਨੀਤੀ ਕਰਦੇ ਨੇ, ਚਾਹੇ ਉਹ ਕੰਮ ਦੇ ਆਲੇ ਦੁਆਲੇ, ਚਾਹੇ ਉਹ ਕਾਸਟਿਜ਼ਮ ਦੇ ਆਲੇ ਦੁਆਲੇ, ਉਹਨਾਂ ਦੀ ਪੋਲੀਟੀਕਲ ਸਪੇਸ ਉਹਨਾਂ ਤੋਂ ਉਹ ਗਵਾ ਚੁੱਕੇ ਨੇ। ਹੁਣ ਉਹ ਆਪਦੀ ਉਹ ਚੀਜ਼ ਦੁਬਾਰਾ ਕ੍ਰੀਏਟ ਕਰਨ ਵਾਸਤੇ ਉਹ ਦੁਬਾਰਾ ਲੋਕਾਂ 'ਚ ਜਾ ਕੇ ਹੁਣ ਉਹਨਾਂ ਨੂੰ ਆਪਦੀਆਂ ਬਹੁਤ ਚੀਜ਼ਾਂ ਬਦਲ ਕੇ ਲੋਕਾਂ ਦੇ ਨਾਲ ਆਉਣਾ ਪੈਣਾ। ਜੋ ਲੀਡਰ ਜੋ ਬੁਲਟ ਪ੍ਰੂਫ, ਜਿਵੇਂ ਤੁਸੀਂ ਕਿਹਾ ਵੀ ਆਪਦੀ ਰਾਜਨੀਤੀ ਕਰਦੇ ਸੀ, ਹੁਣ ਮੇਰੇ ਹਿਸਾਬ ਨਾਲ ਉਹਨਾਂ ਨੂੰ ਆਪਦੀਆਂ ਜੋ ਚੀਜ਼ਾਂ ਮੁੱਦਿਆਂ ਦੇ ਆਲੇ ਦੁਆਲੇ ਰੱਖਣੀਆਂ ਪੈਣੀਆਂ। ਹੁਣ ਲੋਕ ਉਹ ਚੀਜ਼ਾਂ ਨਹੀਂ ਬਰਦਾਸ਼ਤ ਕਰਨਗੇ। ਹੁਣ ਚੀਜ਼ਾਂ ਇਹ ਨਹੀਂ ਆ ਵੀ ਮਤਲਬ ਕੁਛ ਧਰਮ ਦੀਆਂ ਜਾਂ ਹੋਰ, ਹੁਣ ਤੁਹਾਨੂੰ ਪ੍ਰੈਕਟੀਕਲ ਚੀਜ਼ਾਂ ਦੇ ਨਾਲ ਆਪਦੇ ਆਪ ਨੂੰ ਅੱਗੇ ਪੇਸ਼ ਕਰਨਾ ਪੈਣਾ, ਤਾਂ ਹੀ ਤੁਹਾਨੂੰ ਲੋਕ ਮਤਲਬ ਮੌਕਾ ਦੇਣਗੇ ਤੇ ਅੱਗੇ ਕਰ ਦੇਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਲਿਟਰਲੀ ਇੱਕ ਬਹੁਤ ਹੀ ਡੇਅਰਿੰਗ ਇਸ਼ੂ, ਬਹੁਤ ਹੀ ਕੰਟਰੋਵਰਸ਼ੀਅਲ ਇਸ਼ੂ ਦੇ ਉੱਤੇ ਆਪਣਾ ਆਪਣਾ ਜਜ਼ਬਾ ਦਿਖਾਇਆ, ਆਪਣੇ ਵਿਚਾਰ ਤੁਸੀਂ ਖੁੱਲ੍ਹ ਕੇ ਪੇਸ਼ ਕੀਤੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ।